ਡਾਊਨਟਾਊਨ ਬਹੁਤ ਸਾਰੇ ਕੈਫੇਜ਼ ਨੇ ਜਿਹੜੇ ਟਰਮਰਿਕ ਮਿਲਕ ਦਿੰਦੇ, ਉਹਨੂੰ ਕਹਿੰਦੇ ਗੋਲਡਨ ਮਿਲਕ। ਓਕੇ। ਇਟਸ ਨਥਿੰਗ ਜਸਟ ਹਲਦੀ ਵਾਲਾ ਦੁੱਧ, ਕੁਛ ਨਹੀਂ ਹੈ ਉਹ ਹੋਰ। ਅਸੀਂ ਹਲਦੀ ਵਾਲਾ ਦੁੱਧ ਪੀਂਦੇ ਆ ਨਾ ਇੰਡੀਆ, ਇੱਥੇ ਲੋਕੀ ਨੇ ਟਰਮਰਿਕ ਲਾਟੇ ਬਣਾਤਾ ਉਹਨਾਂ ਨੂੰ ਕਿ ਅਸੀਂ ਟਰਮਰਿਕ ਲਾਟੇਜ਼ ਆਰਡਰ ਕਰਾਂਗੇ। ਵੈਸਟਰਨ ਲੋਕੀ ਇੰਡੀਆ ਡਾਈਟ ਫੋਲੋ ਕਰੀ ਜਾ ਰਹੇ ਤੇ ਇੰਡੀਆ ਵਾਲੇ ਭੁੱਲੀ ਜਾ ਰਹੇ ਆਪਣੀ ਡਾਈਟ, ਹਨਾ। ਬਟ ਦੈਨ ਅਗੇਨ ਉਹ ਗੱਲ ਆ ਜਾਂਦੀ ਕਿ ਡਾਈਟ ਕੋਕ ਹੈਲਦੀ ਨਹੀਂ ਹੈ, ਹਨਾ। ਤੁਸੀਂ ਅਨਹੈਲਦੀ ਚੀਜ਼ ਕਿਉਂ ਖਾਣੀ ਹੈ? ਐਕਚੁਅਲੀ ਟਰੂ ਉਹ ਚੀਜ਼। ਯੈਸ, ਡਾਈਟ ਕੋਕ ਹੈ ਨਾ, ਡਾਈਟ ਕੋਕ ਦੇ ਵਿੱਚ ਆਰਟੀਫਿਸ਼ੀਅਲ ਸ਼ੂਗਰ ਹੈ। If your goal is to lose weight or if your goal is to have, shed a few pounds, intermittent is the best way to do it. Study and nutrition ਬਹੁਤ closely related ਹੈ। ਮਤਲਬ ਬੰਦੇ ਜਿਹੜੇ ਪੜ੍ਹ ਰਹੇ ਨੇ ਬੱਚੇ, ਉਹਨਾਂ ਦੀ ਮੈਂਟਲ ਕਹਿ ਲਓ concentrate ਕਰਨ ਦੀ ability ਅਫੈਕਟ ਹੁੰਦੀ ਹੈ। ਨਿਊਟ੍ਰੀਸ਼ਨਸ ਮੈਨੂੰ ਇੱਦਾਂ ਲੱਗਦਾ ਕਿ ਯਾਰ ਅਸੀਂ ਨਾ ਸੋਚਦੇ ਰਹਿੰਦੇ ਹਾਂ ਡਾਈਟ ਨੂੰ ਲੈ ਕੇ ਜਾਂ ਆਪਣੇ ਨਿਊਟ੍ਰੀਸ਼ਨ ਨੂੰ ਲੈ ਕੇ, ਜਾਂ ਕਹਿ ਲਓ ਕਿ ਈਟਿੰਗ ਹੈਬਿਟਸ ਨੂੰ ਲੈ ਕੇ, ਬਿਕੋਜ਼ everything is linked. It's linked with their work life, it's linked with their routine, but then again ਅਸੀਂ ਸੋਚਦੇ ਹੀ ਰਹਿ ਜਾਂਦੇ ਹਾਂ, ਮੈਨੂੰ ਇੱਦਾਂ ਲੱਗਦਾ। ਐਂਡ ਉਸ ਸੋਚ ਨੂੰ ਅਸੀਂ ਬਦਲ ਨਹੀਂ ਪਾਉਂਦੇ, ਹੈ ਨਾ। ਐਂਡ ਹੁਣ ਸੋਸ਼ਲ ਮੀਡੀਆ 'ਤੇ ਦੇਖੀਦਾ ਯਾਰ ਅੱਜ ਕੱਲ੍ਹ ਇਟ ਇਜ਼ ਟਰੈਂਡਿੰਗ ਟੋਪਿਕ and it is very huge topic to cover. So ਜਿਹੜੇ ਅੱਜ ਦੇ ਗੈਸਟ ਨੇ ਕੁਦਰਤ, she is practicing nutrition and food safety for different colleges. We will hear more about this because ਮੈਨੂੰ ਤਾਂ ਲੱਗਦਾ ਹੈ ਕਿ it is very new thing, and having a guest like Kudrat will be a very big opportunity for all of us to hear from her. ਐਂਡ ਮੈਨੂੰ ਤਾਂ ਲੱਗਦਾ ਯਾਰ ਕੁਛ ਮੇਰੇ ਵਰਗੇ ਬੰਦਿਆਂ ਦੀ ਥੋੜ੍ਹਾ ਜਿਹਾ ਮਾਈਂਡ ਸੈਟ ਵੀ ਚੇਂਜ ਹੋਊਗਾ ਇਸ ਪੋਡਕਾਸਟ ਤੋਂ ਬਾਅਦ। ਹੈਲੋ ਕੁਦਰਤ, ਵੈਲਕਮ ਟੂ ਦ ਸ਼ੋ। ਹੈਲੋ, ਥੈਂਕ ਯੂ। ਐਕਚੁਅਲੀ ਥੈਂਕ ਯੂ ਫॉर ਜੁਆਇਨਿੰਗ ਅਸ ਟੂਡੇ। ਐਂਡ ਮੈਨੂੰ ਤਾਂ ਲੱਗਦਾ ਯਾਰ ਨਿਊਟ੍ਰੀਸ਼ਨਸ, ਡਾਈਟ, ਇਹ ਸਾਰਾ ਕੁਛ ਇੰਨੀਆਂ ਕੁ ਚੀਜ਼ਾਂ ਨਾ, ਇਹਨੂੰ ਤੁਸੀਂ ਡਿਸਕਸ ਜਿੰਨਾ ਮਰਜ਼ੀ ਕਰ ਲਓ, ਇਟਸ ਅ ਵੈਰੀ ਬਿਗ ਵਾਸਟ ਟੌਪਿਕ, ਰਾਈਟ। ਆਈ ਥਿੰਕ ਜੇ ਤੁਸੀਂ ਆਪਣੇ ਬਾਰੇ, ਜੇ ਮੈਂ ਦੱਸਣ ਲੱਗ ਪਿਆ, I will take 5-6 minutes to introduce you, but if you introduce yourself, I think that will be great. Yeah, so just to make it very short, I'm Kudrat. I practice nutrition and ਕਾਫੀ ਮੈਂ ਕਲਾਇੰਟਸ ਐਂਡ ਆਲ ਨੂੰ ਵੀ ਕੇਟਰ ਕਰ ਚੁੱਕੀ ਹਾਂ ਡਾਈਟ ਪਲਾਨਸ ਦੇਣ ਲਈ। ਬੈਕਗਰਾਊਂਡ ਮੇਰਾ ਵੈਨ ਇਟ ਕਮਸ ਟੂ ਸਟੱਡੀ, ਮੈਂ ਬੈਚਲਰਸ ਕੀਤੀ ਹੋਈ ਹੈ ਇੰਡੀਆ ਤੋਂ, ਐਂਡ ਦੈਨ ਫਿਰ ਇੱਥੇ ਆ ਕੇ ਮੈਂ ਕਾਲਜ ਕੀਤਾ, ਹੈ ਨਾ, ਜਿਹਦੇ 'ਚ ਮੇਰਾ ਮੇਜਰ ਸਬਜੈਕਟ ਨਿਊਟ੍ਰੀਸ਼ਨ ਸੀਗਾ। ਵੈਸੇ ਫੂਡ ਸਾਇੰਸ ਮੇਰੀ ਸਟਰੀਮ ਸੀਗੀ, ਅਤੇ ਨਿਊਟ੍ਰੀਸ਼ਨ ਸੀਗਾ ਤਾਂ ਕਰਕੇ ਥੋੜ੍ਹਾ ਨਿਊਟ੍ਰੀਸ਼ਨ ਵੱਲ ਮੇਰਾ ਜ਼ਿਆਦਾ ਧਿਆਨ ਰਿਹਾ। ਅਤੇ ਥੋੜ੍ਹਾ ਬਚਪਨ ਤੋਂ ਵੀ ਪਹਿਲਾਂ ਵੀ ਮੇਰੇ ਮੰਮਾ ਜਾਂਦੇ ਰਹਿੰਦੇ ਸੀ ਡਾਇਟੀਸ਼ੀਅਨ ਕੋਲ, ਕਾਫੀ ਉਹਨਾਂ ਨੂੰ ਸੀਗਾ, ਉਹ ਵੀ ਆਪਣੇ ਹੈਲਥ ਨੂੰ ਲੈ ਕੇ ਕਾਫੀ ਕੌਨਸ਼ੀਅਸ ਨੇ। ਅਤੇ ਮਤਲਬ ਕਹਿ ਲਓ ਬਚਪਨ ਤੋਂ ਹੀ ਇੱਦਾਂ ਥੋੜ੍ਹਾ ਇੱਕ ਫੇਰੀ ਟੇਲ ਆਈਡੀਆ ਜਿਹਾ ਸੀਗਾ ਕਿ ਡਾਇਟੀਸ਼ੀਅਨ ਇਜ਼ ਅ ਵੈਰੀ ਬੈਨੀਫਿਸ਼ੀਅਲ, ਹੈ ਨਾ, ਪੈਸ਼ਨ ਟੂ ਫੋਲੋ। ਅਤੇ ਇਹ ਸ਼ੁਰੂ ਤੋਂ ਹੀ ਥੋੜ੍ਹਾ ਮੈਨੂੰ ਲੱਗਦਾ ਇੱਦਾਂ ਸਟੱਕ ਰਿਹਾ ਮੇਰੇ ਮਾਈਂਡ 'ਚ। ਐਂਡ ਵਟ ਯੂ ਡੂ, ਬਿਕੋਜ਼ ਤੁਸੀਂ ਜਦੋਂ ਮੈਨੂੰ ਦੱਸਦੇ ਪਏ ਸੀ ਨਾ, ਲਾਈਕ ਇਟ ਵਾਜ਼ ਵੈਰੀ ਐਕਸਾਈਟਿੰਗ, ਐਂਡ ਦੈਨ ਐਟ ਦ ਸੇਮ ਟਾਈਮ ਵਾਜ਼ ਸਮਥਿੰਗ ਨਿਊ ਫॉर ਮੀ। ਯਾ, ਰਾਈਟ। ਸੋ ਮੇਰਾ ਵੈਸੇ ਹੁਣ ਐਜ਼ ਅ job basis ਤੇ I cater to a lot of colleges in Ontario, which includes Ryerson University ਮੇਰਾ office ਹੈ ਵੈਸੇ, but ਮੈਂ Sheridan College, Humber, Durham College, George Brown College, ਇਹਨਾਂ ਸਾਰੇ colleges ਦੀ nutrition and food safety ਦੇਖਦੀ ਹਾਂ। So what it means is ਛੇਤੀ ਦੱਸ ਦਿੰਦੀ ਹਾਂ ਕਿ ਜਿੱਦਾਂ ਮੀਲ ਪਲਾਨਸ ਬਣਦੇ ਆ ਬੱਚਿਆਂ ਦੇ, ਸੋ ਦੇ ਸ਼ੁੱਡ ਬੀ ਪ੍ਰੋਪਰਲੀ ਨਿਊਟ੍ਰੀਸ਼ਨਡ, ਅਤੇ ਉਹਨਾਂ ਦਾ ਬ੍ਰੇਕਫਾਸਟ, ਲੰਚ ਐਂਡ ਡਿਨਰ ਕੈਲਰੀ ਵਾਈਜ਼ ਐਂਡ ਨਿਊਟ੍ਰੀਸ਼ਨ ਵਾਈਜ਼ ਪੂਰਾ ਪ੍ਰੋਪਰ ਹੋਣਾ ਚਾਹੀਦਾ ਹੈ। ਸੋ ਇੱਕ ਬੈਲੈਂਸ ਜੀ ਡਾਈਟ ਉਹਨਾਂ ਨੂੰ ਪ੍ਰੋਵਾਈਡ ਕਰਨਾ, ਐਂਡ ਫੂਡ ਕਿੰਨਾ ਸੇਫ ਹੈ, ਫੂਡ ਸੇਫਟੀ ਦੇ ਅਰਾਊਂਡ ਰਿਵੋਲਵ ਕਰਦੀ ਹੈ ਮੇਰੀ ਜੋਬ। ਕੁਦਰਤ ਯਾਰ ਇੱਦਾਂ ਵਾ ਕਿ ਜਿਹੜਾ ਨਿਊਟ੍ਰੀਸ਼ਨਸ ਹੈ ਨਾ, ਮੈਨੂੰ ਇੱਦਾਂ ਲੱਗਦਾ ਹੈ ਕਿ ਹਰ ਰੋਜ਼ ਨਵੀਂ ਥਿਊਰੀ ਆ ਜਾਂਦੀ ਹੈ, ਹੈ ਨਾ। ਹਰ ਰੋਜ਼ ਕੁਛ ਨਾ ਕੁਛ ਨਵੀਂ ਚੀਜ਼ ਆ ਜਾਂਦੀ। ਵੀ ਆਲ ਨੋ ਇਟ ਇਜ਼ ਇੰਪੋਰਟੈਂਟ, ਬਟ ਦੈਨ ਮੈਨੂੰ ਇੱਦਾਂ ਲੱਗਦਾ ਰੈਗੂਲਰ ਲਾਈਫ ਜਾਂ ਡੇਲੀ ਰੂਟੀਨ ਦੇ ਬੰਦੇ, ਨੋਰਮਲ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਹ ਇੰਨੀ ਜਲਦੀ ਓਬਜ਼ਰਵ ਨਹੀਂ ਕਰ ਪਾਉਂਦੇ, ਹੈ ਨਾ। ਉਹ ਇੱਦਾਂ ਲੱਗਦਾ ਕਿ ਉਹ ਇੰਪੋਰਟੈਂਸ, ਵੀ ਨੋ ਦ ਇੰਪੋਰਟੈਂਸ, ਬਟ ਉਸ ਇੰਪੋਰਟੈਂਸ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਨਹੀਂ ਲੈ ਕੇ ਆ ਪਾ ਰਹੇ, ਹੈ ਨਾ। ਇਹ ਹੈਗੀ ਆ ਪ੍ਰੋਬਲਮ। ਇਟਸ ਮੇਨਲੀ ਬਿਕੋਜ਼ ਮਤਲਬ ਮੈਨੂੰ ਇਹ ਲੱਗਦਾ ਕਿ ਲੋਕਾਂ ਨੂੰ ਨੌਲੇਜ, ਬੇਸਿਕ ਨੌਲੇਜ ਨਹੀਂ ਹੈਗੀ। ਉਹਨਾਂ ਨੂੰ ਇਹ ਪਤਾ ਕਿ ਅਸੀਂ ਅੱਛੀ ਡਾਈਟ ਲੈਣੀ ਆ, ਬ੍ਰੇਕਫਾਸਟ, ਲੰਚ, ਡਿਨਰ ਪ੍ਰੋਪਰ 3 ਮੀਲਸ ਲੈਣੇ ਆ, ਅਤੇ ਹੋਮਮੇਡ ਹੋਏ ਜਾਂ ਕੋਈ ਹੈਲਦੀ ਸੈਲਡਸ ਵਗੈਰਾ, ਇੱਦਾਂ ਸਾਰੀ ਉਹਨਾਂ ਨੂੰ ਉੱਪਰ ਵਾਲੀ ਗੱਲ ਪਤਾ ਹੈ, ਬਟ ਉਹਨਾਂ ਨੂੰ ਬੇਸਿਕ ਅੰਡਰਸਟੈਂਡਿੰਗ ਨਹੀਂ ਹੈ ਕਿ ਅਸਲੀ 'ਚ ਨਿਊਟ੍ਰੀਸ਼ਨ ਅਤੇ ਅਸਲੀ 'ਚ ਇੱਕ
ਬੈਸਟ ਡਾਈਟ ਤੁਹਾਡੇ ਲਈ ਕੀ ਹੈ ਤੇ ਉਹ ਤੁਹਾਡੇ ਲਈ ਕਿੱਦਾਂ ਬੈਨੀਫੀਸ਼ੀਅਲ ਹੋ ਸਕਦੀ ਹੈ। Yeah. ਜੇ ਤੁਹਾਨੂੰ ਬੇਸਿਕਸ ਕਲੀਅਰ ਹੋਣਗੀਆਂ, ਤੁਹਾਨੂੰ ਇਹ ਪਤਾ ਹੋਏਗਾ ਕਿ ਬੇਸਿਕਲੀ ਉਹ ਤੁਹਾਡੀ ਬੋਡੀ ਨਾਲ ਕਿੰਨਾ ਜ਼ਿਆਦਾ ਬੈਨੀਫੀਸ਼ੀਅਲ ਹੈ, ਤਾਂ ਲੋਕੀ ਫੋਲੋ ਕਰਨਗੇ। ਐਨੋ ਮੈਨੂੰ ਲੱਗਦਾ ਯਾਰ ਉਹ ਇੱਕ ਤਰ੍ਹਾਂ ਉਹਨੂੰ ਕਈ ਬੰਦੇ ਸੋਚਦੇ ਆ ਕਿ ਯਾਰ 2 ਮਹੀਨੇ ਲਈ ਆਹ ਕਰ ਲਓ, ਮਹੀਨੇ ਲਈ ਆਹ ਕਰ ਲਓ। ਇਸ ਆਈ ਥਿੰਕ ਦੈਟਸ ਨਾਟ ਦ ਯੂ ਨੋ ਉਹੀ ਮਤਲਬ ਉਹ ਇੱਕ ਸਸਟੇਨੇਬਲ ਡਾਈਟ ਨਹੀਂ ਰਹਿੰਦੀ। ਸਸਟੇਨੇਬਲ ਮਤਲਬ ਤੁਸੀਂ ਲੌਂਗ ਟਰਮ ਉਹਨੂੰ ਫੋਲੋ ਨਹੀਂ ਕਰ ਸਕਦੇ। ਉਹ ਇਦਾਂ ਹੋਣਾ ਚਾਹੀਦਾ ਕਿ ਯਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਇਟਸ ਅ ਰੈਗੂਲਰ ਯੂ ਨੋ ਰੈਗੂਲਰ ਥਿੰਗ, ਤੁਸੀਂ ਇਟਸ ਅ ਰੈਗੂਲਰ ਪ੍ਰੈਕਟਿਸ। ਕਿ ਤੁਸੀਂ ਐਵਰੀ ਡੇ ਉਹੀ ਫੋਲੋ ਕਰ ਰਹੇ ਹੋ ਐਂਡ ਤੁਹਾਨੂੰ ਪਤਾ ਹੈ ਕਿ ਹਾਂ ਇਹ ਤੁਹਾਡੇ ਲਈ ਠੀਕ ਹੈ, ਤੁਹਾਡੀ ਇਹ ਡਾਈਟ ਤੁਹਾਡੇ ਲਈ ਬੈਸਟ ਹੈ ਐਂਡ ਈਜ਼ੀ ਵੀ ਆ ਤੁਹਾਡੇ ਲਈ ਕਰਨੀ, ਕਨਵੀਨੀਅੰਟ ਵੀ। ਅੱਜ ਕੱਲ੍ਹ ਪਤਾ ਸਾਨੂੰ ਅਸੀਂ ਕਿੰਨੇ ਬਿਜ਼ੀ ਹਾਂ, ਹੈ ਨਾ। ਕੰਮ ਸਾਰਾ ਦਿਨ ਹੁੰਦਾ ਹੈ, ਸਿਰਫ ਸੈਟਰਡੇ ਸੰਡੇ ਹੁੰਦਾ। ਸੈਟਰਡੇ ਸੰਡੇ ਅਸੀਂ ਸੋਚਦੇ ਹਾਂ ਕਿ ਚਲੋ ਇੰਡਲਜ ਕਰ ਲੈਂਦੇ ਹਾਂ, ਯੂ ਨੋ ਕਿਸੇ ਬਾਹਰ ਬੂਰ ਚਲੇ ਜਾਂਦੇ ਹਾਂ। ਬਟ ਇੱਕ ਇੱਦਾਂ ਦੀ ਡਾਈਟ ਆਪਣੇ ਲਈ ਰੱਖਣੀ ਜਿਹੜੀ ਬਹੁਤ ਕਨਵੀਨੀਅੰਟ ਹੈ, ਈਜ਼ੀ ਟੂ ਡੂ ਹੈ। ਜ਼ਿਆਦਾ ਅਸੀਂ ਯੂ ਨੋ ਡਿਫਿਕਲਟ ਡਾਈਟ ਫੋਲੋ ਅਸੀਂ ਨਹੀਂ ਕਰ ਪਾਉਂਦੇ, ਤੁਹਾਨੂੰ ਪਤਾ ਹੈ ਨਾ। ਪਰ ਯਾਰ ਅਸੀਂ ਤਾਂ ਦੇਖੀਦਾ ਉਹ ਅਸੀਂ ਸੋਚਦੇ ਹਾਂ ਯਾਰ ਤੁਸੀਂ ਗੂਗਲ ਕਰੋ ਜਾਂ ਤੁਸੀਂ ਕਿਸੇ ਹੋਰ ਸੋਸ਼ਲ ਮੀਡੀਆ ਤੇ ਜਾਓ, ਦੇ ਸੇ ਉਹ ਕਿ ਤੁਸੀਂ 10 ਦਿਨ ਲਈ ਆਹ ਕਰ ਲਓ, ਹੈ ਨਾ, ਤੁਸੀਂ ਦੈਨ ਇਹਨੂੰ ਫੋਲੋ ਕਰ ਲਓ, then you will achieve your goal. But I don't think so. Like you do it for 1 or 2 days and then you just you know slip it out of it, है ना। ਇਹ ਚੀਜ਼ ਹੁੰਦੀ ਆ। ਹਾਂ ਬਹੁਤ ਮਤਲਬ 10 ਡੇ ਵਾਲੀ ਡਾਈਟ ਇੱਕ ਹੁੰਦਾ 10 ਡੇ ਡੀਟੌਕਸ ਜਾਂ 10 ਡੇ ਕਲੈਂਸ, ਹੈ ਨਾ, ਉਹ ਸਾਰੀ ਹੁੰਦੀ ਹੈ ਬੈਨੀਫੀਸ਼ੀਅਲ। ਬਟ ਉਹ ਜਿੱਦਾਂ ਤੁਸੀਂ ਕਿਹਾ ਸ਼ਾਰਟ ਟਰਮ ਹੈ ਨਾ। ਤੁਸੀਂ 10 ਦਿਨ ਕਰ ਵੀ ਲਓਗੇ, ਠੀਕ ਹੈ, ਤੁਸੀਂ ਕੋਈ ਸ਼ੂਗਰ ਨਹੀਂ ਖਾ ਰਹੇ, ਤੁਸੀਂ ਕੋਈ ਮਿੱਠਾ ਕੋਈ ਬਾਹਰਲਾ ਫਰਾਈਡ ਨਹੀਂ ਖਾ ਰਹੇ। ਬਟ ਜਦੋਂ 10 ਦਿਨ ਖਤਮ ਹੋਏ ਤੁਸੀਂ ਫੇਰ ਖਾਣ ਲੱਗ ਜਾਓਗੇ, ਹੈ ਨਾ। ਯੂ ਵਿਲ ਸਟਾਰਟ ਈਟਿੰਗ ਇਟ ਐਂਡ ਦੈਨ ਤੁਸੀਂ ਫੇਰ ਉਹੀ weight ਤੇ ਆ ਜਾਓਗੇ। ਸੋ ਉਹੀ ਗੱਲ, ਉਹ ਸਸਟੇਨੇਬਲ ਨਹੀਂ ਹੈ। ਬਟ ਆਈ ਥਿੰਕ ਦੇਰ ਇਜ਼ ਸੋ ਮੈਨੀ ਡਿਫਰੈਂਟ ਟਾਈਪਸ ਆਫ ਡਾਈਟ, ਹੈ ਨਾ। ਆਪਾਂ ਦੇਖਦੇ ਹਾਂ ਯਾਰ ਦੇਰ ਇਜ਼ ਕੀਟੋਜੈਨਿਕ, ਦੈਨ ਇੰਟਰਮਿਟੈਂਟ, ਦੈਨ ਦੇਰ ਇਜ਼ ਪਲਾਂਟ। ਯਾਰ ਹਰ ਰੋਜ਼ ਨਵੀਂ ਚੀਜ਼ ਆ ਰਹੀ ਹੈ। ਹਾਂ, ਲੋਟ ਆਫ ਨੰਬਰ ਆਫ ਡਾਈਟਸ, ਹੈ ਨਾ। ਪਰ ਆਪਾਂ ਕੀ ਲੱਗਦਾ, ਤੁਹਾਨੂੰ ਕੀ ਲੱਗਦਾ ਕਿ ਯਾਰ ਕਿਹੜੀ ਡਾਈਟ ਨੂੰ ਕਿੱਦਾਂ, ਜਾਂ ਮੈਨੂੰ ਨਹੀਂ ਪਤਾ ਹੁਣ ਕਿੰਨੇ ਕੁ ਬੈਨੀਫੀਸ਼ੀਅਲ ਹੈ। ਡੂ ਯੂ ਥਿੰਕ ਇਟਸ ਬੈਨੀਫੀਸ਼ੀਅਲ? ਸੋ ਬਹੁਤ ਤਰੀਕੇ ਦੀ ਡਾਈਟਸ ਨੇ, ਹੈ ਨਾ। ਸੀ ਕੀਟੋਜੈਨਿਕ ਡਾਈਟ ਜਿਹੜੀ ਤੁਸੀਂ ਮੈਂਸ਼ਨ ਕੀਤੀ ਹੈ ਬਹੁਤ ਜ਼ਿਆਦਾ ਫੇਮਸ ਹੈ। ਇੰਟਰਮਿਟੈਂਟ ਡਾਈਟ, ਹੁਣ ਇੰਟਰਮਿਟੈਂਟ ਫਾਸਟਿੰਗ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਬਹੁਤ ਫੇਮਸ ਹੈ। ਇਹ ਸਾਰੀਆਂ ਡਾਈਟਸ ਸਾਇੰਸ ਪ੍ਰੂਵਨ ਨੇ, ਸਾਇੰਸ ਬੇਸਡ ਫੈਕਟਸ ਤੋਂ ਪ੍ਰੂਵਨ ਨੇ ਕਿ ਇਹ ਬੈਸਟ ਡਾਈਟਸ ਮਤਲਬ ਮੰਨੀਆਂ ਜਾਂਦੀਆਂ ਨੇ, ਹੈ ਨਾ। ਇਫ ਯੋਰ ਗੋਲ ਇਜ਼ ਟੂ ਲੂਜ਼ ਵੇਟ ਔਰ ਇਫ ਯੋਰ ਗੋਲ ਇਜ਼ ਟੂ ਹੈਵ ਯੂ ਨੋ ਸ਼ੈਡ ਅ ਫਿਊ ਪਾਊਂਡਸ, ਇੰਟਰਮਿਟੈਂਟ ਇਜ਼ ਦ ਬੈਸਟ ਵੇ ਟੂ ਡੂ ਇਟ। ਸੋ ਇਟ ਇਜ਼ ਬੈਨੀਫੀਸ਼ੀਅਲ? ਇਟ ਇਜ਼ ਬੈਨੀਫੀਸ਼ੀਅਲ। ਓਕੇ। ਅਗੇਨ ਇਹ ਸਸਟੇਨੇਬਲ ਨਹੀਂ ਹੈ, ਤੁਸੀਂ ਆਲ ਥਰੂ ਯੋਰ ਲਾਈਫ ਨਹੀਂ ਕਰ ਸਕਦੇ ਇੰਟਰਮਿਟੈਂਟ। ਔਰ ਜੇ ਬੰਦਾ ਹੁਣ ਰਾਤ ਨੂੰ ਪਾਰਟੀ ਤੇ ਜਾ ਰਿਹਾ, ਬੰਦਾ 6 ਵਜੇ ਖਾ ਕੇ ਨਹੀਂ ਜਾ ਸਕਦਾ, ਰਾਈਟ। ਇੰਟਰਮਿਟੈਂਟ ਇਜ਼ ਬੇਸਿਕਲੀ ਤੁਸੀਂ ਬਹੁਤ ਨੰਬਰ ਆਫ ਆਵਰਸ ਲਈ ਫਾਸਟ ਕਰ ਰਹੇ ਹੋ, ਹੈ ਨਾ। ਸਾਨੂੰ ਪਤਾ ਇੰਟਰਮਿਟੈਂਟ ਬ੍ਰੌਡਲੀ ਆਈਡੀਆ ਇਹੀ ਹੈ ਕਿ ਤੁਸੀਂ ਆਪਣੀ ਇੱਕ ਈਟਿੰਗ ਵਿੰਡੋ ਰੱਖ ਲੈਂਦੇ ਹੋ ਕਿ ਜਿੱਦਾਂ ਤੁਸੀਂ ਉੱਠੇ ਹੋ 9 ਵਜੇ, ਹੈ ਨਾ। ਯੂ ਸਟਾਰਟ ਯੋਰ ਈਟਿੰਗ ਡਾਈਟ ਪੀਰੀਅਡ ਫਰੋਮ 9 AM ਤੇ ਤੁਸੀਂ 8 ਆਵਰਸ ਖਾਂਦੇ ਹੋ। ਸੋ ਫॉर ਐਗਜ਼ਾਮਪਲ 9 to 5 ਜਾਂ ਫਿਰ ਤੁਸੀਂ 10 to 6 ਇੱਦਾਂ ਕਰ ਸਕਦੇ ਹੋ, ਠੀਕ ਹੈ। 8 ਆਵਰ ਵਿੰਡੋ ਰੱਖੀ ਕਿ ਤੁਸੀਂ ਖਾ ਰਹੇ ਹੋ ਐਂਡ ਯੂ ਕੈਨ ਈਟ ਐਨੀਥਿੰਗ। ਦੈਟਸ ਦ ਬੈਸਟ ਪਾਰਟ ਅਬਾਊਟ ਦਿਸ ਡਾਈਟ। ਕੁਝ ਵੀ ਖਾਈ ਸਕਦੇ ਹੋ, ਕੋਈ ਮਿੱਠੇ ਦੀ ਇਦਾਂ ਨਹੀਂ ਹੈ, ਫਰਾਈਡ ਨਹੀਂ, ਕੁਝ ਵੀ ਖਾ ਸਕਦੇ ਹੋ। ਪਰ ਫਿਰ ਤੁਸੀਂ ਉਸ 8 ਆਵਰਸ ਤੋਂ ਬਾਅਦ ਯੂ ਕੈਨ ਨਾਟ ਈਟ ਐਨੀਥਿੰਗ। ਤੁਸੀਂ ਸਿਰਫ ਪਾਣੀ ਪੀ ਸਕਦੇ ਹੋ। ਤੁਸੀਂ 16 ਘੰਟੇ ਫਿਰ ਕੁਝ ਨਹੀਂ ਖਾਣਾ, ਠੀਕ ਹੈ। ਨਾਟ ਇਵਨ ਅ ਲਿਟਲ ਬਿਸਕਿਟ, ਕੋਈ ਬਦਾਮ ਕਾਜੂ, ਕੁਝ ਨਹੀਂ ਖਾ ਸਕਦੇ ਤੁਸੀਂ। ਸਹੀ ਹੈ। ਹਾਂ, ਸੋ ਦ ਮੇਨ ਆਈਡੀਆ ਅਬਾਊਟ ਦੈਟ ਡਾਈਟ ਇਜ਼ ਕਿ 16 ਘੰਟੇ ਤੁਹਾਡਾ ਫਾਸਟ ਚੱਲ ਰਿਹਾ ਹੈ। ਸੋ ਜੋ ਵੀ ਕੁਝ ਤੁਸੀਂ ਆਪਣਾ 8 ਆਵਰ ਵਿੰਡੋ 'ਚ ਖਾਧਾ ਹੈ ਨਾ, ਉਹ ਬੋਡੀ ਤੁਹਾਡੀ ਐਨਰਜੀ ਲਈ ਸਪੈਂਡ ਕਰ ਰਹੀ ਹੈ, ਉਹਨੂੰ ਯੂਜ਼ ਕਰ ਰਹੀ ਹੈ। ਸੋ ਉੱਦਾਂ ਫੈਟ ਲਾਸ ਹੁੰਦਾ ਜਾਂਦਾ ਹੈ। ਬਟ ਦ ਵਿੰਡੋ ਕੋਈ ਵੀ ਹੋਵੇ, ਨੋ ਇਸ਼ੂ। ਭਾਵੇਂ ਸਵੇਰ ਦੇ 6 ਤੋਂ ਦੁਪਹਿਰ ਦੇ 4 ਵਜੇ ਤੱਕ ਵਿੰਡੋ ਕੋਈ ਵੀ ਹੋਵੇ, ਵਿੰਡੋ ਕੋਈ ਵੀ ਹੋਵੇ, ਬਟ 8 ਆਵਰਸ। ਹੁਣ ਜਿਵੇਂ ਮੈਂ ਆਪਣਾ ਐਗਜ਼ਾਮਪਲ ਲੈ ਕੇ ਚੱਲਾਂ, ਆਈ ਸਲੀਪ ਵੈਰੀ ਲੇਟ ਇਨ ਦ ਨਾਈਟ, ਹੈ ਨਾ। ਮੈਨੂੰ ਕਈ ਵਾਰੀ ਰਾਤ ਨੂੰ ਭੁੱਖ ਲੱਗ ਜਾਂਦੀ ਹੈ। ਸੋ ਆਈ ਸਲੀਪ ਐਟ ਲਾਈਕ ਸਮਟਾਈਮਸ 2-3 AM, ਹੈ ਨਾ। ਤੇ ਮੈਂ ਉੱਠਦੀ ਵੀ ਫਿਰ ਲੇਟ ਹਾਂ, ਹੈ ਨਾ। ਸੋ ਮੈਂ ਆਪਣਾ ਵਿੰਡੋ ਰੱਖ ਲੈਂਦੀ ਹਾਂ। ਜਿਵੇਂ ਹੁਣ ਮੈਂ ਸਪੋਜ਼ 11 ਵਜੇ ਉੱਠੀ ਹਾਂ ਤੇ ਮੈਂ ਆਪਣੀ ਵਿੰਡੋ ਰੱਖੂੰਗੀ 12 to 8 ਕਿ 12 ਵਜੇ ਦਿਨ ਦੇ ਖਾਣਾ ਸ਼ੁਰੂ ਕੀਤਾ, ਰਾਤ ਦੇ 8 ਵਜੇ ਤੱਕ, ਇੱਦਾਂ। ਵੈਸੇ 12 ਤੋਂ 8 ਦਾ ਵਿੰਡੋ ਸੀਗੀ, ਹੁਣ 8 ਵਜੇ ਖਤਮ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਕੁਝ ਵੀ ਪੀ ਸਕਦੇ ਆਪਾਂ? ਸਿਰਫ ਪਾਣੀ। ਹਾਂ, ਕੁਝ ਤੁਸੀਂ ਉਹ ਚੀਜ਼ ਨਹੀਂ ਇਨਟੇਕ ਕਰ ਸਕਦੇ ਜਿਹਦੇ 'ਚ ਕੈਲੋਰੀ ਹੈ। ਸੋ ਜੇ ਤੁਸੀਂ 0 ਕੈਲੋਰੀ ਡਰਿੰਕ ਲੈਣੀ ਹੈ, ਉਹ ਲੈ ਸਕਦੇ ਹੋ। ਗੈਟੋਰੇਡ ਵਗੈਰਾ ਹੁੰਦਾ, ਹੈ ਨਾ, ਜਾਂ ਵਾਈਟਾਮਿਨ ਵਾਟਰ ਹੁੰਦਾ, ਉਹ 0 ਕੈਲੋਰੀ। ਜਾਂ ਡਾਈਟ ਕੋਕ ਲੈ ਲਈ, ਉਹਦੇ 'ਚ ਵੀ 0 ਕੈਲੋਰੀਜ਼ ਹੁੰਦੀਆਂ। ਬਟ ਦੈਨ ਅਗੇਨ ਉਹ ਗੱਲ ਆ ਜਾਂਦੀ ਕਿ ਡਾਈਟ ਕੋਕ ਹੈਲਦੀ ਨਹੀਂ ਹੈ ਨਾ। ਤੁਸੀਂ ਅਨਹੈਲਦੀ ਚੀਜ਼ ਕਿਉਂ ਖਾਣੀ ਹੈ? ਉਹ ਐਕਚੁਅਲੀ ਟਰੂ ਹੈ ਉਹ ਚੀਜ਼? ਯੈਸ, ਇਟ ਇਜ਼ ਟਰੂ। ਸੋ ਉਹ ਮੈਂ ਵੀ ਪੜ੍ਹਦਾ ਪਿਆ ਸੀ ਕਿ ਉਹ ਕਹਿੰਦੇ ਯਾਰ ਡਾਈਟ ਕੋਕ ਦੇ ਵਿੱਚ ਇਟ ਹੈਜ਼ ਮੋਰ ਸ਼ੂਗਰ ਦੈਨ ਦ ਰੈਗੂਲਰ ਕੋਕ। ਇਜ਼ ਇਟ ਟਰੂ? ਸੋ ਡਾਈਟ ਕੋਕ ਤੇ ਰੈਗੂਲਰ ਕੋਕ 'ਚ ਕੀ ਫਰਕ ਹੈ ਬ੍ਰੌਡਲੀ? ਡਾਈਟ ਕੋਕ ਦੇ ਵਿੱਚ 0 ਕੈਲੋਰੀਜ਼ ਨੇ, ਠੀਕ ਹੈ। ਰੈਗੂਲਰ ਕੋਕ 'ਚ ਬਹੁਤ ਸਾਰੀਆਂ ਕੈਲੋਰੀਜ਼ ਨੇ। ਇੱਕ ਕੈਨ 'ਚ 300 and 350 ਕੈਲੋਰੀਜ਼ ਹੁੰਦੀਆਂ ਨੇ। ਓਕੇ,
ਸ਼ੂਗਰ ਕੰਟੈਂਟ ਦੀ ਜਦੋਂ ਗੱਲ ਆਉਂਦੀ ਹੈ, ਰੈਗੂਲਰ ਕੋਕ 'ਚ ਆਫ ਕੋਰਸ ਬਹੁਤ ਸਾਰੀ ਸ਼ੂਗਰ ਹੈ, ਸ਼ੂਗਰ ਦੇ ਨਾਲ ਹੀ ਕੈਲੋਰੀਜ਼ ਅਟੈਚ ਨੇ। ਪਰ ਜਦੋਂ ਡਾਈਟ ਕੋਕ ਹੈ ਨਾ, ਡਾਈਟ ਕੋਕ ਦੇ ਵਿੱਚ ਆਰਟੀਫਿਸ਼ੀਅਲ ਸ਼ੂਗਰ ਹੈ, ਠੀਕ ਹੈ। ਆਰਟੀਫਿਸ਼ੀਅਲ ਸ਼ੂਗਰ ਬਹੁਤ ਘੱਟ ਅਮਾਊਂਟ 'ਚ ਹੈ, ਇਟਸ ਵੈਰੀ ਲੈਸ, ਬਟ ਜਿੰਨੀ ਕੁ ਵੀ ਹੈਗੀ ਹੈ ਛੋਟਾ ਜਿਹਾ ਅਮਾਊਂਟ, ਉਹ ਬਹੁਤ ਜ਼ਿਆਦਾ ਅਨਹੈਲਦੀ ਹੈ, ਠੀਕ ਹੈ। ਇੱਕ ਆਰਟੀਫਿਸ਼ੀਅਲ ਚੀਜ਼, ਇੱਕ ਨੈਚੁਰਲ ਚੀਜ਼, ਹੈ ਨਾ, ਉਹਦੇ 'ਚ ਬਹੁਤ ਫਰਕ ਹੁੰਦਾ ਹੈ। ਰੈਗੂਲਰ ਕੋਕ 'ਚ ਨੈਚੁਰਲ ਸ਼ੂਗਰ ਹੈ, ਠੀਕ ਹੈ, ਬਟ ਆਰਟੀਫਿਸ਼ੀਅਲ ਕੋਕ 'ਚ ਇੱਕ ਆਰਟੀਫਿਸ਼ੀਅਲ ਸ਼ੂਗਰ ਹੈ, ਬਹੁਤ ਘੱਟ ਕੁਆਂਟੀਟੀ 'ਚ ਹੈ, ਬਟ ਅਨਹੈਲਦੀ ਬਹੁਤ ਹੈ। ਮੈਨੂੰ ਲੱਗਦਾ ਸਾਰੀ ਫਿਜ਼ੀ ਡਰਿੰਕਸ ਇੰਨਾ ਬੈਨੀਫਿਟ ਤਾਂ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ। ਬੈਨੀਫਿਟ ਤਾਂ ਕੋਈ ਨਹੀਂ ਹੈਗਾ, ਰਾਈਟ। ਕੁਝ ਤੁਸੀਂ ਪੀ ਨਹੀਂ ਸਕਦੇ, ਕੁਝ ਤੁਸੀਂ ਖਾ ਨਹੀਂ ਸਕਦੇ, ਬਟ ਕਿੰਨਾ ਕੁ ਮਤਲਬ ਤੁਹਾਨੂੰ ਕਿੰਨਾ ਲੱਗਦਾ ਕਿ ਕਿੰਨੇ ਕੁ ਬੰਦੇ ਸਕਸੈਸਫੁਲ ਹੁੰਦੇ ਹੋਗੇ ਇਹਨਾਂ ਚੀਜ਼ਾਂ ਨੂੰ, ਲਾਈਕ ਇੰਟਰਮਿਟੈਂਟ ਫਾਸਟਿੰਗ ਨੂੰ ਲੈ ਕੇ ਕਿੰਨੇ ਕੁ ਲੋਕ ਐਕਚੁਅਲੀ ਸਕਸੈਸਫੁਲ ਹੁੰਦੇ ਹੋਣੇ, ਕਿ ਕਿੰਨੇ ਕੁ ਬੰਦੇ ਨੂੰ ਫੋਲੋ, ਕਿੰਨੀ ਕੁ ਦੇਰ ਲਈ ਬੰਦਾ ਕਰ ਸਕਦਾ? ਇਹ ਮੈਨੂੰ ਇਦਾਂ ਲੱਗਦਾ ਯਾਰ ਕਿ ਤੁਸੀਂ ਯੂ ਸਟਾਰਟ ਗੁੱਡ ਐਂਡ ਇਹਦੇ ਰਿਜ਼ਲਟਸ ਕਦੋਂ ਕੁ ਮਿਲ ਜਾਂਦੇ ਆ? ਸੋ ਵੀ ਵਰ ਟਾਕਿੰਗ ਅਬਾਊਟ ਇੰਟਰਮਿਟੈਂਟ ਦੇ ਰਿਜ਼ਲਟ ਆਰਾਮ ਨਾਲ ਆਫਟਰ ਅ ਵੀਕ ਹੋ ਜਾਂਦੇ ਸ਼ੁਰੂ, ਇਫ ਯੂ ਡੂਇੰਗ ਇਟ ਪ੍ਰੋਪਰਲੀ ਐਂਡ ਤੁਸੀਂ ਬਿਲਕੁਲ ਚੀਟ ਨਹੀਂ ਕਰ ਰਹੇ ਹੋ ਵਿੱਚ, ਹੈ ਨਾ। ਹਫਤੇ 'ਚ ਤੁਹਾਡਾ ਸ਼ੈਡ ਹੋਣਾ, weight loss ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਬੋਡੀ ਬਹੁਤ ਜਲਦੀ ਰਿਐਕਟ ਕਰਦੀ ਹੈ। ਤੁਸੀਂ ਆਪਣੀ ਬੋਡੀ ਨੂੰ ਕੁਝ ਚੇਂਜ ਕੀਤਾ ਡਾਈਟ ਦੇ ਅਕੋਰਡਿੰਗ, ਤਾਂ ਕਾਫੀ ਜਲਦੀ ਰਿਐਕਸ਼ਨ ਹੁੰਦਾ ਹੈ। ਸੋ ਇੰਟਰਮਿਟੈਂਟ ਦਾ ਇਹ ਹੈ ਕਿ ਤੁਸੀਂ ਆਫ ਕੋਰਸ ਜ਼ਿਆਦਾ ਦੇਰ ਤੱਕ ਨਹੀਂ ਫੋਲੋ ਕਰ ਸਕਦੇ। ਹੁਣ ਜਿਵੇਂ ਹਰ ਇੱਕ ਦੇ ਗੋਲਸ ਹੁੰਦੇ ਆ, ਰਾਈਟ, ਕਿ ਮੈਂ 5-6 kgs ਲੂਜ਼ ਕਰਨਾ ਹੈ। ਸੋ ਮੇਨਲੀ ਦੀਜ਼ ਡਾਈਟਸ ਆਰ ਜਸਟ ਟੂ ਫੁਲਫਿਲ ਯੋਰ ਗੋਲ, ਹੈ ਨਾ। ਤੁਸੀਂ ਆਪਣਾ ਉਹਨਾਂ weight loss ਕਰ ਲਿਆ and that's it, you stop. And can you maintain after that? Again, this is up to you, right? You have to really, ਆਪਣੇ ਆਪ ਨੂੰ ਪੁਸ਼ ਕਰਨਾ ਪੈਂਦਾ ਕਿ ਹਾਂ ਹੁਣ ਮੈਂ ਇੰਨੇ ਪਾਊਂਡਸ ਜਾਂ ਇੰਨੇ weight lose ਕਰ ਲਿਆ, ਇੰਨੇ kgs, and I have to maintain it. ਸੋ ਆਈਦਰ ਤੁਸੀਂ ਫਿਰ ਇੰਟਰਮਿਟੈਂਟ ਕੰਟੀਨਿਊ ਕਰੋ ਜਾਂ ਫਿਰ ਤੁਸੀਂ ਆਪਣੀ ਈਟਿੰਗ ਹੈਬਿਟਸ ਚੇਂਜ ਕਰੋ। ਪਰ ਜਦੋਂ ਮੈਂ ਬਹੁਤ ਲੋਕਾਂ ਦਾ ਮਤਲਬ ਮੇਰੇ ਕਾਫੀ ਸਾਰੇ ਕਲਾਇੰਟਸ ਵੀ ਇੱਦਾਂ ਹੁੰਦੇ ਆ, ਉਹਨਾਂ ਨੇ ਇਹ ਦੱਸਿਆ ਮੈਨੂੰ ਕਿ ਜਦੋਂ ਇੰਟਰਮਿਟੈਂਟ ਕਰ ਲੈਂਦੇ ਆ, ਹੈ ਨਾ, weight loss ਹੋ ਜਾਂਦਾ ਹੈ, ਮੋਟੀਵੇਟ ਹੋ ਜਾਂਦੇ ਲੋਕੀ, ਹੈ ਨਾ, ਕਿ ਆਈ ਡਿਡ ਦੈਟ ਮਾਈਲਸਟੋਨ, ਹੈ ਨਾ, ਮੈਂ ਕਵਰ ਕਰ ਲਿਆ ਕੁਝ। ਸੋ ਉਹਨਾਂ ਨੂੰ ਇੱਕ ਪੋਜ਼ਿਟਿਵ ਮੋਟੀਵੇਸ਼ਨ ਮਿਲਦੀ ਹੈ ਕਿ ਆਈ ਕੈਨ ਕੰਟੀਨਿਊ ਦਿਸ। ਬਟ ਯਾਰ ਉੱਥੇ ਮੇਰੇ ਵਰਗੇ ਬੰਦੇ ਵੀ ਹੁੰਦੇ ਨੇ, ਜਦੋਂ ਇੱਕ ਗੋਲ ਹਿੱਟ ਕਰ ਲਿਆ, ਨਾਓ ਇਟਸ ਲਾਈਕ ਓਕੇ ਠੀਕ ਹੈ ਯਾਰ, ਦੈਨ ਵੀ ਗੈਟ ਸੋ ਰਿਲੈਕਸਡ and then we go back to our again whatever eating habits we have before that, right? So what is a ketogenic? So ਉਹਦੇ 'ਚ ਕਿੰਨਾ ਕੁ difference ਹੈ? ਕੀਟੋ ਇਜ਼ ਆਲਸੋ ਵੈਰੀ ਵੈਰੀ ਬੈਨੀਫਿਸ਼ੀਅਲ। ਕੀਟੋ ਜੋ ਤੁਸੀਂ ਕੀਟੋ ਡਾਈਟ ਕੀ ਹੁੰਦੀ ਹੈ ਬੇਸਿਕਲੀ, ਮੈਂ ਉਹ ਥੋੜਾ ਐਕਸਪਲੇਨ ਕਰ ਦਿੰਦੀ ਹਾਂ। ਕੀਟੋ ਡਾਈਟ ਇਜ਼ ਜਿਹਦੇ 'ਚ ਤੁਸੀਂ ਸਿਰਫ ਤੇ ਸਿਰਫ ਫੈਟ ਖਾ ਰਹੇ ਹੋ, ਓਕੇ। ਯੂ ਆਰ ਜਸਟ ਈਟਿੰਗ ਫੈਟ ਵਿਚ ਇਜ਼ ਘਿਓ ਖਾ ਰਹੇ ਹੋ, ਬਟਰ ਐਂਡ ਪਨੀਰ, all the healthy fats you're eating, ਠੀਕ ਹੈ। ਚੀਜ਼ ਖਾ ਸਕਦੇ ਹੋ। ਕਈ ਲੋਕੀ ਹੁੰਦੇ ਆ ਸਿਰਫ ਸ਼ਾਹੀ ਪਨੀਰ ਪੂਰਾ ਬਟਰ ਪਾ ਕੇ ਜਾਂ ਫਿਰ ਬਟਰ ਚਿਕਨ ਸਿਰਫ ਉਹੀ ਖਾਂਦੇ ਆ, ਤੇ ਉਹ ਕਹਿ ਰਹੇ ਕਿ ਉਹ ਹੈਲਦੀ ਹੈ। ਇਟ ਇਜ਼ ਹੈਲਦੀ, ਹਾਂ, ਇਟ ਇਜ਼ ਬੈਨੀਫੀਸ਼ੀਅਲ। ਮੈਂ ਇਹ ਨਹੀਂ ਕਹੂੰਗੀ ਕਿ ਬਹੁਤ ਜ਼ਿਆਦਾ ਹੈਲਦੀ ਹੈ, ਓਕੇ। ਇਟ ਇਜ਼ ਪੁਟਿੰਗ ਯੂਰ ਬੋਡੀ ਥਰੂ ਅ ਲਿਟਲ ਬਿਟ ਆਫ ਟਫ ਟਾਈਮ ਆਲਸੋ, ਬਟ ਇਹ ਬੈਨੀਫਿਸ਼ੀਅਲ ਹੈ ਫॉर weight loss, ਜਸਟ ਫॉर weight loss, ਠੀਕ ਹੈ। ਕਿਉਂਕਿ ਤੁਸੀਂ ਫੈਟ ਖਾ ਰਹੇ ਹੋ, ਬੋਡੀ ਕੀ ਕਰਦੀ ਹੈ, ਤੁਸੀਂ ਕੁਝ ਹੋਰ ਨਹੀਂ ਖਾ ਰਹੇ, ਕਾਰਬੋਹਾਈਡਰੇਟਸ ਨਹੀਂ ਖਾ ਰਹੇ। ਸੋ ਕਾਰਬੋਹਾਈਡਰੇਟਸ ਦਾ ਮਤਲਬ ਤੁਸੀਂ ਰੋਟੀ ਤੇ ਚਾਵਲ ਨਹੀਂ ਖਾ ਰਹੇ, ਠੀਕ ਹੈ। ਮਿੱਠਾ ਨਹੀਂ ਤੁਸੀਂ ਖਾ ਸਕਦੇ, ਓਕੇ, ਠੀਕ ਹੈ। ਸਿਰਫ ਤੁਸੀਂ ਫੈਟੀ ਚੀਜ਼ਾਂ ਖਾਣੀਆਂ ਨੇ, ਹੋਰ ਕੁਝ ਨਹੀਂ ਖਾਣਾ। ਪ੍ਰੋਟੀਨ ਤੇ ਫੈਟ, ਓਕੇ। ਸੋ ਪਨੀਰ, ਚਿਕਨ, ਫਿਸ਼, ਬਟ ਓਨਲੀ ਐਂਡ ਓਨਲੀ ਮੇਡ ਇਨ ਫੈਟ। ਤੇ ਇਹਦੀ ਕੋਈ ਟਾਈਮਿੰਗ ਦਾ ਨਹੀਂ, ਇਹਦੀ ਟਾਈਮਿੰਗ ਦਾ ਕੁਝ ਨਹੀਂ, ਕੋਈ ਫਰਕ ਨਹੀਂ ਹੈ। ਬਟ ਇਹ ਹੈ ਕਿ ਤੁਸੀਂ ਕਾਰਬਸ ਤੁਸੀਂ ਬਿਲਕੁਲ ਨਹੀਂ ਖਾ ਸਕਦੇ। ਰੋਟੀ ਤੇ ਚਾਵਲ ਬੰਦ ਹੋ ਜਾਂਦੇ ਆ ਤੁਹਾਡੇ ਇਸ ਡਾਈਟ 'ਚ। ਤੇ ਬੋਡੀ ਕੀ ਕਰਦੀ ਹੈ ਕਿ ਜਦੋਂ ਅਸੀਂ ਰੋਟੀ ਤੇ ਚਾਵਲ ਖਾਂਦੇ ਹਾਂ, ਸਾਡੀ ਬੋਡੀ ਨਾ ਫੈਟ ਨੂੰ ਪਰਾਂ ਰੱਖ ਦਿੰਦੀ ਹੈ ਤੇ ਸਿਰਫ એનર્ਜੀ ਲਈ ਕਾਰਬੋਹਾਈਡਰੇਟਸ ਯੂਜ਼ ਕਰਦੀ ਹੈ। ਪਰ ਜਦੋਂ ਅਸੀਂ ਕਾਰਬੋਹਾਈਡਰੇਟਸ ਨਹੀਂ ਦੇ ਰਹੇ ਆਪਣੀ ਬੋਡੀ ਨੂੰ, ਠੀਕ ਹੈ, ਸਾਡੀ ਬੋਡੀ ਫੈਟ ਹੀ ਯੂਜ਼ ਕਰਨ ਲੱਗ ਜਾਂਦੀ ਹੈ ਟੂ ਸਪੈਂਡ ਇਟ, ਤੇ ਉਹ ਫੈਟ ਹੀ ਬਰਨ ਹੁੰਦਾ ਰਹਿੰਦਾ। ਇਹ ਕਰਦੀ ਹੈ ਤਾਂ ਬੋਡੀ, ਹੈ ਨਾ। ਤੁਸੀਂ ਫੈਟ ਹੀ ਖਾ ਰਹੇ ਹੋ, ਸਿਰਫ ਤੇ ਸਿਰਫ ਫੈਟ, ਬੋਡੀ ਨੂੰ ਸਿਰਫ ਫੈਟ ਮਿਲ ਰਿਹਾ ਤੇ ਬੋਡੀ ਫੈਟ ਹੀ ਬਰਨ ਕਰ ਰਹੀ ਹੈ। ਤਾਂ ਕਰਕੇ ਲੋਕੀ ਬਹੁਤ ਜਲਦੀ weight lose ਕਰਨ ਲੱਗ ਜਾਂਦੇ ਆ ਕੀਟੋ ਡਾਈਟ 'ਚ। ਬਟ ਹੁਣ ਸਾਡੇ ਵਰਗੇ ਜਿਹੜੇ ਪੰਜਾਬੀ ਆ, ਉਹਨਾਂ ਨੇ ਭਾਵੇਂ ਸ਼ਾਹੀ ਪਨੀਰ ਖਾ ਰਹੇ, ਭਾਵੇਂ ਬਟਰ ਚਿਕਨ ਖਾ ਰਹੇ, ਉਹਦੇ ਨਾਲ ਜਦ ਤੱਕ ਬਟਰ ਨਾਨ ਨਹੀਂ ਹੁੰਦਾ ਨਾ, ਸਾਨੂੰ ਉਹ ਫੀਲਿੰਗ ਨਹੀਂ ਆ ਰਹੀ ਕਿ ਅਸੀਂ ਖਾ ਰਹੇ ਹਾਂ, ਰਾਈਟ। ਸੋ ਆਈ ਥਿੰਕ that will be difficult as well, no? ਆਪਣੀ ਉਹ ਹੀ ਹੈ, ਸਾਰੀਆਂ ਡਾਈਟਸ ਐਕਚੁਅਲੀ ਬਹੁਤ ਡਿਫਿਕਲਟ ਨੇ। ਕੁਝ ਨਾ ਕੁਝ ਤੁਹਾਨੂੰ ਇਗਨੋਰ ਕਰਨਾ ਪੈਂਦਾ ਹੈ ਜਾਂ ਕਿਤੇ ਨਾ ਕਿਤੇ ਤੁਹਾਨੂੰ ਇੱਕ ਸੈਕਰੀਫਾਈਸ ਕਰਨਾ ਪੈਂਦਾ ਹੈ। ਬਟ ਦੈਨ what is plant based? Plant based, so I am not a very big supporter of plant based diet. बहुत ज़्यादा डिस्कशंस ने इस चीज़ पे। Plant based करनी एक्चुअली
ਜੇ ਅਸੀਂ ਹਨਾ ਤੁਸੀਂ ਨਾਨ ਵੈਜ ਖਾਂਦੇ ਹੋ Yeah, ਰਾਈਟ yeah. ਯਾ ਸੋ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਹੈ ਪਲਾਂਟ ਬੇਸਡ ਡਾਈਟ ਫੋਲੋ ਕਰਨੀ ਇਟਸ ਵੈਰੀ ਵੈਰੀ ਹੈਲਦੀ ਬਟ ਅਸੀਂ ਸ਼ੁਰੂ ਤੋਂ ਨਾਨ ਵੈਜ ਖਾਂਦੇ ਆ ਰਹੇ ਹਾਂ ਹਨਾ ਐਂਡ Yeah. ਸਾਡੀ ਬਾਡੀ ਉੱਦਾਂ ਬਣ ਚੁੱਕੀ ਹੈ ਕਿ ਵੀ ਨੀਡ ਪ੍ਰੋਟੀਨ ਵੀ ਨੀਡ ਐਨੀਮਲ ਪ੍ਰੋਟੀਨ ਔਰ ਯੂ نو ਚਿਕਨ ਔਰ ਵਟਐਵਰ Yeah. ਫਿਸ਼ ਐਂਡ ਆਲ ਤੇ ਪਲਾਂਟ ਬੇਸਡ ਡਾਈਟ ਇਜ਼ ਵੈਰੀ ਗੁੱਡ ਬਟ ਉਹਦੇ 'ਚ ਐਕਸਟਰਾ ਕੇਅਰ ਰੱਖਣੀ ਪੈਂਦੀ ਕਿ ਤੁਸੀਂ ਯੂ نو ਪ੍ਰੋਟੀਨ ਕਿੱਥੋਂ ਲੈ ਰਹੇ ਹੋ ਤੁਸੀਂ ਫਿਰ ਦਾਲ ਬਹੁਤ ਖਾਂਦੇ ਹੋ ਹਨਾ ਰਾਜਮਾ ਟਾਈਪ ਉਹਦੇ 'ਚ ਬਹੁਤ ਪ੍ਰੋਟੀਨ ਹੁੰਦੀ ਹੈ ਕੀਨੂਆ ਖਾ ਲੈਂਦੇ ਹੋ ਓਟਸ ਵਗੈਰਾ ਇੱਦਾਂ ਸੋ ਪਲਾਂਟ ਬੇਸਡ ਡਾਈਟ ਇਜ਼ ਗੁੱਡ Okay. ਜੇ ਤੁਸੀਂ ਇਫ ਯੂ ਆਰ ਅ ਵੈਜੀਟੇਰੀਅਨ ਦੈਨ ਯੂ ਗੋ ਫॉर ਅ ਲੋਟ ਆਫ ਪਨੀਰ ਐਂਡ Yeah. ਚੀਜ਼ ਮੈਨੂੰ ਲੱਗਦਾ ਸਾਡੇ ਕੋਲ ਕੋਈ ਮੈਨੂੰ ਕੋਈ ਹੋਰ ਆਪਸ਼ਨ ਨਹੀਂ ਦਿਖਣਾ ਜਦੋਂ ਕੋਈ ਪ੍ਰੋਟੀਨ ਦੀ ਗੱਲ ਆਂਦੀ ਟੋਫੂ ਆ ਗਿਆ ਜਾਂ ਪਨੀਰ ਆ ਗਿਆ ਆਈ ਥਿੰਕ ਆਫਟਰ ਦੈਟ ਸਾਡੀ ਸੋਚ ਖਤਮ ਹੋ ਜਾਂਦੀ ਕਿ ਯਾਰ ਹੁਣ ਹੋਰ ਕੀ ਖਾਣਾ ਹੈ ਨਾ ਨਹੀਂ ਸਹੀ ਗੱਲ ਹੈ ਸੋ ਹੁਣ ਦੈਟ ਇਜ਼ ਆਈ ਥਿੰਕ ਇਹ ਸਾਰੀ ਡਾਈਟਸ ਦੇ ਵਿੱਚ ਮੈਨੂੰ ਤਾਂ ਲੱਗਦਾ ਹੈ ਤੁਸੀਂ ਇਹਨੂੰ ਸ਼ੁਰੂ ਕਰ ਲੈਂਦੇ ਹੋ ਦੈਨ ਫਿਰ ਉੱਥੇ ਕਿਤੇ ਡਾਮਾਡੋਲ ਹੋ ਜਾਂਦਾ ਬਟ ਵਾਟ ਯੂ ਥਿੰਕ ਕਿ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਬੈਸਟ ਡਾਈਟ ਹੋ ਸਕਦੀ ਆ ਜੋ ਕਿ ਐਜ਼ ਕਹ ਲਓ ਬਿਜ਼ੀ ਪਰਸਨ ਹਰ ਬੰਦੇ ਦੀ ਲਾਈਫ 'ਚ ਕੁਛ ਨਾ ਕੁਛ ਚੱਲਦਾ ਪਿਆ ਇਦਾਂ ਦਾ ਕੋਈ ਜਗ੍ਹਾ ਨਹੀਂ ਹੈ ਕਿ ਖਾਈ ਪੀ ਚੱਲੋ ਐਂਡ ਪਤਲੇ ਵੀ ਹੋਈ ਚੱਲੋ ਕਈ ਲੋਕੀ ਬਹੁਤ ਲੱਕੀ ਵੀ ਹੁੰਦੇ ਆ ਕਈ ਲੋਕਾਂ ਦੀ ਬਹੁਤ ਜ਼ਿਆਦਾ ਮੈਟਾਬੋਲਿਜ਼ਮ ਫਾਸਟ ਹੁੰਦੀ ਹੈ ਕੁਝ ਵੀ ਖਾ ਲੈਣ ਹਨਾ ਅਸੀਂ ਮੇਰੇ ਬਹੁਤ ਸਾਰੇ ਫਰੈਂਡਸ ਨੇ ਉਹਨਾਂ ਦਾ ਉਹ ਬਹੁਤ ਕੁਝ ਜੰਕ ਖਾਂਦੇ ਆ ਬਟ ਸਟਿਲ ਇੰਨਾ ਜ਼ਿਆਦਾ ਤੇਜ਼ ਹੈ ਮੈਟਾਬੋਲਿਜ਼ਮ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਹਨਾ ਸੋ ਬੋਡੀ ਟਾਈਪ ਤੇ ਵੀ ਬਹੁਤ ਡਿਪੈਂਡ ਕਰਦੀ ਹੈ ਸਾਰੀਆਂ ਗੱਲਾਂ ਸਾਨੂੰ ਤਾਂ ਸਾਡੇ ਵਰਗੇ ਨੂੰ ਪਾਣੀ ਲੱਗੀ ਜਾਂਦਾ ਹਾਂ ਕਈ ਲੋਕ ਸਹੀ ਗੱਲ ਹੈ ਬਟ ਵਾਟ ਯੂ ਥਿੰਕ ਕਿ ਸਹੀ ਡਾਈਟ ਕੀ ਹੋਣੀ ਚਾਹੀਦੀ ਆ ਸੋ ਮੇਰੇ ਅਕੋਰਡਿੰਗ ਜਿੱਦਾਂ ਮੈਂ ਦੇਖਿਆ ਆਪਣੇ ਉੱਪਰ ਵੀ ਐਕਸਪੈਰੀਮੈਂਟ ਕਰਕੇ ਦੇਖਿਆ ਐਂਡ ਜਿਹੜੀ ਡਾਈਟ ਮੈਂ ਦੇ ਚੁੱਕੀ ਹਾਂ ਲੋਕਾਂ ਨੂੰ ਐਂਡ ਆਈਵ ਸੀਨ ਅ ਲੋਟ ਆਫ ਗੁੱਡ ਰਿਜ਼ਲਟਸ ਉਹ ਹੈ ਵੀ ਤੁਸੀਂ ਮਤਲਬ ਮੈਂ ਇੰਡੀਅਨ ਕਲਾਇੰਟਸ ਸੀਗੇ ਮੇਰੇ ਸਾਰੇ ਸੋ ਆਈ ਐਮ ਜਸਟ ਟਾਕਿੰਗ ਅਬਾਊਟ ਇੰਡੀਅਨ ਪੀਪਲ ਹਨਾ ਐਂਡ ਮੋਰ ਲਾਈਕ ਪੰਜਾਬ ਤੋਂ ਜਿਹੜੇ ਨੇ ਹਨਾ ਅਸੀਂ ਸ਼ੁਰੂ ਤੋਂ ਡਾਈਟ ਖਾਂਦੇ ਆ ਰਹੇ ਹਾਂ ਹਨਾ ਪਰੌਂਠੇ ਘਰ ਦੀ ਰੋਟੀ ਦਾਲ ਹਨਾ ਸਾਰਾ ਕੁਝ ਸੋ ਸਾਡੀ ਬਾਡੀ ਬਚਪਨ ਤੋਂ ਨਿੱਕੇ ਹੁੰਦੇ ਤੋਂ ਉਦਾਂ ਹੀ ਹੈ ਠੀਕ ਹੈ ਹੁਣ ਅਸੀਂ ਸੋਚੀਏ ਵੀ ਹਾਂ ਸੈਲਡਸ ਤੇ ਆ ਜਾਈਏ ਦੈਟਸ ਗੁੱਡ ਫॉर ਸਮ ਟਾਈਮ ਬਟ ਸਾਡੀ ਬਾਡੀ ਰੂਟਸ ਨਾਲ ਜੁੜੀ ਹੋਈ ਹੈ ਨਾ ਉਦਾਂ ਕਹਿ ਦਿੰਦੇ ਆ ਕਿ ਅਸੀਂ ਜਿਹੜਾ ਸਾਡਾ ਪਿਛਲਾ ਟ੍ਰੈਡੀਸ਼ਨਲ ਫੂਡ ਹੈ ਉਹੀ ਸਾਡੀ ਬਾਡੀ ਨੂੰ ਯੂ نو ਬੈਨੀਫੀਸ਼ੀਅਲ ਹੈ ਸਹੀ ਗੱਲ ਆ ਸੋ ਮੇਰੇ ਅਕੋਰਡਿੰਗ ਜਿਹੜੀ ਸਸਟੇਨੇਬਲ ਡਾਈਟ ਹੈ ਜਿਹੜੀ ਆਲ ਥਰੂ ਦ ਵੇ ਚੱਲ ਸਕਦੀ ਹੈ ਉਹ ਹੈ ਸਿਰਫ ਤੇ ਸਿਰਫ ਹੋਮਮੇਡ ਫੂਡ ਓਕੇ ਠੀਕ ਹੈ ਤੁਸੀਂ ਜੇ ਸਸਟੇਨੇਬਲ ਡਾਈਟ ਦੇ ਨਾਲ ਹੈਲਦੀ ਰਹਿਣਾ ਹੈ weight gain ਨਹੀਂ ਕਰਨਾ ਤੁਸੀਂ ਸਿਰਫ ਹੋਮਮੇਡ ਫੂਡ ਖਾਓ ਠੀਕ ਹੈ ਹੋਮਮੇਡ ਫੂਡ ਤੁਸੀਂ ਫਰਾਈਡ ਚੀਜ਼ਾਂ ਵੀ ਖਾ ਸਕਦੇ ਹੋ ਪਕੌੜੇ ਤਲੇ ਜਾਂ ਵਟਐਵਰ ਪੂਰੀਆਂ ਤਲੀਆਂ ਹਨਾ ਉਹ ਵੀ ਤੁਸੀਂ ਕਰ ਸਕਦੇ ਹੋ ਹਾਂ ਬਟ ਇਦਾਂ ਨਹੀਂ ਕਿ ਰੋਜ਼ ਉਹੀ ਚੱਲ ਰਿਹਾ ਵੀਕਐਂਡ ਤੇ ਕਰ ਲਿਆ ਹਨਾ ਇਹ ਫॉर ਪੀਪਲ ਲਾਈਕ ਅਸ ਹੋਮਮੇਡ ਫੂਡ ਇਜ਼ ਦ ਬੈਸਟ ਆਪਸ਼ਨ ਕਿਉਂਕਿ ਬਾਹਰਲਾ ਫੂਡ ਐਜ਼ ਅ ਡਾਈਟੀਸ਼ੀਅਨ ਐਜ਼ ਅ ਨਿਊਟ੍ਰੀਸ਼ਨਿਸਟ ਬਿਲਕੁਲ ਹੀ ਬੈਨੀਫੀਸ਼ੀਅਲ ਨਹੀਂ ਹੈ ਸੋ ਜਿੱਦਾਂ ਹੁਣ ਆਪਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਰੂਟਸ ਨਾਲ ਜੁੜੇ ਹਾਂ ਸਾਡੇ ਵਰਗੇ ਨੂੰ ਇਹ ਹੁੰਦਾ ਕਿ ਜੇ ਅਸੀਂ ਇੱਕ ਦਿਨ ਰੋਟੀ ਨਹੀਂ ਨਾ ਖਾਦੇ ਸਾਨੂੰ ਦਿਲ ਲੱਗੇ ਸਮਥਿੰਗ ਇਜ਼ ਮਿਸਿੰਗ ਯੂ ਨੀਡ ਇੱਕ ਮੀਲ ਤਾਂ ਚਾਹੀਦਾ ਹੈ ਨਾ ਘਰ ਦਾ ਬਣਿਆ ਹੋਇਆ ਹੁਣ ਮੈਂ ਇਹ ਨਹੀਂ ਕਹਿ ਰਹੀ ਕਿ ਹੁਣ ਅਸੀਂ ਨਾਰਥ ਤੋਂ ਆ ਰਾਈਟ ਤੇ ਜੇ ਅਸੀਂ ਹੁਣ ਇਡਲੀ ਡੋਸਾ ਖਾਣ ਲੱਗ ਜਾਈਏ ਦੈਟਸ ਨਾਟ ਗੋਇੰ ਟੂ ਬੀ ਗੁੱਡ ਫॉर ਅਸ ਇਹ ਨਹੀਂ ਕਿ ਪੰਜ ਪਰੌਂਠੇ ਹਾਂ ਏਦਾਂ ਨਹੀਂ ਕਰਨਾ ਕਿ ਮੱਖਣ ਲਾ ਕੇ ਸਾਰਾ ਕੁਝ ਹੋਣਾ ਡੋਂਟ ਓਵਰ ਇਟ ਜੋ ਤੁਹਾਨੂੰ ਲੱਗੇ ਤੁਸੀਂ 80 to 70% ਫੁੱਲ ਹੋ ਗਏ ਹੋ ਨਾ ਸਟਾਪ ਤੁਹਾਨੂੰ ਓਵਰ ਈਟ ਕਰਨ ਦੀ ਉਹ ਲੋੜ ਨਹੀਂ ਆ ਹਮੇਸ਼ਾ ਸੋ ਦਿਸ ਨਥਿੰਗ ਰੋਂਗ ਇਨ ਈਟਿੰਗ ਆਪਣਾ ਆਲੂ ਦੇ ਪਰੌਂਠੇ ਮੱਖਣ ਹਨਾ ਘਿਓ ਬਹੁਤ ਵਧੀਆ ਚੀਜ਼ ਹੈ ਐਕਚੁਅਲੀ ਜੇ ਤੁਸੀਂ ਦੁਪਹਿਰੇ ਕੁਝ ਮੀਲ ਖਾ ਰਹੇ ਹੋ ਉਹਦੇ ਵਿੱਚ ਘਿਓ ਪੈ ਸਕਦਾ ਹੈ ਐਕਚੁਅਲੀ ਦੈਟ ਇਜ਼ ਗੁੱਡ ਫॉर weight loss ਆਲਸੋ ਕਿਉਂਕਿ ਘਿਓ 'ਚ ਫੈਟੀ ਐਸਿਡਸ ਜਿਹੜੇ ਹੈਗੇ ਨੇ ਉਹ ਗੁੱਡ ਫੈਟੀ ਐਸਿਡਸ ਨੇ ਉਹ ਬੈਡ ਫੈਟੀ ਐਸਿਡ ਨੂੰ ਯੂ نو ਕਿਲ ਕਰਦੇ ਆ ਇੱਦਾਂ ਸਾਇੰਸ ਕਹਿੰਦੀ ਹੈ ਐਂਡ ਇਟ ਇਜ਼ ਟਰੂ ਬਹੁਤ ਰਿਸਰਚ ਹੋਈ ਹੈ ਹਨਾ ਘਿਓ ਤੇ ਹੁਣ ਇੱਥੇ ਕੈਨੇਡਾ 'ਚ ਵੀ ਬਹੁਤ ਜ਼ਿਆਦਾ ਫੇਮਸ ਹੋ ਰਿਹਾ ਹੈ ਮੈਂ ਡਾਊਨਟਾਊਨ ਕੈਫੇਜ਼ ਜਾਂਦੀ ਹਾਂ ਤੇ ਅ ਲੋਟ ਆਫ ਪੀਪਲ ਆਰ ਈਟਿੰਗ ਐਂਡ ਹੈਵਿੰਗ ਡਰਿੰਕਸ ਜਿਹਦੇ 'ਚ ਘਿਓ ਹੈ ਯਾ ਸੋ ਦੇਰ ਇਜ਼ ਦਿਸ ਵੈਰੀ ਫੇਮਸ ਕੈਫੇ ਉੱਥੇ ਮੈਂ ਪਹਿਲਾਂ ਜਾਂਦੀ ਹੁੰਦੀ ਸੀਗੀ ਐਂਡ ਡਾਊਨਟਾਊਨ ਵੈਰੀ ਫਿਟ ਐਂਡ ਫਾਈਨ ਯੂ نو ਪੀਪਲ ਦੇਰ ਉਹ ਕੌਫੀ ਆਰਡਰ ਕਰਦੇ ਆ ਕੌਫੀ 'ਚੋਂ 1 ਚਮਚ ਘਿਓ ਪਾਉਂਦੇ ਆ ਕਹਿੰਦੇ ਉਹਨਾਂ ਨੂੰ ਕਿ ਸਾਨੂੰ ਇੱਦਾਂ ਕਲੈਰੀਫਾਈਡ ਬਟਰ ਇੱਥੇ ਕਹਿੰਦੇ ਉਹਨੂੰ ਘਿਓ ਨੂੰ ਕਿ ਤੁਸੀਂ ਉਹ ਪਾ ਕੇ ਸਾਨੂੰ ਦੇ ਦਿਓ ਦੈਟਸ ਕਾਲਡ ਬੁਲਟ ਪ੍ਰੂਫ ਕੌਫੀ ਠੀਕ ਹੈ ਉਹ ਬੁਲਟ ਪ੍ਰੂਫ ਕੌਫੀ ਘਿਓ ਨਾਲ 1 ਚਮਚ ਘਿਓ ਨਾਲ ਹੁੰਦੀ ਹੈ ਐਂਡ ਦੈਟ ਹੈਲਪਸ ਇਨ ਕਲੈਂਜ਼ਿੰਗ ਯੋਰ ਸਿਸਟਮ ਮੈਟਾਬੋਲਿਜ਼ਮ ਫਾਸਟ ਹੁੰਦਾ ਹੈ ਕਿਉਂਕਿ ਘਿਓ ਹੈ ਨਾ ਥੋੜਾ ਗ੍ਰੀਜ਼ੀ ਹੈ ਐਂਡ ਗੁੱਡ ਫੈਟੀ ਐਸਿਡ ਨੇ ਉਹਦੇ 'ਚ ਸੋ ਅਗੇਨ ਹੁਣ ਇਹ ਸਾਡੇ ਯੂ نو ਰੂਟਸ ਤੋਂ ਜੁੜਿਆ ਹੋਇਆ ਹੈ ਨਾ ਐਂਡ ਤੁਸੀਂ ਜੇ ਇੱਦਾਂ ਦੀਆਂ ਚੀਜ਼ਾਂ ਆਪਣੇ ਡਾਈਟ ਤੋਂ ਕੈਂਸਲ ਕਰ ਦੋਗੇ ਇਟਸ ਨਾਟ ਗੋਇੰ ਟੂ ਬੀ ਗੁੱਡ ਮੈਨੂੰ ਇਹਦਾ ਲੱਗਦਾ ਯਾਰ ਇਹ ਜਿਹੜੀ ਹੁਣ ਆਈ ਡੋਨਟ ਨੋ ਵਾਟਸ ਅ ਥਿਊਰੀ ਬਿਹਾਈਂਡ ਇਟ ਬਟ ਦੇਖਿਆ ਜਾਂਦਾ ਯਾਰ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਆ ਸਾਡੇ ਗ੍ਰੈਂਡਫਾਦਰ ਲਾ ਲਓ ਹਨਾ ਜਾਂ ਬਾਕੀ ਉਹਨਾਂ ਦੀ ਏਜ ਦੇ ਬੰਦੇ ਆ ਉਹ ਕੀ ਖਾਂਦੇ ਸੀਗੇ
ਦੁੱਧ ਦੇ ਵਿੱਚ ਘਿਓ ਪਾ ਕੇ Yeah. ਕਈ ਬੰਦੇ ਤਾਂ ਯਾਰ ਐਗ ਨੂੰ ਉਹਦੇ ਵਿੱਚ ਮਿਲਕ ਦੇ ਵਿੱਚ ਕਰਕੇ ਹਨਾ that was the diet Yeah. ਹਨਾ ਇਹਨੂੰ ਕਿੰਨੇ ਫਿੱਟ ਸੀ ਮੈਂ ਨਹੀਂ ਕਦੀ ਸੁਣਿਆ ਹੋਣਾ ਆਪਣੇ ਦਾਦਾ ਜੀ ਕੋ ਕਦੀ ਕਿ ਯਾਰ ਸਾਨੂੰ ਆਹ ਇਸ਼ੂ ਆ ਸਾਨੂੰ ਉਹ ਇਸ਼ੂ ਆ ਹਨਾ ਕੋਈ ਹੈਲਥ ਇਸ਼ੂ ਨਹੀਂ ਦੇ ਫਿੱਟ ਤੁਸੀਂ ਇਹ ਕਹਿ ਰਹੇ ਹੋ ਕਿ ਯਾਰ ਈਟ ਵਟਐਵਰ ਯੂ ਵਾਂਟ ਟੂ ਈਟ ਹਨਾ ਤੁਸੀਂ ਆਪਣੀ ਹੋਮਮੇਡ ਨੂੰ ਖਾਓ ਜਿੰਨਾ ਮਰਜ਼ੀ ਖਾਓ ਬਟ ਦੈਟਸ ਨਾਟ ਦ ਇਸ਼ੂ ਬਟ ਯੂ ਹੈਵ ਟੂ ਜਸਟ ਕੰਟਰੋਲ ਯੋਰ ਪੋਰਸ਼ਨ ਹਾਂ ਕੰਟਰੋਲ ਯੋਰ ਪੋਰਸ਼ਨ ਸਾਈਜ਼ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਓਵਰ ਈਟ ਕਰ ਰਹੇ ਹੋ ਰੁਕ ਜਾਓ ਬਸ ਹਨਾ ਇਟਸ ਵੈਰੀ ਟਫ ਥੋੜਾ ਸ਼ੁਰੂ ਚ ਬਟ ਜਿੱਦਾਂ ਤੁਸੀਂ ਹੁਣ ਹਫਤਾ 10 ਦਿਨ ਪ੍ਰੈਕਟਿਸ ਕਰ ਲਈ ਉਹ ਚੀਜ਼ ਫਿਰ ਉਹ ਨੈਚੁਰਲੀ ਆ ਜਾਂਦਾ ਹੈ ਮੈਨੂੰ ਲੱਗਦਾ ਫਿਰ ਤੁਹਾਡੀ ਉਹਨਾਂ ਪੋਰਸ਼ਨ ਹੀ ਉਹਨਾਂ ਤੁਹਾਡਾ ਬਣ ਜਾਂਦਾ ਉਹ ਬਣ ਜਾਂਦਾ ਹੈ ਤੁਸੀਂ ਫਿਰ ਹੋਰ ਖਾ ਵੀ ਨਹੀਂ ਸਕਦੇ ਕੁਦਰ ਬਟ ਤੁਹਾਡੇ ਹਿਸਾਬ ਦੇ ਨਾਲ ਵਾਟ ਇਜ਼ ਅ ਬੈਸਟ ਟਿਪ ਬੈਸਟ ਟਿਪ ਇਹ ਹੈ ਜੇ ਤੁਸੀਂ ਓਵਰਵੇਟ ਹੋ ਓਕੇ ਆਈ ਵੁੱਡ ਸੁਜੈਸਟ ਕਿ ਤੁਸੀਂ ਜਾਂ ਤਾਂ ਇੰਟਰਮਿਟੈਂਟ ਕਰੋ ਫਰਸਟ ਸਟੈਪ ਇਫ ਯੂ ਕੈਨ ਡੂ ਦੈਟਸ ਵੈਰੀ ਗੁੱਡ ਇੰਟਰਮਿਟੈਂਟ ਤੋਂ ਇਲਾਵਾ ਤੁਸੀਂ ਕੀਟੋ ਕਰ ਸਕਦੇ ਹੋ ਬਟ ਫॉर ਅ ਸ਼ਾਰਟ ਪੀਰੀਅਡ ਠੀਕ ਹੈ ਤੁਸੀਂ ਟਰਾਈ ਕਰੋ ਜਸਟ ਟੂ ਸ਼ੈਡ ਦੋਜ਼ ਐਕਸਟਰਾ ਪਾਉਂਡਸ ਹੈ ਨਾ ਐਕਸਟਰਾ weight loss ਜਿਹੜਾ ਵੀ weight ਹੈਗਾ ਤੁਹਾਡਾ ਉਹ ਲੂਜ਼ ਹੋ ਗਿਆ ਗੁੱਡ ਉਸ ਤੋਂ ਬਾਅਦ ਤੁਸੀਂ ਹੋਮਮੇਡ ਡਾਈਟ ਤੇ ਆ ਜਾਓ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਮੀਲ ਪ੍ਰੈਪ ਕਰੋ ਹਨਾ ਆਪਣਾ ਪਲਾਨ ਕਰੋ ਐਕਚੁਅਲੀ ਅਗਲਾ ਹਫਤਾ ਵੀ ਨਹੀਂ ਅਗਲੇ 2 ਦਿਨ ਕਿ ਮੈਂ ਸਿਰਫ ਘਰ ਦਾ ਖਾਣਾ ਹੈ ਐਂਡ ਦੈਟਸ ਇਟ ਮੈਂ ਬਾਹਰਲਾ ਕੁਝ ਨਹੀਂ ਖਾਣਾ ਜੇ ਮੈਂ ਬਾਹਰ ਗਿਆ ਵੀ ਮੈਂ ਹੈਲਦੀ ਆਪਸ਼ਨ ਚੂਜ਼ ਕਰੂੰਗਾ ਠੀਕ ਆ ਥੋੜਾ ਜਿਹਾ ਆਪਣੇ ਆਪ ਨੂੰ ਪੁਸ਼ ਕਰਨਾ ਪੈਂਦਾ ਹੈ ਹਨਾ ਆਈ ਥਿੰਕ ਜਸਟ ਇਨ ਦ ਬਿਗਨਿੰਗ ਦੈਟਸ ਟਰੂ ਉਸ ਤੋਂ ਬਾਅਦ ਇੱਕ ਹੁਣ ਜਿਵੇਂ ਮੈਂ ਪ੍ਰੈਕਟਿਸ ਕਰਦੀ ਹਾਂ ਨਾ ਨਿਊਟ੍ਰੀਸ਼ਨ ਸਮਟਾਈਮਸ ਮੈਨੂੰ ਬਹੁਤ ਕ੍ਰੇਵਿੰਗਸ ਹੁੰਦੀਆਂ ਨੇ ਇਦਾਂ ਦੀ ਕੋਈ ਗੱਲ ਨਹੀਂ ਹੈ ਐਂਡ ਇਟਸ ਵੈਰੀ ਗੁੱਡ ਟੂ ਇੰਡਲਜ ਇਨ ਯੋਰ ਕ੍ਰੇਵਿੰਗਸ ਜੇ ਤੁਹਾਨੂੰ ਲੱਗ ਰਿਹਾ ਮੈਨੂੰ ਮਿੱਠਾ ਖਾਣ ਦੀ ਲੋੜ ਹੋ ਰਹੀ ਹੈ ਖਾਓ ਦੈਟਸ ਨੋ ਪ੍ਰੋਬਲਮ ਮੈਂ ਪੇਸਟਰੀਜ਼ ਆਰਡਰ ਕਰ ਦਿੰਦੀ ਹੁੰਦੀ ਹਾਂ ਜਦੋਂ ਮੈਨੂੰ ਲੱਗਦਾ ਕਿ ਮੈਂ ਕੁਝ ਮਿੱਠਾ ਖਾਣਾ ਹੈ ਤੇ ਇਦਾਂ ਦੀ ਕੁਛ ਉਹ ਗੱਲ ਨਹੀਂ ਹੈ ਕਿ ਮੈਂ ਬਿਲਕੁਲ ਹੀ ਕੁਛ ਨਹੀਂ ਐਜ਼ ਅ ਡਾਈਟੀਸ਼ੀਅਨ ਖਾਂਦੀ ਇਹ ਪ੍ਰੂਵਨ ਫੈਕਟ ਹੈ ਕਿ ਜੇ ਤੁਸੀਂ ਆਪਣੀ ਕ੍ਰੇਵਿੰਗਸ ਨੂੰ ਪੂਰਾ ਕਰ ਰਹੇ ਹੋ ਨਾ ਤੁਹਾਡੀ ਡਾਈਟ ਮੇਨਟੇਨ ਰਹੇਗੀ ਕਿਉਂਕਿ ਕੀ ਹੁੰਦਾ ਕਿ ਸਪੋਜ਼ ਹੁਣ ਤੁਹਾਨੂੰ ਮਿੱਠਾ ਖਾਣ ਦਾ ਜੀ ਕਰ ਗਿਆ ਹੈ ਨਾ ਬਟ ਤੁਸੀਂ ਕਿਹਾ ਕਿ ਨਹੀਂ ਮੈਂ ਡਾਈਟ ਤੇ ਆ ਹੈ ਨਾ ਮੈਂ ਨਹੀਂ ਖਾ ਸਕਦਾ ਬਟ ਨੈਕਸਟ ਡੇ ਤੁਸੀਂ ਫਿਰ ਉਹ ਕ੍ਰੇਵਿੰਗ ਤਾਂ ਹੈ ਹੀ ਹੈ ਨਾ ਜੀ ਤਾਂ ਕਰ ਹੀ ਰਿਹਾ ਮਿੱਠਾ ਖਾਣ ਦਾ ਯੂ ਵਿਲ ਈਟ ਇਟ ਐਨੀਵੇ ਸੋ ਇਟਸ ਅੱਜ ਨਹੀਂ ਤਾਂ ਕੱਲ ਤੁਸੀਂ ਖਾਈ ਲੈਣਾ ਤੁਸੀਂ ਡਬਲ ਅਮਾਉਂਟਸ ਖਾਓਗੇ ਜਦੋਂ ਤੁਸੀਂ ਖਾਓਗੇ ਯਾਰ ਤੁਸੀਂ ਬਹੁਤ ਜ਼ਿਆਦਾ ਖਾਓਗੇ ਤੁਸੀਂ ਕਿ ਮੈਂ ਬਸ ਕਿ ਮੈਨੂੰ ਅੱਜ ਹੀ ਮਿਲ ਰਿਹਾ ਮੈਂ ਅੱਜ ਹੀ ਸਾਰਾ ਕੁਝ ਖਾ ਲਾਂ ਕਿਉਂਕਿ ਫਿਰ ਮੈਂ ਡਾਈਟ ਫੋਲੋ ਕਰਨੀ ਹੈ ਸੋ ਚੀਟ ਕਰੋ ਆਪਣੀ ਡਾਈਟ ਤੇ ਹਨਾ ਬਟ ਇਹਨੂੰ ਓਵਰਪਾਵਰ ਨਾ ਹੋਣ ਦਿਓ ਕਿ ਹਾਂ ਮੈਂ ਬਹੁਤ ਹੀ ਮੇਰੇ ਚੀਟ ਡੇਜ਼ ਚੱਲ ਰਿਹਾ ਸੋ ਹੁਣ ਜਿਵੇਂ ਪੇਸਟਰੀ ਆਰਡਰ ਕਰ ਲਈ ਓਕੇ ਇੰਪੋਰਟੈਂਟ ਨਹੀਂ ਤੁਸੀਂ ਸਾਰੀ ਪੇਸਟਰੀ ਖਾ ਲਓ ਹਨਾ ਅੱਧੀ ਖਾ ਲਓ ਯੂ ਕੈਨ ਜਸਟ ਈਟ ਇਟ ਦ ਰੈਸਟ ਦ ਨੈਕਸਟ ਡੇ ਬਟ ਐਕਚੁਅਲੀ ਮੇਰੇ ਵਰਗੇ ਨੂੰ ਜੇ ਤੁਹਾਡੇ ਵਰਗਾ ਡਾਈਟੀਸ਼ੀਅਨ ਮਿਲੇ ਆਈ ਥਿੰਕ ਆਈ ਵਿਲ ਬੀ ਵੈਰੀ ਹੈਪੀ ਕਿ ਮੈਂ ਖਾ ਵੀ ਸਕਦਾ ਐਂਡ ਦੈਨ ਮੈਂ ਆਪਣਾ ਗੋਲ ਵੀ ਅਚੀਵ ਕਰ ਸਕਦਾ ਹੈ ਨਾ ਬਟ ਐਟ ਦ ਸੇਮ ਟਾਈਮ ਯਾਰ ਆਪਾਂ ਦੇਖਦੇ ਹਾਂ ਕਿ ਓਕੇ ਵੀ ਫੋਲੋ ਦ ਡਾਈਟ ਕੁਝ ਵੀ ਖਾ ਰਹੇ ਹਾਂ ਬਟ ਸਾਨੂੰ ਪਤਾ ਤਾਂ ਲੱਗ ਨਹੀਂ ਰਿਹਾ ਕਿ ਯਾਰ ਕਿੰਨਾ ਕੁ ਸੱਚ ਵਾ ਪਿੱਛੇ ਡਾਈਟ ਦੇ ਵਿੱਚ ਜੋ ਆਪਾਂ ਖਾ ਰਹੇ ਹਾਂ ਵੀ ਡੋਨਟ ਨੋ ਕਿ ਉਹ ਕਿੰਨਾ ਕੁ ਉਹਦੇ ਵਿੱਚ ਰਿਐਲਿਟੀ ਹੈਗੀ ਆ ਹਨਾ ਅਸੀਂ ਜਾ ਕੇ ਲੇਬਲ ਪੜ੍ਹਦੇ ਇੰਨੇ ਗ੍ਰਾਮ ਪ੍ਰੋਟੀਨ ਡੂ ਯੂ ਥਿੰਕ ਦੇ ਐਕਚੁਅਲੀ ਹੈਵ ਇਟ ਵਟਐਵਰ ਦ ਇਨਫੋ ਇਜ਼ ਉਹ ਲੈਜਿਟ ਹੁੰਦੀ ਹੈ ਟਰੂ ਹੁੰਦੀ ਹੈ ਬਟ ਕਈ ਵਾਰੀ ਕੰਪਨੀਜ਼ ਥੋੜਾ ਆਊਟ ਸਮਾਰਟ ਕਰ ਦਿੰਦੇ ਆ ਲੋਕਾਂ ਨੂੰ ਬਿਕੋਜ਼ ਉਹ ਇਹ ਨਹੀਂ ਮੈਂਸ਼ਨ ਕਰਦੇ ਕਿ ਕਿਹੜੀ ਚੀਜ਼ ਹੈ ਜਿਹੜੀ ਪ੍ਰੋਬਲਮ ਦੇ ਸਕਦੀ ਹੈ ਉਹ ਲਿਖ ਦਿੰਦੇ ਆ ਸਾਰਾ ਕੁਝ ਬਟ ਉਹ ਇਹ ਨਹੀਂ ਦੱਸਣਗੇ ਕਿ ਦਿਸ ਇਜ਼ ਹਾਰਮਫੁਲ ਸੋ ਇਹ ਆਪਣੀ ਨੌਲੇਜ ਤੇ ਹੈ ਹਨਾ ਤੁਸੀਂ ਆਪਣਾ ਰੀਡ ਕਰੋ ਆਪਣਾ ਤੁਸੀਂ ਪਿੱਛੇ ਲੇਬਲ ਦੇਖੋ ਪੜ੍ਹੋ ਜਿਹੜਾ ਟਰਮ ਤੁਹਾਨੂੰ ਨਹੀਂ ਸਮਝ ਆ ਰਿਹਾ ਉਹ ਖਰਾਬ ਹੀ ਹੁੰਦਾ ਠੀਕ ਹੈ ਹੁਣ ਸ਼ੂਗਰ ਸਮਝ ਆ ਗਈ ਪ੍ਰੋਟੀਨ ਸਮਝ ਆ ਗਿਆ ਕਾਰਬ ਸਮਝ ਆ ਗਿਆ ਪਰ ਕੁਝ ਹੋਰ ਲਿਖਿਆ ਹੁੰਦਾ ਨੀਚੇ ਸਾਨੂੰ ਨਹੀਂ ਸਮਝ ਆਏਗਾ ਸੋ ਦੈਟਸ 90% ਉਹ ਖਰਾਬ ਚੀਜ਼ ਹੁੰਦੀ ਹੈ ਆਰਟੀਫੀਸ਼ੀਅਲ ਚੀਜ਼ ਹੁੰਦੀ ਹੈ ਠੀਕ ਆ ਆਰਟੀਫੀਸ਼ੀਅਲ ਚੀਜ਼ਾਂ ਦੇ ਨਾਮ ਹੀ ਉਦਾਂ ਦੇ ਹੁੰਦੇ ਆ ਨਾ ਸਟੂਪਿਡ ਜਿਹੇ ਨਾਮ ਹੁੰਦੇ ਆ ਸੋ ਜੇ ਤੁਹਾਨੂੰ ਨਹੀਂ ਪਤਾ ਉਸ ਚੀਜ਼ ਬਾਰੇ ਦੈਟਸ ਮੋਰ ਲਾਈਕਲੀ ਨਾਟ ਅ ਹੈਲਦੀ ਥਿੰਗ ਸੋ ਅਸੀਂ ਇਹ ਟ੍ਰਿਕ ਫੋਲੋ ਕਰ ਸਕਦੇ ਹਾਂ ਕਿ ਜਸਟ ਡੋਂਟ ਬਾਏ ਥਿੰਗਸ ਲਾਈਕ ਦੈਟ ਹੈ ਨਾ ਹੁਣ ਅਸੀਂ ਦੇਖਦੇ ਹਾਂ ਅਸੀਂ ਗਰੋਸਰੀ ਕਰਨ ਜਾ ਰਹੇ ਹਾਂ ਤੁਸੀਂ ਇਹ ਨੋਟਿਸ ਕਰਿਓ ਜਦੋਂ ਵੀ ਅਸੀਂ ਗਰੋਸਰੀ ਸ਼ਾਪ ਦੇ ਅੰਦਰ ਜਾ ਰਹੇ ਹਾਂ ਦ ਮੇਨ ਆਇਲਸ ਜਿਹੜੀਆਂ ਪਹਿਲਾਂ ਆਇਲਸ ਹੁੰਦੀਆਂ ਨੇ ਦੇ ਆਰ ਫੁੱਲ ਆਫ ਚਿਪਸ ਐਂਡ ਮੈਗੀ ਦੇ ਨੂਡਲਸ ਇੰਸਟੈਂਟ ਨੂਡਲਸ ਐਂਡ ਐਵਰੀਥਿੰਗ ਦੈਟ ਇਜ਼ ਵੈਰੀ ਵੈਰੀ ਅਨਹੈਲਦੀ ਕਿਉਂਕਿ ਤੁਸੀਂ ਪਹਿਲਾਂ ਜਾਣੋ ਤੁਸੀਂ ਉਹੀ ਗ੍ਰੈਬ ਕਰ ਲੈਂਦੇ ਹੋ ਚੀਜ਼ ਹੈ ਨਾ ਜਿਹੜਾ ਫਰੈਸ਼ ਪ੍ਰੋਡਿਊਸ ਹੁੰਦਾ ਉਹ ਪਿੱਛੇ ਜਾ ਕੇ ਕਿਤੇ ਹੁੰਦਾ ਹੈ ਨਾ ਦੀਵਾਰ ਨਾਲ ਲੱਗਿਆ ਹੁੰਦਾ ਕਿਤੇ ਜਾ ਕੇ ਉਹ ਪਿੱਛੇ ਹੁੰਦਾ ਹਾਂ ਸੋ ਇਹ ਸਟ੍ਰੈਟਜੀ ਹੁੰਦੀ ਹੈ ਕਿ ਹੈ ਨਾ ਪਹਿਲਾਂ ਤਾਂ ਤੁਸੀਂ ਉਹ ਗ੍ਰੈਬ ਕਰਦੇ ਹੋ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਦਿਖ ਰਹੀ ਹੈ ਤੁਹਾਨੂੰ ਯਾਦ ਆਉਂਦਾ ਉਹ ਸਾਡੇ ਕੋਲ ਤਾਂ ਚਿਪਸ ਹੈ ਨਹੀਂ ਚਿਪਸ ਲੈ ਲਓ ਹੈ ਨਾ ਡਿਫਰੈਂਟ ਤਰੀਕੇ ਦੇ ਤੇ ਕੈਂਡੀ ਲੈ ਲਓ ਚਾਕਲੇਟ ਲੈ ਲਓ ਇਹ ਵੀ ਨੋਟਿਸ ਕਰਿਓ ਜਦੋਂ ਤੁਸੀਂ ਕੈਸ਼ ਆਊਟ ਕਰਦੇ ਹੋ ਉਦੋਂ ਵੀ ਕੈਂਡੀ ਤੇ ਚਾਕਲੇਟ ਹੀ ਪਈ ਹੁੰਦੀ ਹੈ ਸੋ ਕਿ ਤੁਸੀਂ ਬਸ ਗ੍ਰੈਬ ਕਰ ਲਓ ਫਟਾਫਟ ਹੈ ਨਾ ਉੱਥੇ ਕੋਈ ਫਰੂਟ ਜਾਂ ਵੈਜੀਟੇਬਲ ਨਹੀਂ ਪਿਆ ਹੋਏਗਾ ਕਿਉਂਕਿ ਇਟ ਇਜ਼ ਉਹ ਫੁਲਫਿਲ ਕਰ ਰਹੀ ਹੈ ਤੁਹਾਡੀ ਕ੍ਰੇਵਿੰਗ ਤੇ ਮਾਰਕੀਟ ਨੂੰ ਪਤਾ ਹੈ ਜਿਹੜੇ ਲੋਕੀ ਪ੍ਰੋਡਿਊਸ ਕਰਦੇ ਚੀਜ਼ਾਂ ਕਿ ਇਹਦੇ ਤੋਂ ਹੀ ਮਨੀ ਬਣੇਗੀ ਲੋਕੀ ਇਹੀ ਲੈਣਗੇ ਤੇ ਇਹਨਾਂ ਨੂੰ ਹੀ ਜ਼ਿਆਦਾ ਫੋਕਸ ਕਰੋ
ਪਹਿਲਾਂ ਅਸੀਂ ਉਹ ਖਾਵਾਂਗੇ chocolates and then we'll go for a healthy diets at the same ਹਾਂ। time ਫਿਰ ਅਸੀਂ ਮਹਿੰਗੇ ਤੋਂ ਮਹਿੰਗਾ ਪ੍ਰੋਡਕਟ ਅਸੀਂ Yeah. we see organic this Yeah. then we go for that, right? ਹਾਂ। But ਹੁਣ ਕਦੇ okay ਠੀਕ ਹੈ, but do you think there is any healthy snacks like some people say ਕਿ ਯਾਰ ਪੌਪਕੌਰਨ ਖਾਣੇ ਚਾਹੀਦੇ ਆ ਜਾਂ ਕੁਝ ਵੀ ਆ, do you think there is? ਡੈਫੀਨਿਟਲੀ Okay. ਇੱਦਾਂ ਹੈ, ਹੈਲਦੀ ਸਨੈਕਸ ਤੁਸੀਂ ਹੈਲਦੀ ਆਪਸ਼ਨਸ ਕਰ ਸਕਦੇ ਹੋ ਯੂਜ਼, ਬਟ ਲੌਂਗਰ ਰਨ ਲਈ ਉਹ ਵੀ ਹੈਲਦੀ ਨਹੀਂ ਹੈ ਬਿਕੋਜ਼ ਬਿਲਕੁਲ। ਆਫ ਕੋਰਸ ਉਹ ਫੈਕਟਰੀ ਤੋਂ ਬਣ ਕੇ ਆ ਰਿਹਾ ਹੈ। ਸਹੀ ਐਨੀਥਿੰਗ ਗੱਲ ਦੈਟ ਇਜ਼ ਆਰਟੀਫੀਸ਼ੀਅਲ ਉਹ ਤਾਂ ਹੈਲਦੀ ਨਹੀਂ ਹੋਏਗਾ। ਬਿਲਕੁਲ। ਸੋ ਬੋਡੀ ਉਦੋਂ ਹੀ ਫੰਕਸ਼ਨ ਕਰੇਗੀ, ਆਪਟੀਮਲ ਫੰਕਸ਼ਨ ਉਦੋਂ ਹੀ ਹੋਏਗਾ 100% ਜਦੋਂ ਤੁਸੀਂ ਨੈਚੁਰਲੀ ਕੁਝ ਚੀਜ਼ਾਂ ਆਪਣੀ ਬੋਡੀ 'ਚ ਪਾ ਰਹੇ ਹੋ, ਠੀਕ ਹੈ। ਨਾ ਤੁਹਾਨੂੰ ਉਦੋਂ ਸਟ੍ਰੈਸ ਹੋਏਗਾ, ਨਾ ਬੋਡੀ ਸਟ੍ਰੈਸ ਤੋਂ ਗੋ ਥਰੂ ਕਰੇਗੀ, ਮੋਟੀਵੇਸ਼ਨ ਤੁਹਾਨੂੰ ਬਹੁਤ ਹੋਏਗੀ ਹਰ ਚੀਜ਼ ਕਰਨ ਦੀ, એનર્ਜੀ ਜ਼ਿਆਦਾ ਰਹੇਗੀ। ਸੋ ਜੇ ਇਹ ਚੀਜ਼ਾਂ ਤੁਸੀਂ ਨਹੀਂ ਖਾ ਰਹੇ ਹੋ ਹੈ ਨਾ, ਤੁਸੀਂ ਸਿਰਫ ਮੈਗੀ ਤੇ ਹੋ, ਇੰਸਟੈਂਟ ਨੂਡਲਸ ਤੇ ਹੋ, ਚਾਈਨੀਜ਼ ਫੂਡ ਆਰਡਰ ਕਰ ਰਹੇ ਹੋ, ਪੀਜ਼ਾ, ਜਦੋਂ ਬੋਡੀ ਨੂੰ ਉਹ ਚੀਜ਼ਾਂ ਮਿਲ ਹੀ ਨਹੀਂ ਰਹੀਆਂ ਜੋ ਉਹਨੂੰ ਚਾਹੀਦੀ ਹੈ, ਬੋਡੀ ਵਿਲ ਟੈਲ ਯੂ ਦੈਟ ਆਈ ਐਮ ਇਨ ਸਟ੍ਰੈਸ, ਬਿਲਕੁਲ ਹੈ ਨਾ। ਉਹ ਫਿਜ਼ੀਕਲ ਵੀ ਹੋਊਗਾ ਕਿ ਤੁਹਾਨੂੰ ਤੁਹਾਡੇ ਤੋਂ ਕੰਮ ਨਹੀਂ ਹੋਏਗਾ, ਐਂਡ ਮੈਂਟਲ ਵੀ, ਬਿਲਕੁਲ ਹੈ ਨਾ। ਮੈਂਟਲੀ ਤੁਹਾਨੂੰ ਲੱਗੇਗਾ ਕਿ ਮੈਂ ਬਹੁਤ ਲਥਾਰਜਿਕ ਫੀਲ ਕਰ ਰਿਹਾ ਜਾਂ ਮੈਨੂੰ ਕੋਈ ਕੰਮ ਕਰਨ ਦਾ ਜੀ ਨਹੀਂ ਕਰ ਰਿਹਾ, ਕਨਸੈਂਟਰੇਸ਼ਨ ਨਹੀਂ ਮੇਰੀ ਹੋ ਰਹੀ, ਮੈਂ ਸਟੱਡੀ ਨਹੀਂ ਕਰ ਪਾ ਰਿਹਾ। ਸੋ ਸਟੱਡੀ ਐਂਡ ਨਿਊਟ੍ਰੀਸ਼ਨ ਬਹੁਤ ਕਲੋਜ਼ਲੀ ਰਿਲੇਟਡ ਹੈ। ਮਤਲਬ ਬੰਦੇ ਜਿਹੜੇ ਪੜ੍ਹ ਰਹੇ ਨੇ ਬੱਚੇ, ਉਹਨਾਂ ਦੀ ਮੈਂਟਲ ਕਹਿ ਲਓ ਕਨਸੈਂਟਰੇਟ ਕਰਨ ਦੀ ਐਬਿਲਿਟੀ ਅਫੈਕਟ ਹੁੰਦੀ ਹੈ, ਠੀਕ ਹੈ। ਸੋ ਡਾਈਟ ਐਂਡ ਮੈਂਟਲ ਐਕਟੀਵਿਟੀ ਐਂਡ ਮੈਂਟਲ ਹੈਲਥ ਕੋਰਿਲੇਟਡ ਹੀ ਹੈ, ਠੀਕ ਹੈ। ਜੇ ਤੁਸੀਂ ਗੰਦਾ ਫੂਡ ਖਾਂਦੇ ਰਹੋਗੇ ਤੁਹਾਡੀ ਮੈਂਟਲ ਹੈਲਥ ਡਿਟੀਰੀਓਰੇਟ ਹੋਏਗੀ, ਤੇ ਇਫ ਯੂ ਆਰ ਗੋਇੰਗ ਥਰੂ ਮੈਂਟਲ ਸਟ੍ਰੈਸ ਕਿਸੇ ਹੋਰ ਪ੍ਰੋਬਲਮ ਕਰਕੇ, ਹੈ ਨਾ, ਕੋਈ ਕੰਮ ਤੇ ਹੈ ਜਾਂ ਹੋਮ ਪ੍ਰੋਬਲਮ ਹੈ, ਫਿਰ ਤੁਸੀਂ ਗੰਦਾ ਖਾਣ ਵੀ ਲੱਗ ਜਾਓਗੇ। ਸੋ ਇਟਸ ਬੋਥ ਵੇਜ਼। ਬਹੁਤ ਲੋਕ ਇਹ ਕਹਿੰਦੇ ਕਿ ਮੈਨੂੰ ਸਟ੍ਰੈਸ ਹੈ, ਮੈਂ ਕੁਝ ਖਾਣਾ ਹੈ, ਮੈਂ ਕੁਝ ਨਹੀਂ ਖਾਣਾ, ਮੈਂ ਕੁਝ ਵੀ ਖਾ ਲੂੰਗਾ। ਹਾਂ ਐਗਜ਼ੈਕਟਲੀ, ਕਿ ਮੈਂ ਸਾਰਾ ਕੁਝ, ਹੈ ਨਾ, ਉਹਨਾਂ ਨੂੰ ਇੱਦਾਂ ਲੱਗਦਾ ਕਿ ਮੈਂ ਉੱਦਾਂ ਦੀ ਚੀਜ਼ ਖਾਵਾਂ ਜਿਹੜੀ ਮੇਰੀ ਬੋਡੀ ਨੂੰ ਕ੍ਰੇਵਿੰਗ ਪੂਰੀ ਕਰੇ, ਸੈਟਿਸਫਾਈ ਕਰੇ, ਤੇ ਉਹ ਬਾਹਰਲੀਆਂ ਆਈਟਮਸ ਹੀ ਹੁੰਦੀਆਂ ਨੇ, ਪੀਜ਼ਾ ਹੋ ਗਿਆ, ਜੋ ਵੀ ਕੁਛ ਹੈ ਨਾ, ਜੰਕ ਫੂਡ। ਸੋ ਇੱਕ ਕੋਰਿਲੇਸ਼ਨ ਹੈ, ਠੀਕ ਹੈ। ਜੇ ਤੁਸੀਂ ਆਪਣੀ ਮੈਂਟਲ ਹੈਲਥ ਸਟਰੋਂਗ ਕਰਨੀ ਹੈ, ਗੁੱਡ ਫੂਡ ਖਾਓ, ਠੀਕ ਹੈ, ਐਂਡ ਗੁੱਡ ਫੂਡ ਖਾ ਕੇ ਹੀ ਮੈਂਟਲ ਹੈਲਥ ਸਟਰੋਂਗ ਹੋਏਗੀ। So it's actually everything is linked. Yeah. So you have to start from somewhere. Yeah. And I think ਜਦੋਂ ਤੁਸੀਂ ਸਟ੍ਰੈਸ 'ਚ ਹੁੰਦੇ ਹੋ ਨਾ, ਤੁਸੀਂ ਉਦੋਂ ਆਪਣੀ ਮੈਂਟਲ ਹੈਲਥ ਨੂੰ ਮੈਨੂੰ ਨਹੀਂ ਲੱਗਦਾ ਇੰਨੀ ਜਲਦੀ ਕਵਰ ਕਰ ਪਾਉਂਦੇ ਹੋ। ਤੁਹਾਡਾ ਦਿਮਾਗ ਉਸ ਚੀਜ਼ ਨੂੰ, ਤੁਸੀਂ ਆਲਰੇਡੀ ਬੰਦਾ ਸਟ੍ਰੈਸ 'ਚ ਹੋ, ਹੁਣ ਕਿੰਨਾ ਕੁ ਦਿਮਾਗ ਦੇ ਉੱਤੇ ਜ਼ੋਰ ਲਾਊਗਾ। ਬਟ ਐਟ ਦ ਸੇਮ ਟਾਈਮ ਜੋ ਤੁਸੀਂ ਕਹਿ ਰਹੇ ਹੋ ਰਾਈਟ, ਜੇ ਉਹ ਬੰਦਾ ਆਪਣੀ ਡਾਈਟ ਨੂੰ ਸਹੀ ਕਰ ਲਵੇ, ਯਾ ਬਹੁਤ ਫਰਕ ਪੈਂਦਾ ਹੈ। ਰਾਈਟ 80% 85% ਪ੍ਰੋਬਲਮਸ ਤੁਹਾਡੀਆਂ ਖਤਮ ਨੇ। ਇੱਕ ਤੁਹਾਨੂੰ ਇੱਕ ਵਧੀਆ ਡਾਈਟ ਫੋਲੋ ਕਰਨ ਨਾਲ ਨਾ ਤੁਹਾਡੀ ਬੋਡੀ ਬਹੁਤ ਸਾਰੇ ਹਾਰਮੋਨਸ ਪ੍ਰੋਡਿਊਸ ਕਰਦੀ ਹੈ, ਕੁਛ ਨਾ ਕੁਛ ਚੇਂਜਸ ਹੁੰਦੇ ਰਹਿੰਦੇ ਆ, ਰਾਈਟ। ਐਂਡ ਮੈਂਟਲ ਸਟ੍ਰੈਸ ਕੁਛ ਨਹੀਂ ਹੈ, ਸਿਰਫ ਕੁਛ ਬੋਡੀ ਦੇ ਆਪਣੇ ਹਾਰਮੋਨਲ ਚੇਂਜਸ ਨੇ ਜਿਹੜੇ ਮਾਈਂਡ ਨੂੰ ਇਫੈਕਟ ਕਰਦੇ ਆ। ਸੋ ਇਫ ਯੂ ਆਰ ਕ੍ਰੇਵਿੰਗ ਪੀਜ਼ਾ, ਉਹ ਮਾਈਂਡ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਪੀਜ਼ਾ ਚਾਹੀਦਾ, ਜਸਟ ਬਿਕੋਜ਼ ਇਟਸ ਗੋਇੰਗ ਥਰੂ ਸਮਥਿੰਗ, ਯੂਰ ਬੋਡੀ ਇਜ਼ ਗੋਇੰਗ ਥਰੂ ਸਮਥਿੰਗ। ਬਟ ਜੇ ਤੁਸੀਂ ਆਪਣੀ ਡਾਈਟ ਠੀਕ ਕਰ ਲਓ, ਕਲੀਨ ਡਾਈਟ ਕਰ ਲਓ, ਠੀਕ ਹੈ, 80% ਪ੍ਰੋਬਲਮਸ ਖਤਮ ਨੇ। ਤੁਸੀਂ ਕਹਿ ਰਹੇ ਸੀ ਕਿ ਹੈ ਨਾ ਕਿ ਸਟੱਡੀਜ਼ ਐਂਡ ਨਿਊਟ੍ਰੀਸ਼ਨ ਇਟਸ ਐਕਚੁਅਲੀ ਲਿੰਕਡ ਵੈਰੀ ਕਲੋਜ਼ਲੀ, ਹੈ ਨਾ। ਐਂਡ ਆਈ ਥਿੰਕ ਤੁਸੀਂ ਤਾਂ ਤੁਹਾਡਾ ਪ੍ਰੋਫੈਸ਼ਨ ਹੀ ਇਹ, ਸੋ ਯੂ ਆਰ nutrition and safety, right? Yeah. For Ontario colleges. Yeah, so I work as a nutrition and health safety. Okay. वैसे मैं based Ryerson University जहाँ थे downtown Toronto, Okay. which is now called Toronto Metropolitan University, नाम चेंज हो गया है। ठीक है। मेरा मेन ऑफिस होता है, बट मेरे अंडर शेरिडन कॉलेज है, डरहम कॉलेज है, हम्बर ते ट्रेंट यूनिवर्सिटी है जो कि काफ़ी दूर है, जॉर्ज ब्राउन कॉलेज ते ਇੱਦਾਂ ਮਤਲਬ ਕਾਫੀ ਕੈਂਪਸਿਸ ਦੇ ਜਿਹੜੀ ਕਿਚਨ ਫੂਡ ਪ੍ਰੋਡਕਸ਼ਨ ਹੈ, ਠੀਕ ਆ, ਉਹਨੂੰ ਜਾ ਕੇ ਚੈੱਕ ਕਰਨਾ, ਉਹਦਾ ਨਿਊਟ੍ਰੀਸ਼ਨ ਐਂਡ ਉਹਦੀ ਫੂਡ ਸੇਫਟੀ ਨੂੰ ਧਿਆਨ 'ਚ ਰੱਖ ਕੇ ਮੀਲਸ ਸਟੂਡੈਂਟਸ ਲਈ ਦੇਖਣੇ, ਦੈਟ ਇਜ਼ ਮਾਈ ਕੋਰ ਜੌਬ। ਓਕੇ, ਬਟ ਐਂਡ ਦੈਨ ਤੁਸੀਂ ਤਾਂ ਰੋਜ਼ ਇਹਨਾਂ ਚੀਜ਼ਾਂ ਦੇ ਨਾਲ ਲਾਈਕ ਯੂ ਫੇਸ, ਰਾਈਟ? ਯਾ, and you probably solve those issues as well. Yeah. But I think by solving those issues you probably ਕਹਿ ਲਓ ਕਿ ਤੁਹਾਨੂੰ ਇੱਦਾਂ ਲੱਗਦਾ ਹੋਣਾ ਕਿ ਯਾਰ ਅੱਛਾ ਇਹ ਵੀ ਹੋ ਸਕਦਾ, ਕਿਉਂਕਿ ਤੁਹਾਡੀ ਹੁਣ ਅਸੀਂ ਕੰਮ ਤੇ ਜਾਈਦੇ, ਸਾਨੂੰ ਰੋਜ਼ ਨਵੀਂ ਕੁਛ ਨਾ ਕੁਛ ਚੀਜ਼ ਮਿਲ ਜਾਂਦੀ ਹੈ, ਰਾਈਟ? ਸੋ ਆਈ ਥਿੰਕ ਇਟ probably happening with you as well. ਬਹੁਤ ਪ੍ਰੋਬਲਮਸ ਹੁੰਦੀਆਂ ਨੇ, ਹੈ ਨਾ। ਕਈ ਕਿਚਨ ਪ੍ਰੋਡਕਸ਼ਨਸ ਇੱਦਾਂ ਮਤਲਬ ਵਰਕ ਕਰਦੀਆਂ ਨੇ ਜੋ ਕਿ ਨਹੀਂ ਧਿਆਨ ਦਿੰਦੀਆਂ ਨਿਊਟ੍ਰੀਸ਼ਨ ਤੇ, ਹੈ ਨਾ। ਸੋ ਉਹਨਾਂ ਨੂੰ ਦੱਸਣਾ ਕਿ ਦਿਸ ਇਜ਼ ਨਾਟ ਬੈਨੀਫੀਸ਼ੀਅਲ ਫॉर योर ਸਟੂਡੈਂਟਸ, ਹੈ ਨਾ। ਕਾਲਜ ਦੇ ਜਿਹੜੇ
ਯੂ نو ਮੈਨੇਜਮੈਂਟ ਦੇ ਲੋਕੀ ਨੇ, ਉਹਨਾਂ ਨਾਲ ਬੈਠ ਕੇ ਮੀਲ ਪਲਾਨ ਦੇਖਣਾ ਕਿ ਕਿੱਦਾਂ ਬੈਟਰ ਹੋ ਸਕਦਾ ਹੈ, Okay. ਕਿੱਦਾਂ ਡਿਫਰੈਂਟ ਏਜ ਦੇ ਜਿਹੜੇ ਯੂ نو ਬੱਚੇ ਨੇ Groups ਆ। ਕਾਲਜਸ 'ਚ ਹੈ ਨਾ, ਹਾਈ ਸਕੂਲ ਹੁੰਦਾ ਹੈ, ਫਿਰ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਦੇ ਹੁੰਦੇ ਹੈ, ਸੋ ਆਲ ਥੀਜ਼ ਫੈਕਟਰਸ ਸ਼ੁੱਡ ਬੀ ਟੇਕਨ ਇਨਟੂ ਅਕਾਊਂਟ ਜਦੋਂ ਉਹਨਾਂ ਦਾ ਮੀਲ ਪ੍ਰੈਪ ਹੋ ਰਿਹਾ ਹੈ। Okay. ਕਿਉਂਕਿ ਉੱਥੇ ਹੋਸਟਲ 'ਚ ਰਹਿ ਰਹੇ ਨੇ ਬੱਚੇ, ਉਹ ਬ੍ਰੈਕਫਾਸਟ ਵੀ ਕਰਦੇ ਨੇ, ਲੰਚ ਡਿਨਰ ਸਭ ਕੁਝ ਉੱਥੇ ਹੀ ਆ। ਸਭ ਕੁਝ ਉੱਥੇ ਹੈ, ਉਹਨਾਂ ਦਾ ਫੀਸ ਜੋ ਵੀ ਕਵਰ ਕਰਦੀ ਹੈ, ਇੱਦਾਂ ਕੁਝ ਹੈ। ਸੋ ਯੂ ਕਾਂਟ ਕੀਪ ਗਿਵਿੰਗ them ਫਰਾਈਜ਼ ਬਰਗਰਸ, ਹੈ ਨਾ, ਉਹਨਾਂ ਦਾ ਇੱਕ ਪ੍ਰੋਪਰ ਮੀਲ ਪਲਾਨ ਹੁੰਦਾ ਹੈ। ਬਟ ਦੈਟ ਇਜ਼ ਐਕਚੁਅਲੀ ਹੈਪਨਿੰਗ ਨੋ। ਉਹ ਹਾਂ, ਮਤਲਬ ਤੁਸੀਂ ਸਾਰਾ ਹੀ ਮੀਲ ਜਿਵੇਂ ਬਫੇ ਲੱਗਿਆ ਹੁੰਦਾ ਉਹਨਾਂ ਦਾ, ਹੈ ਨਾ, ਤੁਸੀਂ ਸਾਰਾ ਕੁਝ ਹੀ ਹੈਲਦੀ ਨਹੀਂ ਰੱਖ ਸਕਦੇ। ਇੱਕ ਸੈਕਸ਼ਨ ਹੁੰਦਾ ਸੈਲਡ ਦਾ, Yeah. ਇੱਕ ਸੈਕਸ਼ਨ ਹੋਏਗਾ ਪਾਸਤਾ ਦਾ, ਠੀਕ ਹੈ, ਤੇ ਇੱਕ ਸੈਕਸ਼ਨ ਹੋਏਗਾ ਜਿਹੜੇ ਮੇਨ ਕੋਰਸ ਹੈ। ਸੋ ਮੇਨ ਕੋਰਸ 'ਚ ਕਦੇ ਕਦੇ ਬੈਲੈਂਸ ਹੁੰਦਾ ਹੈ, ਓਕੇ। ਠੀਕ ਹੈ, ਇੱਦਾਂ ਨਹੀਂ ਵੀ ਬੱਚਿਆਂ ਨੂੰ ਦੇਣਾ ਵੀ ਨਹੀਂ ਕੁਝ, ਹੈ ਨਾ, ਜਸਟ ਟੂ ਫੁਲਫਿਲ ਦੇਅਰ ਕ੍ਰੇਵਿੰਗਸ। Yeah. ਸੋ ਕਈ ਵਾਰੀ ਅਸੀਂ ਬੈਲੈਂਸ ਬਣਾ ਕੇ ਚੱਲਦੇ ਹਾਂ। That's actually a very hard job as well, right? ਕਿ ਹਾਂ। ਤੁਸੀਂ you have to ਆਪਣਾ ਤਾਂ ਬੰਦਾ ਇਹ ਸੋਚਦਾ ਕਿ ਅੱਛਾ ਮੈਂ ਆ ਖਾ ਲਵਾਂ, ਕੁਝ ਵੀ ਖਾ ਲਵਾਂਗਾ, right? ਹਾਂ। Then you have to think for the college or students. I think that's a very hard job. But ਤੁਸੀਂ ਅੱਜ ਤੱਕ ਦੀ ਤੁਹਾਨੂੰ ਇਦਾਂ ਦੀ ਕੋਈ ਹੈਗੀ ਯਾਰ ਕੋਈ ਕਿ ਬਹੁਤ ਤਕੜੀ ਕੋਈ ਇਸ਼ੂ ਆਇਆ ਹੋਵੇ ਜਾਂ ਬਹੁਤ ਤਕੜਾ ਤੁਸੀਂ ਕੋਈ ਦੇਖਿਆ ਹੋਇਆ ਕਿ ਅੱਛਾ ਇਦਾਂ ਵੀ ਹੋ ਸਕਦਾ on your job? Like ਇਦਾਂ ਮਤਲਬ ਹੁੰਦਾ ਕੋਈ- ਕੋਈ ਮਤਲਬ ਕੋਈ ਵੀ ਸਟੋਰੀ ਹੋਵੇ ਜਾਂ ਕੁਝ ਵੀ ਹੋਵੇ? ਇੱਦਾਂ ਹੋਇਆ ਹੈ, ਇੱਕ ਸੀਗੀ ਕਾਲਜ ਕਿਚਨ, ਲਾਈਕ ਆਈ ਵਿਲ ਨਾਟ ਮੈਂਸ਼ਨ ਇਟ, Yeah, yeah. ਬਟ ਉਹਦਾ ਤਾਂ ਬਹੁਤ ਬੁਰਾ ਹਾਲ ਸੀ। Okay. ਐਂਡ ਆਈ ਵਾਜ਼ ਐਕਚੁਅਲੀ ਸ਼ੌਕਡ ਕਿ ਬੱਚੇ ਖਾ ਰਿਹਾ। ਬਣ ਕਿਉਂ ਰਿਹਾ ਫੂਡ ਉੱਥੇ, ਹੈ ਨਾ। Okay. ਐਂਡ ਇਟ ਵਾਜ਼ ਜਸਟ ਮਤਲਬ ਮੈਂ ਉੱਥੇ ਜਾ ਕੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕਿੱਦਾਂ ਕੀ ਸ਼ੁਰੂ ਕਰਾਂ, ਹੈ ਨਾ, ਕਿ ਇੰਨਾ ਕੁਝ ਕਰੈਕਟ ਕਰਨ ਵਾਲਾ ਸੀਗਾ। Okay. ਕਿਉਂਕਿ ਬੱਚੇ ਕੀ ਕਰਦੇ ਆ, ਐਂਡ ਬੱਚਿਆਂ ਦੇ ਪੇਰੈਂਟਸ ਜਿਹੜੇ ਭੇਜ ਰਹੇ ਨੇ ਬੱਚਿਆਂ ਨੂੰ ਸਕੂਲ ਐਂਡ ਕਾਲਜਸ, ਉਹ ਟਰਸਟ ਕਰਦੇ ਆ ਕਾਲਜ ਫੈਸਿਲਿਟੀ ਤੇ, ਬਿਲਕੁਲ। ਹੈ ਨਾ, ਉਹਨਾਂ ਨੂੰ ਟਰਸਟ ਹੁੰਦਾ ਕਿ ਸਾਨੂੰ ਜੋ ਫੂਡ ਪ੍ਰੋਵਾਈਡ ਹੋ ਰਿਹਾ ਉਹ ਟੌਪ ਨੌਚ ਕੁਆਲਿਟੀ ਹੈ। ਤੇ ਕੈਨੇਡਾ 'ਚ ਫੂਡ ਸੇਫਟੀ ਨੂੰ ਐਕਚੁਅਲੀ ਬਹੁਤ ਜ਼ਿਆਦਾ ਮੰਨਿਆ ਜਾਂਦਾ ਹੈ। ਬਿਲਕੁਲ। ਰੈਗੂਲਰ ਆਡਿਟਸ ਹੁੰਦੇ ਹੈ, ਹੈ ਨਾ, ਗਵਰਨਮੈਂਟ ਆਉਂਦੀ ਆਡਿਟ ਕਰਨ, ਉਹ ਸਾਰਾ ਕੁਝ ਥੋਰਲੀ ਚੈੱਕ ਕਰਦੇ ਆ। Okay. ਉਹ ਇੱਦਾਂ ਵੀ ਮਤਲਬ ਇੱਦਾਂ ਸਕ੍ਰੈਚ ਕਰਕੇ ਵੀ ਦੇਖਣਗੇ ਕਿ ਕੁਝ ਹੈ ਤਾਂ ਨਹੀਂ ਸਰਫੇਸ ਤੇ। Okay. ਸੋ ਇੱਦਾਂ ਸੀਗਾ, ਹੈ ਨਾ, ਮੈਂ ਇੱਕ ਕਾਲਜ ਗਈ ਐਂਡ ਇਟ ਵਾਜ਼ ਜਸਟ ਸੋ ਬੈਡ। ਕੋਈ ਰੈਗੂਲਰ ਉਹਨਾਂ ਦਾ ਕਲੀਨਿੰਗ ਪਲਾਨ ਨਹੀਂ ਸੀਗਾ, ਜੋ ਫੂਡ ਬਣ ਰਿਹਾ ਸੀਗਾ that was in a very very bad shape. Okay. ਸੋ ਇੱਦਾਂ ਦੇ ਐਕਸਪੀਰੀਐਂਸਿਸ ਹੁੰਦੇ ਰਹਿੰਦੇ ਆ, ਹੈ ਨਾ। ਸੋ ਯੂ ਹੈਵ ਟੂ ਜਸਟ, ਮੇਰੀ ਜੌਬ ਹੈ ਉਹਨਾਂ ਨੂੰ ਦੱਸਣਾ, ਕਰੈਕਟ ਕਰਨਾ ਕਿ ਦਿਸ ਇਜ਼ ਨਾਟ ਓਕੇ, ਕਿ ਜੇ ਉਹਨਾਂ ਕੋਲ ਕੋਈ ਗਵਰਨਮੈਂਟ ਰਿਲੇਟਡ ਆਫੀਸ਼ੀਅਲ ਵੀ ਆਏਗਾ ਉਹਨਾਂ ਨੇ ਉਹਨਾਂ ਨੂੰ ਕੈਂਸਲ ਕਰ ਦੇਣਾ ਲਾਇਸੈਂਸ। Okay. ਸੋ ਕਾਲਜ ਪ੍ਰੋਬਲਮ 'ਚ ਫਸ ਜਾਏਗਾ, ਹੈ ਨਾ। ਬਹੁਤ ਸਾਰੇ ਬਿਜ਼ਨੈਸਿਸ ਅਫੈਕਟ ਹੁੰਦੇ ਆ ਕਿਚਨ ਬੰਦ ਹੋਣ ਕਰਕੇ। ਬਿਲਕੁਲ। ਸੋ ਯਾ। But okay, so now ਆਪਾਂ ਵਰਕ ਬਾਰੇ ਗੱਲ ਕਰ ਲਈ, ਯਾ। ਆਪਾਂ ਐਜ਼ ਅ ਡਾਈਟ ਦੀ ਗੱਲ ਕਰ ਲਈ, ਬਟ ਵਟ ਯੂ ਥਿੰਕ ਸਾਡੇ ਵਰਗਾ ਬੰਦਾ ਜਿਹੜਾ ਕੰਮ ਤੇ ਜਾ ਰਿਹਾ ਰੋਜ਼ ਸਵੇਰੇ 6-7 ਵਜੇ 8 ਵਜੇ, ਵਟ ਸ਼ੁੱਡ ਬੀ ਦ ਫਸਟ ਮੀਲ? ਕਿ ਅਸੀਂ ਪਹਿਲਾ ਮੀਲ, ਬਿਕੋਜ਼ ਮੈਂ ਇੱਦਾਂ ਦੇ ਦਿਆਂ ਮੈਂ ਹੁਣ ਇਟਸ ਐਕਚੁਅਲੀ ਦੇਰ ਇਜ਼ ਅ lot of information on your fingertips. You just go and you can have a whole book, you just go through it, है ना? Yeah. So recently I was just thinking क्योंकि मैं फर्स्ट मील मेरा की होगा, ਕੋਈ ਬੰਦਾ ਕਹਿ ਰਿਹਾ, ਹਰ ਬੰਦੇ ਦੀ ਆਪਣੀ ਥਿਊਰੀ ਹੈ। Yeah. ਕੋਈ ਬੰਦਾ ਕਹਿ ਰਿਹਾ ਓਟ ਮੀਲ ਵਧੀਆ, ਕੋਈ ਬੰਦਾ ਕਹਿ ਰਿਹਾ ਹੈਵ ਜਸਟ ਸਮ ਨਟਸ ਵਿਦ ਯੂ نو ਬਲੈਕ ਕਾਫੀ ਜਾਂ ਕੁਝ ਵੀ। ਬਟ ਵਟ ਯੂ ਥਿੰਕ ਇੱਕ ਪਹਿਲਾ ਮੀਲ ਕਿਦਾਂ? ਆਈ ਥਿੰਕ ਦੈਟ ਸੈਟ ਯੂਰ ਡੇ, Yeah, that's true. ਹੈ ਨਾ? Definitely. So how we can set up a day? So ਹੁਣ ਜਿਵੇਂ ਅਸੀਂ ਸਾਰੇ ਵਰਕ ਕਰਦੇ ਹਾਂ, ਹੈ ਨਾ, we have to leave our home at 8, ਹੈ ਨਾ। Yeah, Eight- ਮਤਲਬ ਨਾਰਮਲੀ ਮੇਰਾ ਥੋੜਾ ਜਲਦੀ ਹੈ, ਬਟ ਲਾਈਕ ਹਾਂ, ਨਾਰਮਲੀ normally ਅਸੀਂ ਜ਼ਿਆਦਾ ਜਲਦੀ ਮਤਲਬ ਕਰਦੇ ਹਾਂ ਸ਼ੁਰੂ ਦਿਨ ਆਪਣਾ। ਸੋ ਮੇਰੇ ਅਕੋਰਡਿੰਗਲੀ ਬ੍ਰੇਕਫਾਸਟ ਕਰਨਾ ਬਹੁਤ ਇੰਪੋਰਟੈਂਟ ਹੈ। ਜੇ ਤੁਸੀਂ ਬ੍ਰੇਕਫਾਸਟ ਨਹੀਂ ਕਰ ਰਹੇ ਤੁਸੀਂ ਕੁਝ ਨਾ ਕੁਝ ਫਿਰ ਊਟਪਟਾਂਗ ਲੰਚ 'ਚ ਖਾਓਗੇ, ਹੈ ਨਾ, ਸਹੀ ਗੱਲ। ਪਹਿਲਾਂ ਵੀ ਖਾਓਗੇ ਕੁਝ। ਸੋ ਬ੍ਰੇਕਫਾਸਟ ਕਰਨਾ ਇੰਪੋਰਟੈਂਟ ਹੈ। ਜਾਂ ਤੁਸੀਂ 2-3 ਆਪਸ਼ਨਸ ਨੇ, ਹੈ ਨਾ, ਤੁਸੀਂ ਵੈਸੇ ਓਵਰਨਾਈਟ ਓਟਸ ਇਜ਼ ਅ ਵੈਰੀ ਗੁੱਡ ਆਪਸ਼ਨ। ਓਕੇ। ਠੀਕ ਹੈ, ਬਹੁਤ ਲੋਕੀ ਇਸ ਚੀਜ਼ ਨੂੰ ਫੋਲੋ ਕਰਦੇ ਹਨ, ਬਹੁਤ ਬੈਨੀਫੀਸ਼ੀਅਲ ਹੈ ਕਿਉਂਕਿ ਓਟਸ ਇੱਕ ਤਾਂ ਫਿਲਿੰਗ ਹੈ, ਤੁਹਾਨੂੰ ਜ਼ਿਆਦਾ ਭੁੱਖ ਨਹੀਂ ਲੱਗਦੀ ਖਾਣ ਤੋਂ ਬਾਅਦ, ਹੈਲਦੀ ਬਹੁਤ ਹੈ, ਕੋਈ ਫਾਈਬਰਸ ਫਾਈਬਰ ਨੇ ਉਹਦੇ 'ਚ, ਹੈ ਨਾ। ਐਂਡ ਫਾਈਬਰ ਜਦੋਂ ਤੁਸੀਂ ਸਵੇਰੇ ਫਾਈਬਰ ਲੈਂਦੇ ਹੋ ਤਾਂ ਵਧੀਆ ਮੈਟਾਬੋਲਿਜ਼ਮ, ਡਾਈਜੈਸ਼ਨ ਵਧੀਆ ਹੁੰਦੀ ਹੈ ਥਰੂ ਆਊਟ ਯੂਰ ਡੇ। ਫਰੂਟਸ ਉਹਦੇ 'ਚ ਤੁਸੀਂ ਪਾਉਂਦੇ ਹੋ, ਹੈ ਨਾ। ਐਂਡ ਓਵਰਨਾਈਟ ਓਟਸ ਅਸੀਂ ਸ਼ੂਗਰ ਨਹੀਂ ਪਾਉਂਦੇ, ਅਸੀਂ ਹਨੀ ਪਾ ਲੈਂਦੇ ਹਾਂ, ਮੇਪਲ ਸਿਰਪ ਪਾ ਲੈਂਦੇ ਹਾਂ, ਇੱਦਾਂ ਚੀਆ ਸੀਡਸ ਪਾ ਸਕਦੇ ਹਾਂ, ਬਹੁਤ ਵੇਰੀਏਸ਼ਨਸ ਨੇ, ਠੀਕ ਹੈ। ਜਾਂ ਤਾਂ ਤੁਸੀਂ ਉਹ ਆਪਣਾ ਪ੍ਰੈਪ ਕਰਕੇ ਰੱਖ ਲਓ ਰਾਤ ਨੂੰ। ਅਦਰਵਾਈਜ਼ ਜਿਹੜੀ ਠੀਕ ਚੀਜ਼ ਨਹੀਂ ਹੈ ਉਹ ਹੈ ਪਹਿਲਾਂ ਹੀ ਕੌਫੀ ਲੈਣੀ। ਠੀਕ ਆ। So if you're drinking coffee first thing in the morning, that's not at all good. ਓਕੇ। ਠੀਕ ਹੈ। ਕੌਫੀ ਕੀ ਕਰਦੀ ਹੈ, ਕੌਫੀ ਪੀਣ ਨਾਲ ਸਾਨੂੰ ਇਹ ਹੁੰਦਾ ਕਿ ਅਸੀਂ ਜਾਗ ਜਾਂਦੇ ਹਾਂ, ਨਾ, ਸਾਨੂੰ ਇੱਦਾਂ ਲੱਗਦਾ ਵੀ ਆਰ ਅਵੇਕ ਨਾਓ, ਬਟ ਉਹ ਬੋਡੀ ਨੂੰ ਇੱਦਾਂ
ਇਫੈਕਟ ਕਰਦੀ ਹੈ ਬੋਡੀ ਨੂੰ। ਇੱਦਾਂ ਲੱਗਦਾ ਕਿ the person is going through some stress kind of situation. Okay. By taking caffeine, body produces some hormones which are called stress hormones. Okay. ਤਾਂ body alert ਹੋ ਜਾਂਦੀ ਹੈ. ਠੀਕ ਆ. That's why you feel alert. Okay. ਠੀਕ ਹੈ. So first thing, taking coffee in the morning is not good. ਠੀਕ ਆ. You don't want to put your body ਪਹਿਲਾਂ ਹੀ ਤੁਸੀਂ ਹੈ ਨਾ ਪਹਿਲਾ ਮੀਲ ਹੈ ਇਹਨੂੰ ਹੀ ਤੁਸੀਂ ਬੋਡੀ ਨੂੰ ਇੱਕਦਮ ਸਟ੍ਰੈਸ 'ਚ ਪਾਤਾ ਕਿ ਕੁਝ ਹੋ ਗਿਆ ਹੈ ਨਾ। ਸਾਨੂੰ ਲੱਗਦਾ ਵੀ ਅਸੀਂ ਅਲਰਟ ਹੋ ਗਏ ਬਿਲਕੁਲ ਹੈ ਨਾ, ਪਰ ਬੋਡੀ ਦੇ ਅੰਦਰ ਸਟ੍ਰੈਸ ਹਾਰਮੋਨ ਪ੍ਰੋਡਿਊਸ ਹੋ ਰਿਹਾ ਤਾਂ ਅਸੀਂ ਅਲਰਟ ਹੋ ਜਾਂਦੇ ਹਾਂ। ਬਟ ਇਫ ਯੂ ਗੋ ਥਰੂ ਦ ਪਲਾਜ਼ਾ अर्ਲੀ ਮਾਰਨਿੰਗ ਟਿਮ ਹੋਟਨ ਦੇ ਬਾਹਰ ਯਾਰ ਇੰਨੇ ਵੱਡੇ ਵੱਡੇ ਲਾਈਨ ਅਪ ਆ ਲਾਈਕ ਜਿਹੜੇ ਬੰਦੇ ਨੇ 8 ਵਜੇ ਕੰਮ ਤੇ ਪਹੁੰਚਣਾ ਉਹ 8:20 ਤੇ ਪਹੁੰਚ ਰਿਹਾ ਕੰਮ ਤੇ ਜਸਟ ਬਿਕੋਜ਼ ਆਫ ਟਿਮ ਰਾਈਟ। ਬਟ ਓਕੇ ਆਫਟਰ ਹੈਵਿੰਗ ਓਟਮੀਲ we can have a coffee? Yes, you need to put something in your system. Okay. ਠੀਕ ਹੈ, oatmeal ਨਹੀਂ ਹੋਰ ਤੁਸੀਂ ਰਾਤ ਨੂੰ ਬਹੁਤ ਕੁਝ ਸਵੇਰੇ ਜਲਦੀ ਨਿਕਲਣਾ ਹੁੰਦਾ ਹੈ, you can have a toast. Egg ਫਟਾਫਟ ਉਹ ਕੀਤਾ ਕੀ ਕਹਿੰਦੇ ਉਹਨੂੰ ਪੋਚ ਕੀਤਾ ਹੈ ਨਾ ਜਾਂ ਇੱਕ ਹਾਫ ਫਰਾਈ ਸਕ੍ਰੈਂਬਲਡ ਖਾ ਲਏ ਹੈ ਨਾ, ਇੱਕ ਟੋਸਟ ਕੀਤਾ 2 ਟੋਸਟ ਕੀਤੇ ਐਂਡ ਯੂ ਕੈਨ ਹੈਵ ਦੈਟ। ਥੋੜਾ ਜਿਹਾ ਆਪਣਾ 5 ਮਿੰਟ ਦਾ ਰੱਖੋ ਕਿ ਮੈਂ ਬ੍ਰੈਕਫਾਸਟ ਕਰਕੇ ਜਾਵਾਂ ਜਾਂ ਡਰਾਈਵ ਕਰਦੇ ਕਰਨਾ, ਦੈਟਸ ਨੋ ਪ੍ਰੋਬਲਮ। ਫਿਰ ਤੁਸੀਂ ਕਾਫੀ ਲੈ ਸਕਦੇ ਹੋ ਠੀਕ ਹੈ, ਕਿਉਂਕਿ ਫਿਰ ਬੋਡੀ ਇਜ਼ ਓਕੇ ਕਿ ਕੁਝ ਪੈ ਗਿਆ ਸਿਸਟਮ 'ਚ। ਫਿਰ ਕਾਫੀ ਕਿੱਦਾਂ ਬੈਨੀਫੀਸ਼ੀਅਲ ਹੁੰਦੀ ਹੈ, ਕਾਫੀ ਚਲੇਗੀ ਸਿਸਟਮ 'ਚ, ਉਹ ਡਾਈਜੈਸ਼ਨ ਨੂੰ ਥੋੜਾ ਟ੍ਰਿਗਰ ਕਰਦੀ ਹੈ। ਸੋ ਇਨ ਦੈਟ ਵੇਜ਼ ਇਟਸ ਗੁੱਡ, ਮੈਟਾਬੋਲਿਜ਼ਮ ਠੀਕ ਹੋ ਜਾਏਗਾ, ਕੈਫੀਨ ਜਾ ਰਹੀ ਹੈ ਥੋੜਾ ਜਿਹਾ, ਤੁਸੀਂ ਤੁਹਾਡਾ ਸਟਮਕ ਫੁੱਲ ਹੈ ਹੈ ਨਾ, ਤਾਂ ਕੈਫੀਨ ਵਰਕਸ ਇਨ ਅ ਡਿਫਰੈਂਟ ਵੇ। ਤੁਹਾਡੀ ਬੋਡੀ ਜ਼ਿਆਦਾ ਸਟ੍ਰੈਸ 'ਚ ਨਹੀਂ ਹੋਏਗੀ, ਅਲਰਟ ਤੁਸੀਂ ਫਿਰ ਵੀ ਰਹੋਗੇ। ਬਟ ਇਫ ਯਰ ਸਟਮਕ ਇਜ਼ ਫੁੱਲ ਐਂਡ ਫਿਰ ਤੁਸੀਂ ਟੀ ਜਾਂ ਕਾਫੀ ਲੈ ਰਹੇ ਹੋ ਦੈਨ ਦੈਟ ਇਟਸ ਬੈਨੀਫੀਸ਼ੀਅਲ। ਓਕੇ, ਵੀ're talking about coffee. ਸੋ ਕਾਫੀ ਦੀ ਇੱਕ ਵੀ ਹੁੰਦਾ ਕਿ ਯਾਰ ਸ਼ਾਮ ਨੂੰ ਇੰਨੇ ਵਜੇ ਤੋਂ ਬਾਅਦ like don't take coffee. Yeah, that's not beneficial. Yeah, what do you think, like what is a good timing? ਟਾਈਮਿੰਗ ਸਿਰਫ ਇਹ ਕਿ ਤੁਸੀਂ 4 PM ਤੋਂ ਪਹਿਲਾਂ ਕਾਫੀ ਆਪਣੀ ਕਾਫੀ ਜਾਂ ਟੀ ਲੈ ਲਓ। ਠੀਕ ਹੈ, 4:30 ਤੋਂ ਪਹਿਲਾਂ। ਓਕੇ, ਕਿਉਂਕਿ ਕੈਫੀਨ ਸਾਡੇ ਸਿਸਟਮ 'ਚ 3-4 ਆਵਰਸ ਲਈ ਰਹਿੰਦਾ ਹੈ। ਠੀਕ ਹੈ, ਸੋ ਜੇ ਤੁਸੀਂ ਰਾਤ ਨੂੰ 7-8 ਵਜੇ ਕਾਫੀ ਲੈ ਰਹੇ ਹੋ ਫਿਰ ਸੋ ਨਹੀਂ ਪਾਉਂਗੇ ਐਂਡ ਹੋਰ ਹੀ ਬੋਡੀ 'ਚ ਕਿਉਂਕਿ ਬੋਡੀ ਜਦੋਂ ਸਨਸੈਟ ਹੋ ਜਾਂਦਾ ਨਾ ਉਦੋਂ ਤੋਂ ਬੋਡੀ ਦੇ ਅੰਦਰ ਵੀ ਚੇਂਜਸ ਆਉਂਦੇ ਆ। ਠੀਕ ਹੈ, ਸਨ ਦੇ ਅਕੋਰਡਿੰਗ ਬੋਡੀ ਨੂੰ ਲੱਗਦਾ ਕਿ ਮੇਰਾ ਹੁਣ ਸ਼ਟ ਡਾਊਨ ਹੋਣ ਦਾ ਟਾਈਮ ਆ ਗਿਆ। ਠੀਕ ਹੈ, ਹੁਣ ਤੁਸੀਂ ਸਨਸੈਟ ਦੇ ਬਾਅਦ ਕਾਫੀ ਪੀ ਰਹੇ ਹੋ ਬੋਡੀ ਫਿਰ ਅਵੇਕ ਹੋ ਗਈ ਹੈ ਨਾ, ਉਹ ਇੰਬੈਲੈਂਸ ਹੋ ਜਾਂਦਾ ਹੈ। ਓਕੇ, ਬਹੁਤ ਕੁੜੀਆਂ ਨੂੰ ਮੈਂ ਦੇਖਿਆ ਹਾਰਮੋਨਲ ਪ੍ਰੋਬਲਮਸ ਆਉਂਦੀਆਂ ਨੇ ਹੈ ਨਾ, ਐਕਨੇ ਹੋ ਜਾਂਦਾ ਹੈ। ਇਟਸ ਆਲ ਬਿਕੋਜ਼ ਆਫ ਥੀਸ ਥਿੰਗਸ ਕਿ ਤੁਸੀਂ ਬੋਡੀ ਦੇ ਨੈਚੁਰਲ ਸਾਈਕਲ ਨੂੰ ਡਿਸਰਪਟ ਕਰ ਰਹੇ ਹੋ। ਓਕੇ, ਥੀਸ ਲਿਟਲ ਥਿੰਗਸ ਮੈਟਰ ਅ ਲੋਟ। ਓਕੇ, ਆਪਾਂ ਕੁੜੀਆਂ ਦੀ ਹੁਣ ਗੱਲ ਸ਼ੁਰੂ ਕੀਤੀ। ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਇੱਕ ਹੋਰ ਟੌਪਿਕ ਬਹੁਤ ਜ਼ਿਆਦਾ ਚੱਲ ਰਿਹਾ, ਚਾਈਲਡ ਨਿਊਟ੍ਰੀਸ਼ਨ। ਯਾ, ਮੈਂ ਐਕਚੁਅਲੀ ਨਾ ਥੋੜ੍ਹੇ ਦਿਨ ਪਹਿਲੇ ਇੱਕ ਪੋਡਕਾਸਟ ਦੇਖ ਰਿਹਾ ਸੀ, ਦ ਲੇਡੀ ਵਾਜ਼ ਸੇਇੰਗ ਕਿ ਇਟ ਆਲ ਸਟਾਰਟਸ ਕਹਿ ਲਓ ਕਿ ਆਫਟਰ ਪ੍ਰੈਗਨੈਂਸੀ ਔਰ ਬਿਫੋਰ ਪ੍ਰੈਗਨੈਂਸੀ ਇਹ ਚੀਜ਼ਾਂ ਸਟਾਰਟ ਹੋ ਜਾਂਦੀਆਂ। ਯਾ, ਰਾਈਟ। ਸੋ ਜੇ ਤੁਸੀਂ ਉਦੋਂ ਆਪਣੀ ਨਿਊਟ੍ਰੀਸ਼ਨਸ ਐਂਡ ਡਾਈਟ ਨੂੰ ਕਹਿ ਲਓ ਸਸਟੇਨ ਨਹੀਂ ਕਰ ਪਾ ਰਹੇ ਹੋ ਐਂਡ ਸ਼ੀ ਵਾਜ਼ ਸੇਇੰਗ ਕਿ ਉਦੋਂ ਜਿਹੜੀ ਤੁਹਾਡੀ ਉਹ ਡਾਈਟ ਹੈ ਨਾ, even before pregnancy or after pregnancy or while the time of that period, right? ਉਹ ਜਿਹੜੀ diet ਆ that set your baby or that, so ਉਹ ਕੀ ਹਿਸਾਬ ਆ, like what is a child nutrition? I think right now this is a very we are not so much aware of this. ਜ਼ਿਆਦਾਤਰ ਲੋਕਾਂ ਨੂੰ ਨੌਲੇਜ ਨਹੀਂ ਹੈ ਹੈ ਨਾ, ਆਪਣੇ ਜਿਹੜੇ ਪੁਰਾਣੇ ਮੰਮਾ ਵਗੈਰਾ ਉਹ ਸਾਰੇ ਹੀ ਕਹਿੰਦੇ ਕਿ ਤੁਸੀਂ ਘਿਓ ਖਾਂਦੇ ਰਹੋ ਹੈ ਨਾ, ਜ਼ਿਆਦਾ ਖਾਓ। ਜ਼ਿਆਦਾ ਖਾਣ ਨਾਲ ਇੰਨਾ ਬੈਨੀਫਿਟ ਨਹੀਂ ਹੁੰਦਾ ਜਿੰਨਾ ਕਿ ਠੀਕ ਚੀਜ਼ਾਂ ਖਾਣ ਨਾਲ ਹੁੰਦਾ। ਫਸਟ ਆਫ ਆਲ ਹੈ ਨਾ, ਤੁਸੀਂ ਜੇ ਠੀਕ ਚੀਜ਼ਾਂ ਖਾ ਰਹੇ ਹੋ ਠੀਕ ਕੁਆਂਟਿਟੀ 'ਚ, ਉਹ ਜ਼ਿਆਦਾ ਮੈਟਰ ਕਰਦਾ ਹੈ। ਸੋ ਆਫਕੋਰਸ ਜੇ ਤੁਸੀਂ ਪ੍ਰੈਗਨੈਂਟ ਹੋ ਤਾਂ ਡਾਈਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਨ ਦ ਵੇ ਕਿ ਆਫਕੋਰਸ ਵੂਮ 'ਚ ਬੱਚਾ ਹੈ ਨਾ, ਉਹਦੀ ਤਾਂ ਡਾਈਟ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ। ਰਾਈਟ, ਅਤੇ ਸਭ ਤੋਂ ਮੇਨ ਚੀਜ਼ ਹੈ ਜੇ ਤੁਸੀਂ ਪ੍ਰੈਗਨੈਂਟ ਹੋ ਐਂਡ ਤੁਸੀਂ ਇੱਕ ਵਧੀਆ ਡਾਈਟ ਫੋਲੋ ਕਰਨਾ ਚਾਹੁੰਦੇ ਹੋ, ਉਹ ਹੈ ਕਿ ਜਦੋਂ ਬੱਚਾ ਜਿਹੜੀ ਮਦਰ ਹੈ ਉਹ ਆਇਰਨ ਡੈਫੀਸ਼ੀਐਂਸੀ ਤੋਂ ਗੁਜ਼ਰ ਜਾਂਦੀ ਹੈ, ਕਿਉਂਕਿ ਆਫਕੋਰਸ ਬਲੱਡ ਹੈ ਨਾ ਬੱਚੇ ਨੂੰ ਸਾਰਾ ਵੂਮ 'ਚ ਜਾ ਰਿਹਾ ਹੈ, ਅਤੇ ਜੇ ਤੁਸੀਂ ਆਇਰਨ ਡੈਫੀਸ਼ੀਐਂਟ ਹੋ ਨਾ ਤਾਂ ਤੁਹਾਡਾ ਚਾਈਲਡ ਦਾ ਜਿਹੜਾ ਮਤਲਬ ਪ੍ਰੋਪਰ ਵੇਟ ਨਹੀਂ ਆਏਗਾ ਬਾਹਰ ਆ ਕੇ। ਅਤੇ ਇੱਥੋਂ ਦੇ ਡਾਕਟਰ, ਵੈਸੇ ਵੀ ਸਾਰੇ ਡਾਕਟਰ ਬਹੁਤ ਰეკਮੈਂਡ ਕਰਦੇ ਤੁਸੀਂ ਆਇਰਨ ਸਪਲੀਮੈਂਟਸ ਖਾਓ। ਠੀਕ ਹੈ, ਕਿਉਂਕਿ ਡਾਈਟ ਤਾਂ ਅਸੀਂ ਧਿਆਨ 'ਚ ਰੱਖ ਹੀ ਲੈਂਦੇ ਹਾਂ ਬਿਕੋਜ਼ ਉਹ ਸਭ ਤੋਂ ਮੇਜਰ ਟਾਈਮ ਹੁੰਦਾ ਇੱਕ ਵੂਮਨ ਦਾ ਜੋ ਗੋ ਥਰੂ ਕਰਦੀ ਹੈ, ਤਾਂ ਅਸੀਂ ਐਕਸਟਰਾ ਕੇਅਰ ਰੱਖਦੇ ਹਾਂ, ਸਾਰੇ ਐਕਸਟਰਾ ਕੇਅਰ ਰੱਖਦੇ ਹਾਂ, ਬਟ ਪ੍ਰੋਪਰ ਕੇਅਰ ਰੱਖਣੀ, ਇੱਕ ਠੀਕ ਕੇਅਰ ਰੱਖਣੀ ਜਿਹੜੀ
ਇੱਦਾਂ ਨਹੀਂ ਤੁਸੀਂ ਕੁਝ ਵੀ ਖਾਈ ਜਾਓ, ਹਨਾ। ਬਿਲਕੁਲ। ਇੱਕ ਪ੍ਰੋਪਰ ਬੱਚੇ ਨੂੰ ਕੀ ਚਾਹੀਦਾ ਹੈ, ਮਦਰ ਨੂੰ ਕੀ ਚਾਹੀਦਾ ਹੈ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਐਂਡ ਮੈਨੂੰ ਇੱਦਾਂ ਲੱਗਦਾ ਯਾਰ ਕਿ ਉਹ ਸਿਰਫ ਓਨੇ ਕੁ ਪੀਰੀਅਡ ਲਈ ਨਹੀਂ, ਉਸ ਤੋਂ ਪਹਿਲਾਂ ਵੀ ਐਂਡ ਬਾਅਦ ਚੋਂ ਵੀ। ਇਹ ਸਾਰਾ ਪ੍ਰੋਸੈਸ ਸਾਲ ਤੋਂ ਤਾਂ ਸ਼ੁਰੂ ਹੋ ਹੀ ਜਾਂਦਾ, ਯੂ نو। ਓਕੇ। ਇਫ ਯੂ ਤੁਸੀਂ ਪਲਾਨ ਕਰਕੇ ਸਾਰਾ ਕੁਝ ਕਰ ਰਹੇ ਹੋ ਤਾਂ ਤੁਹਾਨੂੰ ਮਦਰ ਨੂੰ ਡਾਈਟ ਵੀ ਸਾਲ ਜਾਂ 8 ਮਹੀਨੇ ਪਹਿਲਾਂ ਤਾਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਬਿਕੋਜ਼ ਬੱਚੇ ਨੂੰ ਇੱਕ ਹੈਲਦੀ ਇਨਵਾਇਰਨਮੈਂਟ ਚਾਹੀਦਾ ਅੰਦਰ ਗਰੋ ਕਰਨ ਲਈ, ਹਨਾ। ਹੁਣ ਕੱਲ ਪਰਸੋਂ ਮੈਂ ਸਾਰਾ ਖਾ ਕੇ ਹਟੀ ਆਂ, ਮੈਂ ਸੋਚ ਰਹੀ ਹਾਂ ਕਿ ਯੂ نو ਸਟਾਪ ਈਟਿੰਗ, ਇੱਦਾਂ ਨਹੀਂ ਹੋ ਸਕਦਾ। ਤੁਸੀਂ ਯੂ ਹੈਵ ਟੂ ਮੇਨਟੇਨ ਯੋਰ ਡਾਈਟ ਫॉर ਅ ਕਪਲ ਆਫ ਮੰਥਸ। what should be the, I think, the best way, because in a pregnancy I think there will be so many up and downs for a woman. So what should be the best step for women in pregnancy to sustain that diet? मतलब काफ़ी ऑप्शंस ने ਇਹਦੇ ਵੀ। Okay. ਮੇਨ ਚੀਜ਼ ਇਹ ਹੈ ਕਿ 3 ਮੀਲਸ ਖਾਣੇ ਇਜ਼ ਨਾਟ ਇਨਫ। Okay. ਤੁਸੀਂ ਬ੍ਰੈਕਫਾਸਟ, ਫਿਰ ਬ੍ਰੈਕਫਾਸਟ ਤੋਂ ਬਾਅਦ ਲੰਚ ਤੋਂ ਪਹਿਲਾਂ, ਫਿਰ ਲੰਚ, ਠੀਕ ਹੈ, ਕਰੋ। ਲੰਚ ਤੋਂ ਬਾਅਦ ਕੁਝ ਖਾਓ, ਈਵਨਿੰਗ ਸਨੈਕ ਕੁਝ ਖਾਓ, ਡਿਨਰ ਕਰੋ, ਐਂਡ ਸੌਣ ਤੋਂ ਪਹਿਲਾਂ ਕੁਝ ਖਾਓ। ਸੋ ਯੂ ਹੈਵ ਟੂ ਕਹ ਲਓ ਕੈਟੇਗਰਾਈਜ਼ ਯੋਰ ਡੇ ਇਨਟੂ ਅ ਲੋਟ ਆਫ ਪਾਰਟਸ। ਮੈਂ ਇੱਕ ਪ੍ਰੈਗਨੈਂਟ ਡਾਈਟਸ ਵੀ ਮੈਂ ਬਹੁਤ ਵਾਰੀ ਦਿੱਤੀ ਹੋਈਆਂ ਆਪਣੇ। That was actually my next question. I was gonna ask you that ਕਿ ਤੁਸੀਂ ਕਰਦੇ ਹੋ? ਮੈਂ ਪਹਿਲਾਂ ਦਿੱਤੀਆਂ ਹੋਈਆਂ ਨੇ, ਰੀਸੈਂਟਲੀ ਆਈ ਡਿਡ ਨਾਟ, ਬਟ ਜਦੋਂ ਮੈਂ ਦਿੱਤੀ ਸੀਗੀ ਉਦੋਂ ਇੱਦਾਂ ਹੀ ਸੀਗਾ ਕਿ ਯੂ ਹੈਵ ਟੂ, ਕਿਉਂਕਿ ਪ੍ਰੈਗਨੈਂਸੀ 'ਚ ਇੱਦਾਂ ਹੁੰਦਾ ਯੂ ਹੈਵ ਟੂ ਕੀਪ ਈਟਿੰਗ, ਕਿਉਂਕਿ ਬੇਬੀ ਤਾਂ ਨਿਊਟ੍ਰੀਸ਼ਨ ਲਈ ਜਾ ਰਿਹਾ ਮਦਰ ਤੋਂ, ਉਹ ਕਨਸਟੈਂਟਲੀ ਉਹਨੂੰ ਪ੍ਰੋਵਾਈਡ ਹੋ ਰਿਹਾ। ਸੋ ਇਫ ਦੇਰ ਇਜ਼ ਅ ਗੈਪ ਤਾਂ ਪ੍ਰੋਬਲਮ ਆ ਸਕਦੀ ਹੈ, ਹਨਾ। ਫਿਰ ਤੁਸੀਂ ਓਵਰ ਕੁਆਂਟੀਟੀ ਖਾ ਲੈਂਦੇ ਹੋ ਕਈ ਵਾਰੀ, ਠੀਕ ਹੈ। ਸੋ ਦੇਰ ਸ਼ੁੱਡ ਬੀ ਅ ਲੋਟ ਆਫ ਮੀਲਸ ਇਨ ਯੋਰ ਡੇ, ਸਾਰੇ ਹੈਲਦੀ ਮੀਲਸ, ਹੋਮਮੇਡ। Okay. Again. And then you can follow her. She will tell you. Because I think that actually depends from person to person. Yeah. No, right? ਕਿ ਇਹ ਵੀ ਨਹੀਂ ਹੈ ਕਿ ਕੋਈ ਸਟੈਂਡਰਡ ਡਾਈਟ ਆ। ਯਾਰ ਹੁਣ ਅਸੀਂ ਸਰਚ ਕਰੀਦਾ ਉੱਥੇ ਇੱਕ ਡਾਈਟ ਮਿਲ ਜਾਂਦੀ ਆ, ਫੋਲੋ ਦਿਸ। ਬਟ ਮੈਨੂੰ ਨਹੀਂ ਲੱਗਦਾ ਜੋ ਡਾਈਟ ਮੈਨੂੰ ਚਾਹੀਦੀ ਹੈ ਉਹ ਤੁਹਾਨੂੰ ਵੀ ਸੇਮ ਡਾਈਟ ਚਾਹੀਦੀ ਹੈ। ਲਾਈਕ ਇਟਸ ਅ ਡਿਫਰੈਂਟ ਫॉर, ਥੋੜਾ ਬਹੁਤ ਡਿਫਰੈਂਟ ਹੁੰਦਾ ਹੈ, ਜ਼ਿਆਦਾ ਫਰਕ ਨਹੀਂ ਹੁੰਦਾ। ਓਕੇ। ਹੁਣ ਇਟਸ ਅਬਾਊਟ ਆਰ ਬੈਕਗਰਾਉਂਡਸ ਐਕਚੁਅਲੀ, ਹਨਾ। ਜਿਹੜੀ ਡਾਈਟ ਮੈਨੂੰ ਸੂਟ ਕਰੇਗੀ ਉਹ ਤੁਹਾਨੂੰ ਸੂਟ ਕਰੇਗੀ, ਬਿਕੋਜ਼ ਵੀ ਫਰਮ ਦ ਸੇਮ ਰੀਜਨ, ਠੀਕ ਹੈ। ਬਟ ਇਟਸ ਆਲ ਅਬਾਊਟ ਕੁਆਂਟੀਟੀ ਐਂਡ ਕਿੱਦਾਂ ਬਣ ਰਿਹਾ ਉਹ, ਇਹਦੀ ਕੋਈ ਜ਼ਿਆਦਾ ਆਇਲ 'ਚ ਬਣਾਈ ਜਾ ਰਹੀ ਹੋ ਚੀਜ਼ਾਂ ਇੱਦਾਂ, ਐਂਡ ਕਿੰਨਾ ਤੁਸੀਂ ਖਾ ਰਹੇ ਹੋ, ਲੋਟ ਆਫ ਫੈਕਟਰਸ। ਸੋ ਯਾਰ ਆਪਾਂ ਹੁਣ ਚਾਈਲਡ ਨਿਊਟ੍ਰੀਸ਼ਨ ਦੀ ਗੱਲ ਕਰ ਰਹੇ ਹਾਂ, ਓਕੇ, ਠੀਕ ਆ। ਦੇਰ ਇਜ਼ ਅ ਰਿਸਪੌਂਸਿਬਲ ਜੌਬ for mother or for a woman who is going through pregnancy. But now ਹੁਣ ਮੈਂ ਨਾ ਐਕਚੁਅਲੀ ਹੁਣ ਇੱਕ ਵੀਡੀਓ ਦੇਖਦਾ ਪਿਆ ਸੀਗਾ ਸੋਸ਼ਲ ਮੀਡੀਆ ਤੇ, ਉਹ ਕਹਿੰਦੇ ਕਿ ਯਾਰ ਅਸੀਂ ਬੱਚੇ 5 ਸਾਲ ਦੇ ਬੱਚੇ ਨੂੰ ਅਸੀਂ ਇੰਨਾ ਜ਼ਿਆਦਾ ਪੈਕਡ ਫੂਡ ਦੇ ਦਿੰਦੇ ਨਾ, ਉਹਦੇ ਪਹਿਲੇ 5 ਸਾਲ ਦੇ ਵਿੱਚ ਇੰਨਾ ਆਰਟੀਫੀਸ਼ੀਅਲ ਫੂਡ ਦੇ ਦਿੰਦੇ ਆ, ਵੀ ਸੈਟ ਅਪ ਫॉर द ਫੇਲਿਅਰ ਫਰੋਮ ਦ ਵੈਰੀ ਬਿਗਨਿੰਗ, ਹੈ ਨਾ। ਸੋ ਉਹ ਕੀ ਸੀ ਨਾ, ਡੂ ਯੂ ਥਿੰਕ ਦੈਟ ਪੈਕਡ ਫੂਡ ਇਜ਼ ਹੈਲਪਿੰਗ? ਐਨੀਥਿੰਗ ਦੈਟ ਇਜ਼ ਪੈਕਡ, ਆਫ ਕੋਰਸ, ਹੈ ਨਾ। ਅਸੀਂ ਗੱਲ ਕਰ ਰਹੇ ਸੀ ਯੂ ਨੋ ਬਿਫੋਰ ਕੈਮਰਾ ਕਿ ਨਹੀਂ ਠੀਕ ਹੁੰਦਾ ਪੈਕਡ ਫੂਡ, ਹੈ ਨਾ। ਬੱਚਿਆਂ ਲਈ ਤਾਂ ਬਹੁਤ ਹੀ ਹਾਰਮਫੁਲ ਹੈ। ਸੋ ਅਗੇਨ ਮਦਰ ਨੂੰ ਥੋੜਾ ਜਿਹਾ ਇਸ ਚੀਜ਼ ਨਾਲ ਥੋੜਾ ਅਪਡੇਟ ਹੋ ਕੇ ਚੱਲਣਾ ਪੈਂਦਾ। ਸੋ ਸ਼ੀ ਹੈਜ਼ ਟੂ ਪੁੱਟ ਇਨ ਅ ਲੋਟ ਆਫ ਐਫਰਟ ਕਿ ਬੱਚਿਆਂ ਦਾ ਸ਼ੁਰੂ ਤੋਂ ਇੱਕ ਡਾਈਟ ਪਲਾਨ ਬਣੇ, ਬਿਕੋਜ਼ ਉਹੀ ਗਰੋਇੰਗ ਏਜ ਹੈ ਨਾ। ਪਹਿਲੇ ਸਾਲ ਤੋਂ ਲੈ ਕੇ ਯੂ ਨੋ ਟਿਲ ਦੇਅਰ ਟੀਨਏਜਰਸ growth age ਤਾਂ ਉਹੀ ਹੈ। ਸੋ ਦ ਮੇਨ ਥਿੰਗ ਇਜ਼ ਕਿ ਡਾਇਟ ਠੀਕ ਹੋਏ ਤਾਂ ਹੀ ਕਰਕੇ ਯੂ ਨੋ ਦੇ ਵਿਲ ਪਰਫਾਰਮ ਵੈਲ ਇਨ ਦੇਅਰ ਲਾਈਫ ਓਵਰਆਲ। ਸੋ ਅਸੀਂ ਕਹਿ ਦਿੰਦੇ ਹਾਂ ਕਿ ਹੈ ਨਾ ਪੈਕੇਟਡ ਫੂਡ, ਉਹਦਾ ਵੀ ਬੈਲੈਂਸ ਚੱਲਦਾ ਐਕਚੁਅਲੀ। ਕਈ ਮੈਂ ਤਾਂ ਨਹੀਂ ਕਹੂੰਗੀ ਸਾਰੇ ਪੈਕੇਟ ਫੂਡਸ ਖਰਾਬ ਨੇ ਬੱਚਿਆਂ ਲਈ। ਅਸੀਂ ਬੇਬੀਜ਼ ਨੂੰ ਬੇਬੀ ਫਾਰਮੂਲਾ ਕਈ ਲੋਕੀ ਦਿੰਦੇ ਆ, ਹੈ ਨਾ। ਬ੍ਰੈਸਟ ਮਿਲਕ ਤੋਂ ਇਲਾਵਾ ਵੀ ਬੇਬੀ ਫਾਰਮੂਲਾ ਚੱਲਦਾ ਹੈ, ਅਤੇ ਦੈਟ ਇਜ਼ ਨਾਟ ਅ ਬੈਡ ਆਪਸ਼ਨ। ਬਟ ਅਗੇਨ ਜਸਟ ਟੂ ਨੋ ਦ ਬ੍ਰਾਂਡ, ਤੁਸੀਂ ਬ੍ਰਾਂਡ ਨੂੰ ਫੋਲੋ ਕਰਦੇ ਹੋ, ਹੈ ਨਾ। ਜੇ ਉਹ ਪ੍ਰੋਪਰ ਨਿਊਟ੍ਰੀਸ਼ਨ ਫੋਕਸ ਰੱਖ ਕੇ ਬੇਬੀ ਫਾਰਮੂਲਾ ਬਣਾ ਰਹੇ ਨੇ ਤਾਂ ਇਟਸ ਗੁੱਡ। ਇੱਦਾਂ ਹੀ ਕੋਈ ਵੀ ਤੁਸੀਂ ਆਰਡਰ ਨਹੀਂ ਨਾ ਕਰ ਸਕਦੇ, ਯੂ ਹੈਵ ਟੂ ਰਿਸਰਚ ਅਬਾਊਟ ਇਟ। ਸੋ ਬਟ ਹੈਵਿੰਗ ਸੈਡ ਦੈਟ, ਤੁਸੀਂ ਬੇਬੀ ਫਾਰਮੂਲਾ ਦਿੱਤਾ, ਠੀਕ ਹੈ। ਬੱਚਾ ਜਦੋਂ ਗਰੋ ਕਰਨ ਲੱਗ ਗਿਆ, ਬੋਲਣ ਲੱਗ ਗਿਆ, ਹੈ ਨਾ, ਤੁਰਨ ਫਿਰਨ ਲੱਗ ਗਿਆ, ਉਦੋਂ ਤੁਸੀਂ ਫਿਰ ਉਹੀ ਆਪਣਾ ਹੋਮਮੇਡ ਫੂਡ 'ਤੇ ਆ ਜਾਓ, ਹੈ ਨਾ। ਸਟਾਰਟ ਗਿਵਿੰਗ, ਆਸਕ ਯੂਰ ਡਾਕਟਰ ਐਕਚੁਅਲੀ। ਡਾਕਟਰਸ ਨੂੰ ਕਾਫੀ ਜ਼ਿਆਦਾ ਇਨਫੋਰਮੇਸ਼ਨ ਹੁੰਦੀ ਹੈ ਵਿਦ ਬੇਬੀ ਨਿਊਟ੍ਰੀਸ਼ਨ ਐਂਡ ਸਟਫ ਲਾਈਕ ਦੈਟ। ਸੋ ਉਹ ਦੇ ਸਕਦੇ ਆ ਕਾਫੀ ਅੱਛੀ ਇਨਫੋ ਅਬਾਊਟ, ਹੈ ਨਾ, ਕਿਹੜੀ ਡਾਈਟ ਫੋਲੋ ਨਹੀਂ, ਕਿਹੜੀ ਡਾਈਟ ਐਜ਼ ਅ ਹੋਲ ਹੋਣੀ ਚਾਹੀਦੀ ਹੈ ਬੱਚਿਆਂ ਲਈ। ਸੋ ਪੈਕੇਟਡ ਫੂਡਸ ਇਨ ਦ ਬਿਗਨਿੰਗ, ਕੰਸੀਡਰ ਦ ਬ੍ਰਾਂਡ। ਬ੍ਰਾਂਡ ਨੂੰ ਤੁਸੀਂ ਪ੍ਰੋਪਰ ਰਿਸਰਚ ਕਰੋ ਕਿ ਉਹ ਕੁਛ ਆਰਟੀਫਿਸ਼ੀਅਲ ਨਹੀਂ ਪਾ ਰਹੇ, ਹੈ ਨਾ। ਸਾਰਾ ਕੁਝ ਹੈਲਦੀ ਹੈ, ਸਾਰਾ ਕੁਝ ਆਰਗੈਨਿਕ ਹੈ, ਸਾਰਾ ਕੁਝ ਨੈਚੁਰਲ ਹੈ, ਐਂਡ ਦੇਰ ਇਜ਼ ਨੋ ਪ੍ਰੋਬਲਮ, ਬਟ ਬੈਲੈਂਸ ਬਣਾ ਕੇ ਚੱਲੋ।
ਬਟ ਯਾਰ ਕੁਦਰਤ ਇੱਦਾਂ ਵੀ ਹੁਣ ਵੀ ਸੀ ਸੋ ਮੈਨੀ ਕੇਸਿਸ ਕਿ ਯਾਰ ਬ੍ਰੈਸਟ ਫੀਡਿੰਗ ਨੂੰ ਲੈ ਕੇ ਵੀ ਹੁਣ ਆਪਾਂ ਬਹੁਤ ਮਾਡਰਨਾਈਜ਼ ਹੋ ਗਏ ਹੈ ਨਾ ਸੋ ਆਈ ਥਿੰਕ ਦੈਟਸ ਐਕਚੁਅਲੀ ਹੁਣ ਮਾਡਰਨਾਈਜੇਸ਼ਨ ਦੇ ਵਿੱਚ ਉਹ ਥੋੜਾ ਜਿਹਾ ਵੈਨਿਸ਼ ਹੋ ਰਿਹਾ ਜਾਂ ਕਹਿ ਲਓ ਕਿ ਵੈਰੀ ਨਿਊ ਮਦਰਸ ਦੇ ਅਵੋਇਡ Yeah, it's mostly because ना lifestyle changes बड़े ने working mothers ने आजकल ठीक है 1 साल दी maternity leave ਹੁੰਦੀ ਹੈ but still आजकल responsibilities ਇੰਨੀਆਂ ਨੇ ਹਨਾ ਜੇ ਤੁਸੀਂ of course ਕੈਨੇਡਾ ਲਾਈਫ ਦੇਖ ਰਹੇ ਹੋ ਇੱਕ ਮਦਰ ਦੇ ਉੱਤੇ ਬਹੁਤ ਜ਼ਿਆਦਾ ਕਹਿ ਲਓ ਕੰਮ ਹੁੰਦਾ ਹੈ of course husbands ਵੀ help ਕਰਦੇ ਆ but ਫਿਜ਼ੀਕਲੀ ਬਹੁਤ ਮਦਰਸ they go through a lot ਤੇ ਉਹਨਾਂ ਲਈ ਇੱਕ ਛੋਟਾ ਜਿਹਾ ਟਾਸਕ ਵੀ ਬਹੁਤ ਜ਼ਿਆਦਾ ਕਹਿ ਲਓ problematic ਹੋ ਜਾਂਦਾ ਹੈ ਨਾ when they give birth so but then there is I think again nutrition and diet plays a very big role in that part as well right ਕਿ post delivery ਹੈ ਨਾ post ਤੁਸੀਂ post pregnancy ਤੁਸੀਂ ਕਿੱਦਾਂ recover ਕਰਦੇ ਹੋ ਉਹ ਸਾਰਾ basis ਹੀ pregnancy plan ਕਰਨ ਤੋਂ 6-7 months ਪਹਿਲਾਂ ਹੁੰਦਾ ਹੈ okay it's a very it's like a 1.5 year process ਜੇ ਤੁਸੀਂ 100% properly track ਤੇ ਚੱਲਣਾ ਹੈ ਨਾ ਜਿੱਦਾਂ ਤੁਸੀਂ ਕਿਹਾ ਕਿ it all comes back to ਕਿੱਦਾਂ ਸਟਾਰਟ ਕੀਤਾ ਬਿਲਕੁਲ ਜੇ ਮਦਰ ਨੇ ਪਹਿਲਾਂ ਨਹੀਂ ਧਿਆਨ ਦਿੱਤਾ ਹੈ ਨਾ ਆਪਣੀ ਡਾਈਟ ਤੇ ਉਹ ਪ੍ਰੈਗਨੈਂਸੀ ਤੋਂ ਬਾਅਦ ਵੀ ਸ਼ੀ ਇਜ਼ ਗੋਇੰ ਟੂ ਬੀ ਵੈਰੀ ਅਨਹੈਲਦੀ ਲਥਾਰਜਿਕ ਕੋਈ ਮੋਟੀਵੇਸ਼ਨ ਨਹੀਂ ਹੋਣੀ ਬੋਡੀ ਉਹਦਾ ਰਿਕਵਰ ਨਹੀਂ ਕਰ ਪਾਉਂਦੀ ਹੈ ਨਾ ਜੇ ਮਦਰ ਪਹਿਲਾਂ ਹੀ ਫਿੱਟ ਹੈ ਉਹ ਪ੍ਰੈਗਨੈਂਸੀ ਤੋਂ ਬਾਅਦ ਉਦਾਂ ਹੀ ਫਿੱਟ ਰਹੇਗੀ ਕੋਈ ਬੋਡੀ ਚੇਂਜ ਨਹੀਂ ਹੋਣੀ I think she will recover quickly right but ਹੁਣ ਮੈਨੂੰ ਲੱਗਦਾ ਉਹ ਚੀਜ਼ ਆਪਾਂ so that ਜਦੋਂ ਤੁਸੀਂ ਉਹ ਸਾਲ 1.5 ਸਾਲ ਉਸ ਚੀਜ਼ ਨੂੰ ਫੋਲੋ ਕਰ ਲੈਣਾ then it becomes your routine yeah definitely right and that set your and your child life I think in a very good shape then you don't even have to like ਤੁਹਾਨੂੰ ਕੋਈ artificial ਚੀਜ਼ਾਂ ਕਰਨ ਦੀ ਲੋੜ ਨਹੀਂ you don't have to go for gym for 2-3 hours ਹਨਾ ਮੈਨੂੰ ਲੱਗਦਾ ਉਹ ਚੀਜ਼ਾਂ ਫਿਰ ਤੁਸੀਂ like you can avoid those things if you start from the beginning ਜੇ base ਤੁਹਾਡਾ ਠੀਕ ਹੈ ਨਾ ਤੁਹਾਨੂੰ ਉਹ ਚੀਜ਼ਾਂ ਕਰਨ 'ਚ ਪ੍ਰੋਬਲਮ ਵੀ ਨਹੀਂ ਹੋਏਗੀ ਜੇ ਤੁਸੀਂ 20 minutes exercise ਕਰ ਲਓਗੇ ਨਾ enough for you ਹੈ okay if you're already fit in a day ਸਿਰਫ 20 minutes exercise okay not even 1 hour 40 minutes ਇਹ science based proven fact ਹੈ ਜੋ ਕਿ already fit ਨੇ to maintain their weight and to maintain their health ਸਿਰਫ 20 minutes exercise important ਹੈ okay yeah ਉਹਦੇ 'ਚ ਤੁਸੀਂ cardio ਕਰੋ ਜਾਂ ਫਿਰ weight training ਕਰੋ that's up to you I think that's not too hard we all can do this but it's just beginning is hard I guess start ਕਰਨਾ ਹੀ hard ਹੁੰਦਾ ਹੈ but then ਯਾਰ ਕੁਦਰਤ ਇੱਕ ਇਹ ਵੀ ਚੀਜ਼ ਆਪਾਂ ਦੇਖਦੇ ਹਾਂ ਕਿ detox I think this is one of the ਕਿ ਮਾਡਰਨ ਲਾਈਫ ਦਾ ਇੱਕ ਪਾਰਟ ਆ ਗਿਆ ਡੀਟੌਕਸਿੰਗ ਉਹ ਮੈਂ ਇੱਕ ਦਿਨ ਪੜ੍ਹਦਾ ਪਿਆ ਸੀ ਯਾਰ ਕਿ ਜਿਹੜੇ ਐਕਟਰਸ ਆ ਜਾਂ ਐਕਟ੍ਰੈਸਸ ਆ they do a lot of different practices just for detoxing yeah it is important detox basically ਕੀ ਹੁੰਦਾ ਹੈ ਤੁਸੀਂ ਬਹੁਤ detox is toxicity ਆਪਣੀ ਬੋਡੀ ਚੋਂ ਹਟਾਣੀ ਹੈ ਨਾ ਤੇ ਤੁਸੀਂ ਨਾਰਮਲ ਲਾਈਫ 'ਚ ਅਸੀਂ ਜਾ ਰਹੇ ਹਾਂ we don't even know ਅਸੀਂ ਕਿੰਨੇ ਸਾਰੇ ਟੌਕਸਿਨਸ ਬੋਡੀ ਨੂੰ ਇਨਹੇਲ ਕਰ ਰਹੇ ਹਾਂ ਖਾ ਪੀ ਰਹੇ ਹਾਂ so definitely detox is a very in thing very trending ਆਪਣੀ ਸੈਲੀਬ੍ਰਿਟੀਜ਼ ਵਗੈਰਾ ਹੈ ਨਾ ਤੁਸੀਂ ਮੈਂਸ਼ਨ ਕੀਤਾ ਬਹੁਤ ਡੀਟੌਕਸ ਡਾਈਟਸ ਨੇ 10 day detox 10 day cleanse ਕਾਫੀ ਇਨ ਹੈ ਕਾਫੀ ਬੈਨੀਫੀਸ਼ੀਅਲ ਵੀ ਹੈ ਤੇ yeah detox ਤੁਸੀਂ liquid diet ਤੇ ਜਾ ਸਕਦੇ ਹੋ ਜਾਂ ਫਿਰ food ਨਾਲ ਵੀ ਬਹੁਤ ਤਰ੍ਹਾਂ ਦੀ ਵੈਰਾਈਟੀਜ਼ what is it like best practice for detox so detox means ਤੁਸੀਂ you stop everything that is causing your body harm liquor ਬੰਦ ਕਰ ਦੋ ਤੁਸੀਂ ਪੀ ਨਹੀਂ ਸਕਦੇ ਡੀਟੌਕਸ ਹੈ ਨਾ ਬਹੁਤ ਲੋਕਲੀ so you can't have alcohol ਸਭ ਤੋਂ ਮੇਨ ਚੀਜ਼ ਡੀਟੌਕਸ ਦੀ ਤਾਂ ਇਹ ਹੈ ਕਿਉਂਕਿ alcohol not only affects liver alcohol ਦਾ ਸਾਰੀ ਬੋਡੀ ਤੇ ਇਫੈਕਟ ਹੁੰਦਾ ਹੈ ਰੇਂਜਿੰਗ ਫਰਮ ਯੋਰ ਮਾਈਂਡ ਟੂ ਆਲ ਦ ਪਾਰਟਸ ਰਾਈਟ ਤੇ ਸਭ ਤੋਂ ਪਹਿਲਾਂ ਕੱਟ ਆਊਟ ਹੁੰਦਾ ਐਲਕੋਹਲ ਸਮੋਕਿੰਗ ਤੇ ਐਲਕੋਹਲ ਹੈ ਨਾ ਐਨੀ ਕਾਈਂਡ ਆਫ ਸਮੋਕ ਵੇਪ ਸ਼ੀਸ਼ਾ ਵਟਐਵਰ ਹੈ ਨਾ ਕੁਝ ਸਮੋਕ ਨਹੀਂ ਸਿਗਰਟਸ ਐਂਡ ਆਲ ਨਥਿੰਗ ਦੂਸਰਾ ਚੀਜ਼ ਹੈ ਕਿ ਤੁਸੀਂ ਫੂਡ ਫਿਲਟਰ ਕਰ ਦਿੰਦੇ ਹੋ you start having just fruits and vegetables but we can eat dal fulka ਜੇ ਤੁਸੀਂ ਪ੍ਰੋਪਰ ਡੀਟੌਕਸ ਕਰ ਰਹੇ ਹੋ ਨਾ ਤੇ ਫਿਰ ਦਾਲ ਫੁਲਕਾ ਵੀ ਨਹੀਂ ਐਕਚੁਅਲੀ ਲੋਕੀ ਪ੍ਰੈਫਰ ਕਰਦੇ ਕਿਉਂਕਿ ਫਿਰ ਤੁਸੀਂ ਉਹਨੂੰ ਆਇਲ 'ਚ ਵੀ ਬਣਾਉਣਾ ਹੈ ਮਸਾਲੇ ਵੀ ਪੈਣੇ ਹੈ ਐਂਡ ਦੈਨ ਕਾਫੀ ਇੱਦਾਂ ਦੀਆਂ ਡਿਫਰੈਂਟ ਚੀਜ਼ਾਂ ਨੇ ਡੀਟੌਕਸ ਫਿਰ ਤੁਸੀਂ ਪ੍ਰੋਪਰ ਫਰੂਟ ਤੇ ਸੈਲਡ ਤੇ ਆ ਜਾਂਦੇ ਹੋ ਠੀਕ ਆ
ਕਈ ਲੋਕੀ ਜੂਸ ਕਲੈਂਸ ਕਰਦੇ ਆ, ਠੀਕ ਆ, ਸੋ ਦੇ ਹੈਵ ਫਰੂਟਸ ਐਂਡ ਵੈਜੀਟੇਬਲਸ ਦੇ ਨਾਲ ਨਾਲ ਇੱਕ ਜੂਸਿਸ ਦਾ 10 ਡੇ ਕਲੈਂਸ ਆਉਂਦਾ ਹੈ ਕਿ ਤੁਸੀਂ ਠੀਕ ਆ। ਗ੍ਰੀਨ ਜੂਸ ਪੀ ਰਹੇ ਹੋ, ਸੈਲਰੀ, ਕੇਲ, ਕਿਊਕੰਬਰ, ਸਪਿਨਚ, ਓਕੇ, ਜਾਂ ਫਿਰ ਤੁਸੀਂ ਸਿਰਫ ਔਰੇਂਜ ਜੂਸ ਪੀ ਰਹੇ ਹੋ, ਔਰੇਂਜ ਜੂਸ ਦੇ ਵਿੱਚ ਲੈਮਨ ਪਾ ਕੇ ਜਾਂ ਕੁਛ ਹੈ ਨਾ ਇੱਦਾਂ। ਟਰਮਰਿਕ, ਅੱਜ ਅਸੀਂ ਹਲਦੀ ਵਾਲਾ ਦੁੱਧ ਪੀਂਦੇ ਹਾਂ ਨਾ ਇੰਡੀਆ, ਹਾਂ, ਹਾਂ, ਹਾਂ। ਇੱਥੇ ਲੋਕੀ ਨੇ ਟਰਮਰਿਕ ਲਾਟੇ ਬਣਾਤਾ ਉਹਨਾਂ ਨੂੰ ਕਿ ਅਸੀਂ ਠੀਕ ਆ। ਟਰਮਰਿਕ ਲਾਟੇਜ਼ ਆਰਡਰ ਕਰਾਂਗੇ। ਜਸਟ fancy way। ਫੈਂਸੀ ਵੇ, ਹਾਂ। ਹਨਾ। ਡਾਊਨਟਾਊਨ ਬਹੁਤ ਸਾਰੇ ਕੈਫੇਜ਼ ਨੇ ਜਿਹੜੇ ਟਰਮਰਿਕ ਮਿਲਕ ਦਿੰਦੇ, ਉਹਨੂੰ ਕਹਿੰਦੇ 골ਡਨ ਮਿਲਕ। ਓਕੇ, ਇਟਸ ਨਥਿੰਗ, ਜਸਟ ਹਲਦੀ ਵਾਲਾ ਦੁੱਧ, ਕੁਛ ਨਹੀਂ ਹੈ ਉਹ ਹੋਰ। ਤੇ ਠੀਕ ਹੈ, ਤੇ ਇੰਡੀਆ ਮਤਲਬ ਇੱਦਾਂ ਬਹੁਤ ਬਿਜ਼ਨਸ ਵੀ ਕਰ ਰਿਹਾ ਐਕਸਪੋਰਟ ਦੇ ਵਿੱਚ। ਓਕੇ, ਇੰਡੀਆ ਤੋਂ ਹੀ ਆ ਰਹੀ ਹੈ ਟਰਮਰਿਕ, ਠੀਕ ਆ। ਤੇ ਬਾਹਰ ਇੱਦਾਂ ਕੈਨੇਡਾ, US ਮਾਰਕੀਟ 'ਚ ਉਹ 10 ਟਾਈਮਸ ਜ਼ਿਆਦਾ ਸੈਲ ਹੋ ਰਹੀ ਹੈ। I think that's gonna be a very big market. ਵੈਰੀ ਬਿਗ ਮਾਰਕੀਟ। ਤੇ ਮਤਲਬ ਯੂ ਕੈਨ ਸੀ ਵੈਸਟਰਨ ਲੋਕੀ ਇੰਡੀਆ ਡਾਈਟ ਫੋਲੋ ਕਰੀ ਜਾ ਰਹੇ ਤੇ ਇੰਡੀਆ ਵਾਲੇ ਭੁੱਲੀ ਜਾ ਰਹੇ ਆ ਆਪਣੀ ਡਾਈਟ, ਆਪਣੀ diet ਨੂੰ। ਹੈ ਨਾ। ਹਲਦੀ ਵਾਲਾ ਦੁੱਧ ਕੋਈ ਨਹੀਂ ਪੀਂਦਾ ਸਹੀ ਹੁਣ ਗੱਲ ਆ। ਤੇ, ਪਰ ਇੱਥੇ ਹੁਣ ਪੀਪਲ ਆਰ ਸਾਡੇ ਤਾਂ ਯਾਰ ਸੱਟ ਵੀ ਲੱਗ ਜਾਂਦੀ ਸੀ, ਸਭ ਤੋਂ ਪਹਿਲਾਂ ਕੀ ਆਉਂਦਾ ਹੁੰਦਾ ਸੀ, ਹਲਦੀ ਵਾਲਾ ਦੁੱਧ। ਹਾਂ, ਪਰ ਹੁਣ ਕੋਈ ਨਹੀਂ ਹੁਣ ਪੀਂਦਾ। ਕੋਈ ਨਹੀਂ ਪੀਂਦਾ। ਸੋ ਯਾਸੀ ਕੀ ਕੁਐਸਚਨ, ਮੈਂ ਭੁੱਲ ਗਈ ਕੀ ਕੁਐਸਚਨ ਸੀਗਾ। ਕਿ what is the best practice for detox and Yeah. then So, you know ਹਾਂ, juices and all that? ਜੂਸਿਸ ਦਾ ਬਹੁਤ ਵੱਡਾ ਰੋਲ ਹੈ ਡੀਟੌਕਸ ਦੇ Okay. ਵਿੱਚ। ਹੁਣ ਤੁਸੀਂ ਸੋਚੋਗੇ ਜੂਸਿਸ ਹੈ ਨਾ ਕਿ ਤੁਸੀਂ ਔਰੇਂਜ ਤੇ ਅਨਾਰ ਵਗੈਰਾ ਬਸ ਮਿਕਸੀ 'ਚ ਘੁਮਾਤਾ ਤੇ ਉਹ ਜੂਸ ਹੈਲਦੀ ਜੂਸ ਬਣ ਗਿਆ, ਹਾਂ, ਹਾਂ। ਪਰ ਇੱਦਾਂ ਨਹੀਂ ਹੁੰਦਾ ਐਕਚੁਅਲੀ। ਨਹੀਂ, ਉਹ ਤਾਂ ਜੂਸ ਤਾਂ ਫਿਰ ਉਹੀ ਹੈ ਨਾ, ਪਰ ਉਹਨੂੰ ਹੀ ਕਹਿੰਦੇ ਸੀ ਜੂਸ। ਅਸੀਂ ਇਹ ਨਾ ਹੁਣ ਅਸੀਂ ਪੈਕੇਟ ਵਾਲਾ ਜੂਸ ਲੈਂਦੇ ਹਾਂ, ਉਹ ਤਾਂ ਸਾਰਿਆਂ ਨੂੰ ਪਤਾ ਹੈਲਦੀ ਨਹੀਂ ਹੈ ਕਿਉਂਕਿ ਉਹਦੇ 'ਚ ਆਰਟੀਫਿਸ਼ੀਅਲ ਸ਼ੂਗਰ ਥੋੜੀ ਬਹੁਤੀ ਪਾਈ ਜਾਂਦੀ ਹੈ। ਓਕੇ, ਠੀਕ ਹੈ, ਉਹ ਮੈਂਸ਼ਨ ਨਹੀਂ ਕਰਦੇ, ਮੈਂਸ਼ਨ ਕੀਤੀ ਹੁੰਦੀ ਹੈ ਬਟ ਉਹੀ ਵਰਡ ਸਾਨੂੰ ਸਮਝ ਨਹੀਂ ਆਉਂਦਾ, ਕੁਝ ਹੋਰ ਹੀ ਮੈਂਸ਼ਨ ਕੀਤਾ ਹੁੰਦਾ, ਡਿਫਿਕਲਟ ਬਿਲਕੁਲ। ਸਾਇੰਟੀਫਿਕ ਵਰਡ, ਹੈ ਨਾ। ਪੈਕੇਟ ਜੂਸ ਤੇ ਕਦੇ ਵੀ ਇਹ ਨਹੀਂ ਲਿਖਿਆ ਹੁੰਦਾ ਕਿ ਨਿਊਟ੍ਰੀਸ਼ਨ ਕੁਆਲਿਟੀ ਕੀ ਹੈ। ਠੀਕ ਆ, ਠੀਕ ਹੈ, ਇਹ ਪਤਾ ਕੀ ਹੁੰਦਾ ਹੈ ਪ੍ਰੋਸੈਸ। ਤੁਸੀਂ ਜੂਸ ਬਣਾ ਰਹੇ ਹੋ, ਓਕੇ, ਵੱਡੀ ਮੈਨੂਫੈਕਚਰਿੰਗ ਫੈਸਿਲਿਟੀ 'ਚ ਜੂਸ ਬਣ ਰਿਹਾ, ਉਹ ਵੱਡੇ ਮਿਕਸਰਸ ਯੂਜ਼ ਕਰਦੇ ਆ। ਠੀਕ ਆ। ਉਹ ਵੱਡੇ ਮਿਕਸਰਸ ਨਾਲ ਨਾ ਹੀਟ ਪ੍ਰੋਡਿਊਸ ਹੁੰਦੀ ਹੈ ਜਦੋਂ ਜੂਸ ਬਣ ਰਿਹਾ, ਹੂੰ, ਸੋ ਹੀਟ ਨਾਲ ਨਿਊਟ੍ਰੀਸ਼ਨ ਲਾਸ ਹੋ ਜਾਂਦਾ ਹੈ। ਠੀਕ ਆਲ ਆ। ਦ ਵਿਟਾਮਿਨਸ, ਮਿਨਰਲ, ਜਿਹੜਾ ਕੁਝ ਵੀ ਹੁੰਦਾ ਹੈ ਉਹ ਹੀਟ ਨਾਲ ਕੈਂਸਲ ਹੋ ਜਾਂਦਾ ਹੈ। ਸੋ ਜਿਹੜਾ ਪ੍ਰੋਡਕਟ ਨਿਕਲ ਕੇ ਆਉਂਦਾ ਹੈ ਜੂਸ, ਉਹ ਬਹੁਤ ਘੱਟ ਨਿਊਟ੍ਰੀਸ਼ਨਲ ਵੈਲਿਊ ਹੁੰਦੀ ਉਹਦੀ, ਠੀਕ ਉਹਦੇ 'ਚ ਆ। ਨੈਚੁਰਲ ਨਿਊਟ੍ਰੀਸ਼ਨ ਤਾਂ ਰਹਿੰਦਾ ਹੀ ਨਹੀਂ ਹੈ ਕੁਝ। ਸੋ ਇਫ ਯੂ Okay. ਡਰਿੰਕਿੰਗ ਟ੍ਰੋਪਿਕਾਨਾ ਰੀਅਲ ਦੇ ਜੂਸ ਜਾਂ ਇੱਥੇ ਜਿਹੜੇ ਵੀ ਮਿਲਦੇ ਆ, ਹੈ ਨਾ, ਹਮ, ਆਪਣਾ ਟ੍ਰੋਪਿਕਾਨਾ ਦਾ ਬੇਸਿਕਲੀ ਮਿਲਦਾ ਹੈ, Yeah, ਉਹਦੇ 'ਚ ਉਹ ਮਸ਼ੀਨੀ ਜੂਸ ਹੈ ਤੇ ਮਸ਼ੀਨੀ ਜੂਸ ਇਜ਼ ਨਾਟ ਗੁੱਡ, ਉਹਦੇ 'ਚ ਨਿਊਟ੍ਰੀਸ਼ਨ ਕੁਆਲਿਟੀ ਤਾਂ ਹੈ ਹੀ ਨਹੀਂ, ਭੁੱਲ ਜਾਓ। ਆਪਣੇ ਤਾਂ ਬੋਟ ਹਾਊਸ ਬਹੁਤ ਚੱਲਦਾ। ਹਾਂ, ਬੋਟ ਹਾਊਸ ਦਾ, ਹੈ ਨਾ। ਮੈਨੂੰ ਇੱਦਾਂ ਬ੍ਰਾਂਡ ਦੇ ਬੋਟ ਹਾਊਸ ਦੀ ਨੌਲੇਜ ਨਹੀਂ ਹੈ, ਬਟ ਜਿਹੜੇ ਪੈਕੇਟਡ ਜੂਸਿਸ ਨੇ ਜਿਹੜੇ ਕਿ ਬੜੇ ਯੂਨੀਫਾਰਮ ਜੀ ਉਹਨਾਂ ਦੀ ਉਹ ਹੁੰਦੀ ਹੈ ਕੁਆਲਿਟੀ, ਯਾ, ਬਿਲਕੁਲ ਹੀ ਸਮੂਥ ਕੁਆਲਿਟੀ ਹੈ, ਮਸ਼ੀਨੀ ਪਤਾ ਲੱਗ ਜਾਂਦਾ ਯਾ, ਹੈ। ਯਾ, ਸੋ ਜੇ ਤੁਸੀਂ ਜੂਸ ਪੀਣਾ ਚਾਹੁੰਦੇ ਹੋ, ਇੱਕ ਪ੍ਰੋਸੈਸ ਹੈ ਠੀਕ ਹੈ, ਜਿਹਨੂੰ ਕਹਿੰਦੇ ਆ ਕੋਲਡ ਪ੍ਰੈਸਡ ਜੂਸਿਸ। ਓਕੇ, ਠੀਕ ਹੈ, ਤੁਸੀਂ ਕਿਸੇ ਗਰੋਸਰੀ ਸਟੋਰ ਜਾਓਗੇ, ਬਹੁਤ ਸਾਰੇ ਆਪਸ਼ਨਸ ਪਏ ਹੁੰਦੇ ਆ ਕੋਲਡ ਪ੍ਰੈਸਡ ਜੂਸਿਸ ਦੇ। ਓਕੇ, ਬੈਸਟ ਬਾਏ ਤੇ ਆਪਣਾ ਕੈਨੇਡੀਅਨ ਟਾਇਰ ਤੇ ਕੋਲਡ ਪ੍ਰੈਸਡ ਜੂਸਰਸ ਮਿਲਦੇ ਆ। ਓਕੇ, ਉਹ ਕੀ ਕਰਦੇ ਹੋ, ਕੋਈ ਹੀਟ ਇਨਵੋਲਵ ਨਹੀਂ ਹੁੰਦੀ ਉਹਦੇ 'ਚ। ਠੀਕ ਹੈ, Nice. ਉਹ ਜੂਸਰ 'ਚ ਤੁਸੀਂ ਇੱਕ ਫਰੂਟ ਪਾਇਆ, ਉਹ ਪ੍ਰੈਸ਼ਰ ਦੇ ਨਾਲ ਨਾ ਜੂਸ ਬਣਦਾ ਹੈ। ਠੀਕ ਆ, ਸਿਰਫ ਤੇ ਸਿਰਫ ਪ੍ਰੈਸ਼ਰ ਹੁੰਦਾ ਉਹਦੇ 'ਚ, ਪ੍ਰੈਸ਼ਰ ਨਾਲ ਜੂਸ ਨਿਕਲਦਾ ਹੈ ਤੇ ਕੋਈ ਹੀਟ ਇਨਵੋਲਵ ਨਹੀਂ ਹੈ। ਠੀਕ ਆ। ਤਾਂ ਜਿਹੜਾ ਜੂਸ ਨਿਕਲ ਰਿਹਾ ਉਹਦੇ 'ਚ 100% ਨਿਊਟ੍ਰੀਸ਼ਨਲ ਕੁਆਲਿਟੀ ਹੈ। ਜੋ ਤੁਹਾਨੂੰ ਫਰੂਟ ਤੋਂ Yes. ਵਿਟਾਮਿਨਸ ਕਹ ਲਓ ਜਾਂ ਹਾਂ। ਜੋ ਵੀ ਨਿਊਟ੍ਰੀਸ਼ਨਸ ਮਿਲਨੇ ਆ, ਯੂ ਗੈਟ ਦੋਜ਼ ਐਕਚੁਅਲੀ ਹਾਂ। ਵਿਦ ਦ ਕੋਲਡ ਕੋਲਡ ਪ੍ਰੈਸਡ ਪ੍ਰੈਸਡ। ਜੂਸਸ। ਓਕੇ, ਤੇ ਥੋੜਾ ਸਿਰਫ ਮਾਈਂਡਸੈਟ ਸ਼ਿਫਟ ਹੈ, ਹਨਾ। ਡੋਂਟ ਬਾਏ ਮਸ਼ੀਨੀ ਜੂਸ, ਜਸਟ ਗੋ ਟੂ ਦ ਮਾਰਕੀਟ, ਉਹਦੇ ਦੇਖੋ, ਪੜੋ ਥੋੜਾ ਜਿਹਾ ਆਪਣਾ, ਹੈਵ ਦੈਟ ਕੀ ਕਹਿੰਦੇ ਉਹਨੂੰ, ਕਿ ਥੋੜਾ ਮਾਈਂਡਫੁਲ ਰਹੋ, ਮੈਂ ਕੀ ਚੀਜ਼ ਪਿਕ ਕਰ ਰਿਹਾ, ਹਨਾ, ਬਿਲਕੁਲ, ਮੈਂ ਕੀ ਚੀਜ਼ ਲੈ ਕੇ ਰਿਹਾ, ਮੈਂ ਇਹ ਕੀ ਚੀਜ਼ ਹੈ, ਠੀਕ ਵੀ ਹੈ ਮੇਰੇ ਲਈ ਕਿ ਨਹੀਂ। ਬਿਲਕੁਲ। ਸੋ ਜੂਸਿਸ ਦੇ ਮਾਮਲੇ 'ਚ ਤੁਸੀਂ ਜ਼ਰੂਰ ਦੇਖੋ ਕਿ ਕੋਲਡ ਪ੍ਰੈਸਡ ਜੂਸ ਲਿਖਿਆ ਹੋਏ ਤੇ ਉਹ ਤੁਹਾਡੇ ਲਈ ਬੈਸਟ ਹੈ। ਐਕਚੁਅਲੀ ਯਾਰ ਬਹੁਤ ਨਵੀਂ ਗੱਲ ਆ ਮੇਰੇ ਵਰਗੇ ਲਈ। ਯਾ ਲਾਈਕ ਵੀ ਜਸਟ ਗੋ, ਅਸੀਂ ਚਾਹੀਦਾ ਸੀ ਸਿਰਫ ਨਿਊਟ੍ਰੀਸ਼ਨਸ ਪੜ੍ਹੀ ਦੇ ਕੀ ਹੈ, Yeah. ਦੈਨ ਵੀ ਜਸਟ ਵੀ ਜਸਟ ਬਾਈ ਇਟ। ਹਾਂ, ਮੇਰੇ ਵਰਗੇ ਨੂੰ ਤਾਂ ਬਿਲਕੁਲ ਨਹੀਂ ਪਤਾ ਸੀ ਇਹ ਕੋਈ ਕੋਲਡ ਪ੍ਰੈਸ ਚੀਜ਼ ਵੀ Yeah. ਹੈ that we can follow, right? But so at the same time ਅਸੀਂ ਇਹ ਵੀ ਦੇਖੀਦਾ ਯਾਰ ਕਿ okay, juices is different, but then smoothies, all these shakes. I was actually reading an article, they were saying ਕਿ ਜਿਹੜੇ ਇਹ ਮਿਲਕ ਸ਼ੇਕਸ ਹੁੰਦੇ ਆ ਨਾ, like when you blend these fruits, banana ਜਾਂ ਕੁਝ, ਇਹਨਾਂ ਨੇ ਜੇ ਤੁਹਾਨੂੰ 100% ਬੈਨੀਫਿਟ ਫਿਟ ਦੇਣਾ ਸੀਗਾ ਨਾ, ਉਹ ਤੁਹਾਨੂੰ 200% ਨੁਕਸਾਨ ਕਰ ਰਹੇ ਆ। ਯਾ Is that true? ਕਈ ਕਲੇਮ ਕਰਦੇ ਆ, ਇਟ ਆਲ ਡਿਪੈਂਡਸ ਔਨ ਤੁਸੀਂ ਸਮੂਦੀ 'ਚ ਕੀ ਪਾ ਰਹੇ ਹੋ।
ਓਕੇ ਠੀਕ ਹੈ। ਫਰੂਟ ਸਾਰਿਆਂ ਨੂੰ ਪਤਾ ਹੈ ਸ਼ੂਗਰ ਹੁੰਦੀ ਹੈ ਫਰੂਟ 'ਚ, ਨੈਚੁਰਲ ਸ਼ੂਗਰ ਹੈ ਬਟ ਹੈ ਤਾਂ ਸ਼ੂਗਰ। ਬਿਲਕੁਲ ਹੁਣ ਤੁਸੀਂ ਇੱਕ ਡਾਇਬੀਟਿਕ ਪੇਸ਼ੈਂਟ ਨੂੰ ਨਾ ਫਰੂਟ ਜੂਸ ਨਹੀਂ ਦੇ ਸਕਦੇ ਓਕੇ ਕਿਉਂਕਿ ਉਹਦਾ ਸ਼ੂਗਰ ਲੈਵਲ ਵੱਧ ਜਾਏਗਾ। ਠੀਕ ਆ ਠੀਕ ਹੈ। ਜੇ ਤੁਸੀਂ ਸਮੂਦੀ ਜਾਂ ਜੂਸ ਬਣਾਉਣਾ ਹੈ ਤੇ ਵਾਟ ਯੂ ਕੈਨ ਡੂ ਇਜ਼ ਤੁਸੀਂ ਫਰੂਟਸ ਦੇ ਨਾਲ ਨਾ ਵੈਜੀਟੇਬਲ ਮਿਕਸ ਕਰ ਸਕਦੇ ਹੋ। ਠੀਕ ਆ ਸੋ ਕੀ ਕਰਦੇ ਲੋਕੀ, ਅਨਾਰ ਐਗਜ਼ਾਮਪਲ ਦੇ ਰਹੀ ਹਾਂ ਮੈਂ, ਅਨਾਰ ਲਿੱਤਾ, ਠੀਕ ਹੈ, ਪਾਈਨਐਪਲ ਲਿੱਤਾ, ਓਕੇ ਜਿਹੜੇ ਕਿ ਮਿੱਠੇ ਫਰੂਟਸ ਨੇ। ਓਕੇ, ਤੁਸੀਂ ਉਹਨਾਂ ਨੂੰ ਸਪਿਨਚ, ਕੇਲ, ਸੈਲਰੀ, ਜਿਹੜੇ ਕਿ ਕੌੜੇ ਉਹ ਹੁੰਦੇ ਨੇ ਕੈਟੇਗਰੀ ਵਾਲੇ ਵੈਜੀਜ਼ ਜਾਂ ਜੋ ਵੀ ਹੈ ਹਨਾ ਪਲਾਂਟਸ, ਉਹਦੇ ਨਾਲ ਮਿਕਸ ਕਰ ਸਕਦੇ ਹੋ। ਠੀਕ ਆ ਠੀਕ ਹੈ। ਸੋ ਸੇਮ ਵਿਦ ਸਮੂਦੀ 'ਚ ਤੁਸੀਂ ਬੈਰੀਜ਼ ਪਾਈਆਂ, ਇਹ ਨਹੀਂ ਕਿ ਤੁਸੀਂ ਬੈਰੀਜ਼ ਹੀ ਪਾਈ ਜਾ ਰਹੇ ਹੋ, ਬਨਾਨਾ, ਬੈਰੀ, ਸਾਰਾ ਫਰੂਟ, ਮਿੱਠਾ ਫਰੂਟ। ਓਕੇ ਪੁੱਟ ਸਮਥਿੰਗ ਦੈਟ ਇਜ਼ ਖੱਟਾ ਜਾਂ ਕੌੜਾ, ਜਿੱਦਾਂ ਅਸੀਂ ਕਹਿ ਦਿੰਦੇ ਆ ਨਾ। ਠੀਕ ਆ ਕਰੇਲਾ ਵੀ ਪਾ ਸਕਦੇ ਹੋ ਤੁਸੀਂ ਆਪਣੀ ਸਮੂਦੀ 'ਚ, ਹੈ ਨਾ, ਜੂਸ ਦਾ, ਉਹਦਾ ਵੀ ਜੂਸ ਨਿਕਲਦਾ ਹੀ ਹੈ। ਯਾ ਸੋ ਬੈਲੈਂਸ ਬਣਾ ਕੇ ਤੁਸੀਂ ਆਪਣੀ ਸਮੂਦੀਜ਼ ਦੇ ਜੂਸਿਸ ਉਹ ਕਰ ਸਕਦੇ ਹੋ ਪ੍ਰਿਪੇਅਰ, ਸੋ ਦੈਟ ਉਹ ਨੁਕਸਾਨ ਨਾ ਦੇ। ਜੂਸਿਸ ਤੇ ਸਮੂਦੀਜ਼ ਦਾ ਸਿਰਫ ਇਹੀ ਨੁਕਸਾਨ ਹੈ ਕਿ ਸ਼ੂਗਰ ਬਹੁਤ ਹੁੰਦੀ ਹੈ ਵਿੱਚ। ਠੀਕ ਆ ਜੇ ਤੁਸੀਂ ਸਿਰਫ ਤੇ ਸਿਰਫ ਮਿੱਠੇ ਫਰੂਟਸ ਯੂਜ਼ ਕਰਦੇ ਹੋ। ਬਟ ਇਹਦੇ ਓਕੇ ਠੀਕ ਆ ਆਈ ਥਿੰਕ, ਬਟ ਜਿਮ ਵਾਲੇ ਜਿਹੜੇ ਬੰਦੇ ਆ ਨਾ ਉਹ they prefer these shakes. Some they use banana with the protein shake and they blend it, right? So is that more beneficial for gaining or something like that, or like is there any theory behind it or no? ਸੋ ਜਿਮ ਦਾ ਅਗੇਨ ਮੈਨੂੰ ਇੰਨਾ ਜ਼ਿਆਦਾ ਨਹੀਂ ਪਤਾ ਹੈ ਨਾ ਕਿ ਮਸਲ ਗੇਨ ਲਈ ਸਮੂਦੀਜ਼ ਦਾ ਕੀ ਰੋਲ ਹੈ, ਬਟ ਜਨਰਲੀ ਇਟਸ ਨਾਟ ਦੈਟ ਹਾਰਮਫੁਲ ਐਕਚੁਅਲੀ। ਓਕੇ ਤੁਸੀਂ ਰੋਜ਼ ਇੱਕ ਸਮੂਦੀ ਪੀ ਰਹੇ ਹੋ ਬਨਾਨਾ ਐਂਡ ਆਪਣਾ ਵੇ ਪਾ ਕੇ, ਹੈ ਨਾ, ਜਾਂ ਕੁਝ ਬੈਰੀਜ਼ ਵੀ ਪਾ ਰਹੇ ਹੋ ਵਿੱਚ, ਇਟਸ ਗੁੱਡ ਫॉर ਯੂ। ਜੇ ਤੁਸੀਂ ਹੋਰ ਬੈਨੀਫਿਟ ਲੈਣਾ ਚਾਹੁੰਦੇ ਹੋ ਆਪਣਾ ਮਸਲ ਰਿਕਵਰੀ ਲਈ, ਹੈ ਨਾ, ਮਸਲ ਰਿਕਵਰੀ ਲਈ ਲੋਕੀ ਲੈਂਦੇ ਆ ਕੁਝ ਜਾਂ ਇੰਡਿਓਰੈਂਸ ਆਪਣਾ ਪਾਵਰ ਬੂਸਟ ਕਰਨ ਲਈ, ਤਾਂ ਬੀਟ ਰੂਟ, ਜਿਹੜਾ ਆਪਾਂ ਕੀ ਕਹਿੰਦੇ ਆ ਚੁਕੰਦਰ ਹੁੰਦਾ ਹੈ ਨਾ, ਬੀਟ ਰੂਟ ਇਜ਼ ਵੈਰੀ ਇੰਪੋਰਟੈਂਟ ਫॉर ਪੀਪਲ ਗੋਇੰਗ ਟੂ ਦ ਜਿਮ। ਓਕੇ ਇੰਡਿਓਰੈਂਸ ਵੀ ਬੂਸਟ ਕਰਦਾ ਹੈ ਕਿ ਤੁਸੀਂ ਜਾ ਕੇ ਪਾਵਰ ਬੂਸਟ ਹੁੰਦੀ ਹੈ ਕਿ ਜ਼ਿਆਦਾ ਵੇਟ ਟ੍ਰੇਨ ਕਰ ਸਕਦੇ ਹੋ। ਐਂਡ ਜੇ ਤੁਸੀਂ ਆਪਣੇ ਵਰਕਆਊਟ ਤੋਂ ਬਾਅਦ ਬੀਟਰੂਟ ਦੀ ਕੋਈ ਸਮੂਦੀ ਜਾਂ ਜੂਸ ਲੈ ਰਹੇ ਹੋ ਤਾਂ ਉਹ ਮਸਲ ਰਿਕਵਰੀ ਦੇ ਲਈ ਵੀ ਯੂਜ਼ ਹੁੰਦਾ ਹੈ। ਓਕੇ ਸੋ ਇਟਸ ਆਲ ਅਬਾਊਟ ਮਿਕਸ ਮੈਚਿੰਗ ਇਨਗਰੀਡੀਐਂਟਸ, ਹੈ ਨਾ, ਜੇ ਤੁਸੀਂ and it plays a very big role in overall health, ਹੈ ਨਾ, ਐਂਡ ਤੱਕ ਕਿੱਦਾਂ ਬੋਡੀ ਨੂੰ। ਸੋ ਤੁਸੀਂ ਨਾ ਹੁਣੀ ਮੈਂਸ਼ਨ ਕਰ ਰਹੇ ਸੀ ਕਿ you have to stop smoking, drinking. We actually know. Yeah, smoking ਦੇ ਤਾਂ ਪੈਕ ਤੇ ਵੀ ਲਿਖਿਆ it's you know injurious for you, but we still take it. Yeah. But ਹੁਣ ਨਾ ਇੱਕ ਅੱਜ ਕੱਲ੍ਹ ਨਵੀਂ ਥਿਊਰੀ ਬਹੁਤ ਆ ਗਈ। ਮੈਂ ਨਾ ਕੱਲ੍ਹ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਬੰਦਾ ਕਹਿ ਰਿਹਾ ਸੀਗਾ ਕਿ ਯਾਰ weed is more helpful than you know having a liquor. ਉਹ ਕਹਿੰਦਾ ਮੈਂ ਯਾਰ liquor ਛੱਡ ਦਿੱਤੀ totally. Now you know I smoke weed and ਉਹਦੇ ਬਹੁਤ benefits ਆ। It's actually a very big topic. Yeah, that's a ਕਿੰਨੇ ਕੁ benefits ਆ, ਹੈ ਨਾ, but just a little part of that ਕਿ ਉਹਦਾ actually ਕੋਈ ਹੈ ਇੱਦਾਂ ਦੀ ਕੋਈ ਥਿਊਰੀ ਕੀ ਹੈ ਤੁਸੀਂ ਓਕੇ ਤੁਸੀਂ ਲਿਕਰ ਛੱਡ ਦਿਓ, ਤੁਸੀਂ ਸਮੋਕਿੰਗ ਸਿਗਰਟਸ ਛੱਡ ਦਿਓ, ਸ਼ੀਸ਼ਾ ਛੱਡ ਦਿਓ, ਬਟ then you go for the weed. Is there any theory or ਕੋਈ ਹੈ ਕਿ ਇਹਦਾ ਸਾਡਾ ਮਾਈਂਡਸੈਟ ਹੈ ਕਿ ਯਾਰ ਅਸੀਂ ਇੱਧਰ ਜਾਣਾ ਤੇ then we are just going through it? ਪਰਸੈਪਸ਼ਨ ਵੀ ਬਹੁਤ ਹੁੰਦਾ ਹੈ ਕਿ ਹੈ ਨਾ ਤੁਸੀਂ ਕਿੱਦਾਂ ਇਸ ਚੀਜ਼ ਨੂੰ ਦੇਖਦੇ ਹੋ। ਲਿਕਰ, ਸਿਗਰਟ, ਹੋਰ ਆਪਣਾ ਸ਼ੀਸ਼ਾ, ਵੇਪ, ਇਹ ਸਭ ਕੁਝ ਆਰਟੀਫਿਸ਼ੀਅਲ ਚੀਜ਼ਾਂ ਤਾਂ ਮੈਂ ਨਹੀਂ ਕਹੂੰਗੀ ਹੈਗੀਆਂ ਨੇ ਇਹ, ਬਟ ਇਹ ਜ਼ਿਆਦਾ ਹਾਰਮਫੁਲ ਇਸ ਕਰਕੇ ਹੈ ਕਿਉਂਕਿ ਪ੍ਰੋਸੈਸਡ ਵੀ ਨੇ, ਕੁਝ ਇਹਨਾਂ ਦੀ ਐਡਿਕਸ਼ਨ ਇੱਦਾਂ ਹੈ ਕਿ ਜ਼ਿਆਦਾ ਹਾਰਮਫੁਲ ਹੈ। ਓਕੇ, ਹੈ ਨਾ, ਵੀਡ ਦੀ ਵੀ ਐਡਿਕਸ਼ਨ ਹੈਗੀ ਹੈ ਫॉर ਸ਼ੋਰ, ਬਟ ਲੋਕੀ ਕਹਿੰਦੇ ਵੀ ਵੀਡ ਨੈਚੁਰਲੀ ਗਰੋ ਕਰਦੀ ਹੈ ਨਾ, ਅਸੀਂ ਨੈਚੁਰਲ ਜਦੋਂ ਨੈਚੁਰਲ ਚੀਜ਼ ਕੋਈ ਸਮੋਕ ਕਰ ਰਹੇ ਹਾਂ ਉਹ ਨਹੀਂ ਇਫੈਕਟ ਕਰੇਗੀ ਵਟ ਐਵਰ। ਬਟ ਮੇਰਾ ਸਿੰਪਲ ਫੰਡਾ ਇਹ ਹੈ ਕਿ ਜਿਹੜੀ ਚੀਜ਼ ਤੁਹਾਡੇ ਮਾਈਂਡ ਨੂੰ ਆਲਟਰ ਕਰ ਰਹੀ ਹੈ ਨਾ, ਐਨੀਥਿੰਗ ਦੈਟ ਇਜ਼ ਆਲਟਰਿੰਗ ਯੋਰ ਮਾਈਂਡ ਥਿੰਕਿੰਗ ਕਪੈਸਿਟੀ ਔਰ ਇਟਸ ਮੇਕਿੰਗ ਯੂ ਫੀਲ ਬਲਰਡ ਜਾਂ ਕੁਝ ਵੀ ਤੁਹਾਡੇ ਮਾਈਂਡ ਨਾਲ ਆਲਟਰ ਹੋ ਰਿਹਾ, ਦੈਟ ਇਜ਼ ਨਾਟ ਹੈਲਦੀ ਫॉर ਯੂ। ਓਕੇ, ਤੁਸੀਂ ਵੀਡ ਪੀ ਕੇ I have seen a lot of people getting slow, है ना, मैं तो नहीं ट्राई की कभी, but I've seen people slow ਜਾਂਦੇ ਆ। ਕਈ ਕਹਿੰਦੇ ਆ ਕਿ ਅਸੀਂ ਬਹੁਤ ਤੇਜ਼ ਹੋ ਜਾਂਦੇ, ਅਸੀਂ ਸੋਲੂਸ਼ਨਸ ਲੱਭ ਲੈਂਦੇ ਆ ਪ੍ਰੋਬਲਮ ਦੇ। ਇਟਸ ਆਲ ਅਬਾਊਟ ਪਰਸੈਪਸ਼ਨ, ਬਟ ਤੁਸੀਂ ਆਪਣੇ ਮਾਈਂਡ ਨੂੰ ਆਲਟਰ ਕਰਕੇ ਲਾਈਫ ਨਹੀਂ ਸਪੈਂਡ ਕਰ ਸਕਦੇ। ਲਾਈਕ ਅ ਫੇਕ ਲਾਈਫ। ਹਾਂ, ਤੁਸੀਂ ਆਪਣੇ ਮੈਂਟਲ, ਤੁਸੀਂ ਆਪਣੇ ਦਿਮਾਗ ਨੂੰ ਵੀ ਇੱਕ ਫੇਕਨੈਸ ਦੇ ਅਰਾਊਂਡ ਰੱਖ ਰਹੇ ਹੋ
ਕਿਉਂਕਿ ਅੱਛਾ ਮੈਂ ਆ ਕਰ ਲਿਆ ਤਾਂ ਉਹ then- ਰਿਐਲਿਟੀ ਨਹੀਂ ਹੈ। ਹਾਂ ਉਹ ਰਿਐਲਿਟੀ ਨਹੀਂ ਹੈ basically। ਮਤਲਬ ਤੁਸੀਂ 100% ਆਪਣੀ ਬ੍ਰੇਨ ਦੀ ਕਪੈਸਿਟੀ ਨਹੀਂ ਯੂਜ਼ ਕਰਦੇ ਉਦੋਂ, ਰਾਈਟ ਰਾਈਟ। ਅਸੀਂ ਜਦੋਂ ਐਲਕੋਹਲ ਵੀ ਕੰਜ਼ਿਊਮ ਕਰਦੇ ਹਾਂ, ਵੀ ਆਰ ਨਾਟ ਵਰਕਿੰਗ ਔਨ 100% ਬ੍ਰੇਨ ਕਪੈਸਿਟੀ। Right. ਸਾਡਾ ਕੁਛ ਨਾ ਕੁਛ ਪਾਰਟ ਤਾਂ ਸ਼ਟ ਡਾਊਨ ਹੁੰਦਾ ਹੈ ਨਾ, ਕ੍ਰਿਟੀਕਲ ਥਿੰਕਿੰਗ ਨਹੀਂ ਹੋ ਪਾਉਂਦੀ, ਬਿਲਕੁਲ। ਡਿਸੀਜਨ ਨਹੀਂ ਅਸੀਂ ਲੈ ਪਾਉਂਦੇ, ਗਲਤ ਡਿਸੀਜਨ ਲੈਂਦੇ ਹਾਂ। ਬਿਲਕੁਲ। ਸੋ ਆਲ ਆਫ ਥੀਸ ਥਿੰਗਸ ਮੇਰੇ ਲਈ ਮੋਟੀ ਗੱਲ ਇਹੀ ਆ ਵੀ ਮਾਈਂਡ ਆਲਟਰ ਕਰਨ ਵਾਲੀ ਜਿਹੜੀ ਚੀਜ਼ਾਂ ਨੇ ਉਹ ਠੀਕ stay ਨਹੀਂ away। ਆ, ਉਹ ਅਨਹੈਲਦੀ ਹੈ। ਠੀਕ ਹੈ। ਰੈਗੂਲਰ ਨਹੀਂ, ਸੌਰੀ, ਕਦੇ ਇੰਡਲਜ ਕਰਨਾ ਇਜ਼ ਓਕੇ, ਵਿਚ ਇਜ਼ ਦੈਟਸ ਆਈ ਥਿੰਕ societal ਮੈਨੂੰ ਇਦਾਂ ਵੀ ਲੱਗਦਾ ਯਾਰ ਹੁਣ ਸਾਡੇ ਵਰਗਿਆਂ ਲਈ ਥੋੜੀ ਜਿਹੀ ਮੋਟੀਵੇਸ਼ਨ ਵੀ ਬਣੀ ਹੋਈ ਆ, ਲਾਈਕ Yeah. ਵੀ ਪੈਂਪਰ ਬੋਡੀ ਕਹਿ ਲੋ ਫਿਜ਼ੀਕਲੀ ਜਾਂ ਮੈਂਟਲੀ, ਅਸੀਂ ਕੁਝ ਹਾਂ। ਚੀਜ਼ਾਂ ਕਰਦੇ ਹਾਂ, ਦੈਟਸ ਜਸਟ ਅ ਪੈਂਪਰੇਸ਼ਨ, just to unwind yourself, Yeah. ਕਿ ਥੋੜੀ ਪ੍ਰੋਬਲਮਸ ਨਹੀਂ, ਮਤਲਬ ਥੋੜਾ ਸਟ੍ਰੈਸ ਰਿਲੀਜ਼ ਕਰਨ ਲਈ ਜਾਂ ਥੋੜਾ ਫੀਲ ਗੁੱਡ ਕਰਨ ਲਈ। ਫੀਲ Yeah. ਗੁੱਡ ਚੀਜ਼ ਹੈ ਨਾ ਉਹ ਰਾਈਟ। ਇੱਦਾਂ ਹਾਰਮੋਨਸ ਪ੍ਰੋਡਿਊਸ ਹੁੰਦੇ ਕਿ ਤੁਸੀਂ ਫੀਲ ਗੁੱਡ ਕਰਦੇ ਹੋ, ਮਾਈਂਡ ਆਲਟਰ ਹੁੰਦਾ ਥੋੜਾ ਜਿਹਾ। ਬਿਲਕੁਲ। ਸੋ ਕਦੇ It's totally Sure, different, yeah. Okay, ਮੈਨੂੰ ਇਦਾਂ ਲੱਗਦਾ ਆਪਾਂ ਨਾ ਕਾਫੀ ਗੱਲਾਂ ਕਰ ਲਈਆਂ, ਬਟ देयर इज ਵੈਰੀ ਇੰਪੋਰਟੈਂਟ ਥਿੰਗ that I think for me to have an answer for that, that is ਕਿ ਇੱਕ ਟਿਪ ਜਿਹੜੀ ਬਹੁਤ ਤਕੜੀ ਟਿਪ ਹੋਵੇ ਬਿਗਨਰਸ ਦੇ ਲਈ, ਬਟ ਉਹਨਾਂ ਨੂੰ ਇਦਾਂ ਨਾ ਫੀਲ ਹੋਵੇ ਕਿ ਦੇ ਆਰ ਬਿਗਨਿੰਗ ਸਮਥਿੰਗ, ਦੇ ਆਰ ਸਟਾਰਟਿੰਗ ਸਮਥਿੰਗ ਨਿਊ ਇਨ देयर ਲਾਈਫ। ਯਾ ਇਜ਼ देयर ਐਨੀ ਟਿਪ? ਕੋਈ ਬਿਗਨਰਸ ਲਈ ਸਿਰਫ ਇਹ ਹੈ ਕਿ ਕੋਈ ਮੇਜਰ ਚੇਂਜ ਨਾ ਹੋਏ, ਹੈ ਨਾ, ਓਕੇ। ਕਿ ਕੋਈ ਬੇਬੀ ਸਟੈਪਸ ਤੁਸੀਂ ਲਓ, ਟੇਕ ਵਨ ਸਟੈਪ ਐਟ ਅ ਟਾਈਮ। ਜਦੋਂ ਅਸੀਂ ਕਈ ਵਾਰੀ ਐਗਜ਼ਾਮਪਲ ਦਿੰਦੇ ਹਾਂ, ਮੈਂ ਕਿਤੇ ਦੇਖ ਰਹੀ ਸੀਗੀ ਰੀਲ ਕਿ ਇੱਕ ਸੀਗਾ, ਦੇਰ ਵਾਜ਼ ਅ ਪਰਸਨ, ਉਹ ਦੁਪਹਿਰੇ ਉੱਠਦਾ ਸੀਗਾ ਹੈ ਨਾ, ਐਂਡ ਦੈਨ ਵਨ ਡੇ ਹੀ ਥਾਟ ਕਿ ਮੈਂ ਸਵੇਰੇ ਜਲਦੀ ਉੱਠੂੰਗਾ, Okay. 8 ਵਜੇ ਉੱਠੂੰਗਾ, 9 ਵਜੇ। ਠੀਕ ਹੈ। ਤੁਸੀਂ ਨਹੀਂ ਕਰ ਸਕਦੇ ਹੋ, ਬਿਲਕੁਲ। ਠੀਕ ਹੈ। ਤੁਸੀਂ ਜੇ 2 ਵਜੇ ਉੱਠ ਰਹੇ ਹੋ, ਤੁਸੀਂ ਪਹਿਲਾਂ ਸਟਾਰਟ ਕਰੋ 12 ਵਜੇ ਉੱਠਣਾ, ਰਾਈਟ। 3 ਦਿਨ 12 ਵਜੇ ਉੱਠੋ, ਫਿਰ ਜਦੋਂ ਤੁਸੀਂ ਉੱਠ ਰਹੇ ਹੋ 12 ਵਜੇ, ਫਿਰ ਉਹਨੂੰ ਪਿੱਛੇ ਲੈ ਕੇ ਜਾਓ, 9 ਵਜੇ ਉੱਠੋ। Right. ਫਿਰ ਇੱਦਾਂ ਹੌਲੀ ਸਟੈਪ ਕਰਨੇ ਇਜ਼ ਗੁੱਡ ਫॉर ਦ ਬੋਡੀ। ਫੋਲੋ ਉਦਾਂ ਹੀ ਹੋਊਗਾ ਸਾਰਾ ਕੁਝ, ਹੈ ਇਹ ਨਾ। ਨਹੀਂ ਕਿ ਹੁਣ ਅੱਗੇ ਨਵਾਂ ਸਾਲ ਆ ਰਿਹਾ, ਵੱਡੇ ਰੈਜ਼ੋਲੂਸ਼ਨ ਲੈ ਹਾਂ, ਲਏ ਨਹੀਂ। ਕਿ ਯਾਰ 31 ਦਸੰਬਰ ਦੀ ਪਾਰਟੀ ਤੋਂ ਬਾਅਦ 1 ਜਨਵਰੀ ਨੂੰ ਕੁਛ ਨਹੀਂ ਕਰਨਾ, ਕੁਛ ਨਹੀਂ ਖਾਣਾ, ਖਾਣਾ ਕੁਛ ਪੀਣਾ, ਨਹੀਂ ਹਾਂ। ਪੀਣਾ, ਬਟ ਦੈਨ ਵੀ ਹੈਵ ਦੈਟ our fridge full of stuff Yeah. from December, and then we eat again, Yeah. right? So actually ਇਹਦੇ ਮੇਰੀ ਪਰਸਨਲ ਲਾਈਫ ਦੇ ਵਿੱਚ ਵੀ ਇੱਕ ਬਹੁਤ ਵੱਡੀ ਚੀਜ਼ ਆ, ਬਿਕੋਜ਼ ਮੈਂ ਸਮੋਕਿੰਗ ਦਾ ਸੁਣਿਆ ਸੀ ਕਿ ਡੋਂਟ ਸਟਾਪ ਸਮੋਕਿੰਗ ਰਾਈਟ ਅਵੇ, ਲਾਈਕ ਜਸਟ ਡੋਂਟ ਕੁਇਟ ਇਟ, ਓਕੇ। ਰਾਈਟ। ਸੋ ਡਾਕਟਰ ਨੇ ਇਹ ਗੱਲ ਕਹੀ ਸੀ ਕਿ ਯਾਰ ਤੁਸੀਂ ਇਫ ਯੂ ਕੁਇਟ, ਆਈ ਥਿੰਕ ਯੂ ਜਸਟ ਫੇਲ ਯੋਰਸੈਲਫ, ਕਿਉਂਕਿ ਤੁਸੀਂ ਇੱਕ ਤੁਹਾਡੀ ਬੋਡੀ ਹਰ ਚੀਜ਼, ਉਸ ਚੀਜ਼ ਨੂੰ ਅੱਜ 5 ਇਨਟੇਕ ਕਰ ਰਹੇ ਹੋ, ਤੁਸੀਂ ਕੱਲ ਨੂੰ ਤੁਸੀਂ ਬਿਲਕੁਲ ਹੀ ਨਹੀਂ ਕਰ ਰਹੇ। ਆਈ ਥਿੰਕ ਤੁਹਾਡਾ ਮੈਂਟਲ ਸਟ੍ਰੈਸ ਜੋ ਵੀ ਆ, that just goes ਕਹਿ ਲਓ over the roof, right? Yeah, because it's so addictive. Right. ਮਤਲਬ ਇੱਕ ਬਹੁਤ ਸਿੰਪਲ ਫੰਡਾ ਹੈ ਕਿ ਜਿਸ ਚੀਜ਼ ਨਾਲ ਤੁਸੀਂ ਐਡਿਕਸ਼ਨ ਹੈਗੀ ਹੈ ਉਹ ਗਲਤ ਹੈ। Right. ਪਹਿਲੀ ਗੱਲ ਤਾਂ ਠੀਕ ਹੈ, ਚਾਹੇ ਉਹ ਚੀਜ਼ ਠੀਕ ਹੈ, ਚਾਹੇ ਉਹ ਚੀਜ਼ ਗਲਤ ਹੈ ਨਾ। ਜੇ ਤੁਸੀਂ ਹੁਣ ਇਹ ਕਹੋਗੇ ਕਿ ਮੈਨੂੰ ਜੂਸਿਸ ਦੀ ਐਡਿਕਸ਼ਨ ਹੈ, ਮੈਂ ਜੂਸ ਹੀ ਪੀ ਜਾਵਾਂ, ਉਹ ਬਹੁਤ ਗਲਤ, ਉਹ ਵੀ ਗਲਤ ਹੈ ਨਾ। ਯੂ ਹੈਵ ਟੂ ਈਟ ਆਲਸੋ। ਸੋ ਐਨੀ ਚੀਜ਼ ਦੈਟ ਇਜ਼ ਐਡਿਕਟਿਵ, ਪਹਿਲੀ ਗੱਲ ਤਾਂ ਉਹ ਗਲਤੀ ਹੈ, ਠੀਕ ਹੈ। ਹੁਣ ਤੁਸੀਂ ਕਿਹਾ ਕਿ ਤੁਸੀਂ ਇੱਕਦਮ ਨਹੀਂ ਬੰਦ ਕਰ ਸਕਦੇ, ਵਿਚ ਇਜ਼ ਟਰੂ, ਨਹੀਂ ਹੋ ਸਕਦਾ, ਹੈ ਨਾ। ਵਿਡਰੋਅਲ ਸਿੰਪਟਮਸ ਹੁੰਦੇ ਆ, ਕਾਫੀ ਦੇ ਵੀ ਵਿਡਰੋਅਲ ਸਿੰਪਟਮਸ ਨੇ ਇੱਦਾਂ ਤਾਂ, ਕਿਉਂਕਿ ਕਾਫੀ ਕਿੰਨੀ ਐਡਿਕਟਿਵ ਹੈ। ਟੀ ਕਾਫੀ ਤੁਸੀਂ 3 ਕੱਪਸ ਪੀ ਰਹੇ ਹੋ, ਇੱਕ ਅਗਲੇ ਦਿਨ ਤੁਸੀਂ ਬਿਲਕੁਲ ਹੀ ਨਹੀਂ ਪੀ ਰਹੇ, ਤੁਸੀਂ ਤਾਂ ਉੱਠ ਹੀ ਨਹੀਂ ਪਾਓਗੇ ਬੈੱਡ ਤੋਂ, ਹੈ ਨਾ। ਸੋ ਅਗੇਨ what you have to do is gradually stop these habits. ਜੇ ਤੁਸੀਂ if you're smoking 1 pack a day, keep it less, ਥੋੜੀ ਅਗਲੇ ਦਿਨ ਘੱਟ ਪੀਓ, ਹੈ ਨਾ, ਕਿਉਂਕਿ ਅਲਟੀਮੇਟ ਮੋਟਿਵ ਤਾਂ ਤੁਹਾਡਾ ਕੁਇਟ ਕਰਨਾ ਹੀ ਹੈ, ਠੀਕ ਹੈ। ਉਹ ਚੀਜ਼ ਨਾ ਭੁੱਲੋ ਕਿ ਤੁਸੀਂ ਕੁਇਟ ਕਰਨਾ ਚਾਹੁੰਦੇ ਹੋ। ਬਿਲਕੁਲ। ਸੋ ਇਫ ਯੂ ਹੈਵ ਦੈਟ ਇਨ ਮਾਈਂਡ, ਜਸਟ ਗ੍ਰੈਜੂਅਲੀ ਕੀਪ ਦ ਲੈਵਲ ਡਾਊਨ ਡੇ ਬਾਈ ਡੇ। ਇੱਕ ਹੋਰ ਚੀਜ਼, ਹੁਣ ਜਿਹੜੇ ਬੰਦੇ, ਆਈ ਥਿੰਕ ਆਰ ਮੇਜਰ ਪਾਰਟ ਆਫ ਆਰ ਕਮਿਊਨਿਟੀ ਇਜ਼ ਇਨਟੂ ਟਰੱਕਿੰਗ। ਸਾਡਾ ਪਿਆਰ ਹੀ ਲੱਗ ਆ ਯਾਰ ਸੜਕਾਂ ਦੇ ਨਾਲ, ਟਰੱਕਿੰਗ ਦੇ ਨਾਲ, ਰਾਈਟ। ਦੈਨ ਉਹਨਾਂ ਬੰਦਿਆਂ ਦੇ ਲਈ ਨਿਊਟ੍ਰੀਸ਼ਨਸ ਆਪਣੀ ਬੋਡੀ ਦੇ ਵਿੱਚ ਲੈ ਕੇ ਜਾਂ ਡਾਈਟ ਨੂੰ ਫੋਲੋ ਕਰਨਾ ਇਜ਼ ਦ ਬਿਗੇਸਟ ਕੰਸਰਨ ਕਹਿ ਲਓ, ਜਾਂ ਬਿਗੇਸਟ ਇਸ਼ੂ ਕਹਿ ਲਓ। ਹਾਊ ਦੇ ਕੈਨ ਓਵਰਕਮ ਦੈਟ? ਸੋ ਟਰੱਕਿੰਗ ਦਾ ਮੈਂ ਅਸਿਊਮ ਕਰ ਰਹੀ ਹਾਂ, ਉਹ ਵੱਡੇ ਟ੍ਰਿਪਸ ਮਾਰਦੇ ਆ, ਜਿੱਦਾਂ ਉਹਨਾਂ ਨੂੰ 5 ਦਿਨ 6 ਦਿਨ ਘਰੋਂ ਬਾਹਰ ਡਰਾਈਵ ਕਰਨਾ ਪੈਂਦਾ ਹੈ ਨਾ, ਘਰੋਂ ਬਾਹਰ ਨੇ। ਸੋ ਮੋਸਟਲੀ ਮੈਂ ਕੀ ਦੇਖਦੀ ਹਾਂ ਕਿ ਵੈਸੇ ਤਾਂ ਉਹਨਾਂ ਦੇ ਮੀਲ ਪ੍ਰੈਪ ਚੱਲਦੀ ਹੈ, ਦੇ ਹੈਵ ਦੇਅਰ ਮੀਲਸ ਆਲਰੇਡੀ ਪ੍ਰੀਪੇਅਰਡ, ਹੈ ਨਾ, ਜਿਨ੍ਹਾਂ ਦੇ ਘਰ ਬਾਹਰ ਇੱਥੇ ਹੈਗੇ ਆ, ਤੇ ਐਵਰੀਬਡੀ ਇਜ਼ ਟੇਕਨ ਕੇਅਰ ਆਫ। ਬਾਕੀ ਟਰੱਕਰਸ ਦਾ ਮੈਂ ਇਹ ਕਹਿ ਸਕਦੀ ਹਾਂ ਕਿ ਤੁਸੀਂ ਆਪਣੇ ਮਾਈਂਡ 'ਚ ਇਹ ਰੱਖੋ ਕਿ
ਤੁਸੀਂ ਬਾਹਰੋਂ ਜ਼ਿਆਦਾ ਨਾ ਖਾਓ, ਠੀਕ ਹੈ, ਜੇ ਤੁਸੀਂ ਬਾਹਰੋਂ ਖਾ ਵੀ ਰਹੇ ਹੋ ਤਾਂ ਹੈਵ ਸਮ ਹੈਲਦੀਅਰ ਆਪਸ਼ਨਸ, ਓਕੇ ਠੀਕ ਹੈ। ਹੋਰ ਉਹਨਾਂ ਦੀ ਮੀਲ ਪ੍ਰੈਪ ਤਾਂ ਉਹ ਘਰੋਂ ਹੀ ਮੈਂ ਤਾਂ ਸੁਜੈਸਟ ਕਰੂੰਗੀ ਕਿ ਕੁਝ ਜੇ ਉਹਨਾਂ ਦਾ 5 ਦਿਨ ਦਾ ਟ੍ਰਿਪ ਹੈ, ਮੈਨੂੰ ਨਹੀਂ ਪਤਾ ਉਹ ਕਿੱਦਾਂ ਉਹਨਾਂ ਦੇ ਟਰੱਕ 'ਚ ਹੁੰਦਾ ਆ, no they have their fridge, they have the stove, everything, ਯਾ right, but ਬਟ ਇਹ ਕਿ ਉਹ ਬਣਾ ਨਹੀਂ ਸਕਦੇ ਬਣਾ ਆ, ਨਹੀਂ ਸਕਦੇ ਹੈ ਹੁਣ ਨਾ, ਯਾਰ ਜਾਂ ਬੰਦਾ ਕੁਛ। 10 ਘੰਟੇ ਟਰੱਕ ਚਲਾਉਣ ਤੋਂ ਬਾਅਦ ਹੁਣ ਜੇ ਤੁਸੀਂ ਕਹੋ ਕਿ ਯਾਰ ਕੋਈ ਫੈਂਸੀ ਸੈਲਡ ਬਣਾਵਾਂ ਮੈਂ ਜਾਂ ਨਹੀਂ, ਮੈਂ ਉਹ ਤਾਂ ਕੁਝ ਕੋਈ ਕਹ ਲਓ ਕਿ ਕੁਝ ਮੈਂ ਚਿਕਨ ਬਣਾ ਰਿਹਾ ਜਾਂ ਰੋਸਟ ਕਰ ਰਿਹਾ, that's not possible, right, ਯਾ now either I can buy, ਜਿੱਥੇ ਵੀ ਮੈਂ ਗਿਆ ਹੋਇਆ ਮੈਂ ਕੋਈ 버ਗਰ ਬਾਈ ਕਰ ਕੁਝ ਵੀ ਬਾਈ ਕਰ ਲਾਂ, ਯਾ right, and then they are also going to US and we already discussed about the US market as well, right, Yeah. but what they can do, like that is the question. Let's say they are ਘਰੋਂ ਸਮਾਨ ਲੈ ਕੇ ਜਾ ਰਹੇ ਹੈ, right, ਯਾ what they can take it with themselves, like ਉਹ ਕੀ ਲੈ ਕੇ ਜਾ ਸਕਦੇ ਆ ਯਾਰ, ਥੋੜੇ ਜਿਹੇ ਜਿਵੇਂ ਹੈਲਦੀ ਆਲਟਰਨੇਟਿਵ ਸਨੈਕਸ ਨੇ ਜਿਹੜੇ ਉਹ ਲੈ ਕੇ ਜਾ ਸਕਦੇ ਆ, ਠੀਕ ਹੈ, ਖਾਣ ਪੀਣ ਦਾ ਉਹਨਾਂ ਦਾ ਟਿਫਿਨ ਵਗੈਰਾ ਆਈ ਅਸਿਊਮਿੰਗ ਉਹ ਲੈ ਕੇ ਜਾਂਦੇ ਆ, ਬਟ ਇਨ ਦ ਮਿਡਲ ਜੇ ਉਹਨਾਂ ਨੂੰ ਕੁਝ ਚਾਹੀਦਾ, ਬਹੁਤ ਸਾਰੇ ਇੱਦਾਂ ਹੈਲਦੀ ਸਨੈਕਸ ਨੇ ਜਿਹੜੇ ਉਹ ਲੈ ਕੇ ਜਾ ਸਕਦੇ। ਕੁਕੀਜ਼, ਡਾਈਜੈਸਟਿਵ ਕੁਕੀਜ਼ ਆਉਂਦੀਆਂ ਨੇ, ਹੈ ਨਾ, ਦੈਟਸ ਨਾਟ ਅ ਪ੍ਰੋਬਲਮ। ਬਹੁਤ ਐਨਰਜੀ ਡਰਿੰਕਸ ਉਹ ਜੇ ਲੈਂਦੇ ਰਹਿਣ ਯੂ ਨੋ ਥਰੂ ਦੇਅਰ ਡਰਾਈਵਿੰਗ, ਤਾਂ ਉਹਨਾਂ ਦੀ ਐਪੇਟਾਈਟ ਥੋੜੀ ਜਿਹੀ ਘੱਟ ਵੀ ਹੋ ਜਾਂਦੀ, ਲਾਈਕ ਦੇ ਡੋਂਟ ਕ੍ਰੇਵ ਦੈਟ ਮਚ, ਹੈ ਨਾ। ਓਨੈਸਟਲੀ ਇੰਨਾ ਜ਼ਿਆਦਾ ਮੈਂ ਹੁਣ ਦੇਖ ਰਹੀ ਹਾਂ ਕਿ ਆਈਡੀਆ ਨਹੀਂ ਹੈ ਇਸ ਚੀਜ਼ ਬਾਰੇ, ਬਟ ਫॉर ਪੀਪਲ ਹੂ ਆਰ ਔਨ ਦ ਰੋਡ ਬਹੁਤ ਜ਼ਿਆਦਾ, ਉਹਨਾਂ ਦਾ ਸਿਰਫ ਇਹੀ ਹੈ ਕਿ ਥੋੜੇ ਬਾਹਰ ਵੀ ਜੇ ਖਾ ਰਹੇ ਨੇ ਤਾਂ ਹੈਲਦੀ ਆਪਸ਼ਨਸ ਚੂਜ਼ ਕਰਨ, ਹੈ ਨਾ, ਆਪਣੇ ਘਰੋਂ ਵੀ ਜਿਹੜਾ ਵੀ ਕੁਝ ਲੈ ਕੇ ਜਾ ਰਹੇ ਆ ਹੈਲਦੀ ਆਪਸ਼ਨਸ ਲੈ ਕੇ ਜਾਣ। but I think you might get a lot of calls after this podcast. Okay, now we know what Kudrat is doing, but what is the future of Kudrat? Future ਮੇਰਾ ਬਸ ਇਹੀ ਹੈ ਕਿ I will pursue this line only, right? I have big plans actually coming up. Okay. ਤੇ next year ਨਹੀਂ actually ਇਸੇ ਸਾਲ ਸੋਚ ਰਹੀ ਹਾਂ ਕਿ ਕੁਝ ਹਜੇ ਤਾਂ ਮੈਂ working with somebody, ਹੈ ਨਾ, ਜੇ ਕੰਪਨੀ 'ਚ ਕੰਮ ਕਰ ਰਹੀ ਹਾਂ, ਬਟ ਯਾ ਫਿਊਚਰ ਪਲਾਨਸ ਇਹ ਹੈ ਕਿ ਨਿਊਟ੍ਰੀਸ਼ਨ ਦੀ ਨੌਲੇਜ ਜਿਹੜੀ ਹੈ, ਇੱਕ ਬੇਸਿਕ ਨੌਲੇਜ ਲੋਕਾਂ ਨੂੰ ਹੋਏ, ਲੋਕੀ ਇੱਦਾਂ ਨਾ ਸਮਝਣ ਕਿ ਬਹੁਤ ਟਫ ਹੈ ਡਾਈਟ ਫੋਲੋ ਕਰਨੀ ਕੋਈ, ਜਾਂ ਮੈਂ ਮੋਟਾ ਤੇ ਮੈਨੂੰ weight loss ਕਰਨਾ ਬਹੁਤ ਟਫ ਹੈ, ਜਸਟ ਮੇਕਿੰਗ ਦਿਸ ਵੈਰੀ ਸਿੰਪਲ ਐਂਡ ਵੈਰੀ ਈਜ਼ੀ ਫॉर ਪੀਪਲ, ਉਹੀ ਮਤਲਬ ਮੇਰਾ ਮੋਟਿਵ ਹੋਏਗਾ। ਹੁਣ ਵੀ ਇਹੀ ਮੋਟਿਵ ਹੈ, ਫਿਊਚਰ 'ਚ ਵੀ ਇਹੀ ਮੋਟਿਵ ਹੈ ਕਿ ਥੋੜਾ ਈਜ਼ੀ ਇਸ ਚੀਜ਼ ਨੂੰ ਬਣਾਇਆ ਜਾਵੇ, ਲੋਕੀ ਜ਼ਿਆਦਾ ਟਫ ਨਾ ਸਮਝਣ ਜਾਂ ਇਹ ਨਾ ਸਮਝਣ ਕਿ ਨਹੀਂ ਤਾਂ ਹੋਏਗਾ ਹੀ ਨਹੀਂ, ਹਾਂ, ਮਤਲਬ ਥੋੜਾ should not be a task. ਪਹਿਲੀ ਗੱਲ ਤਾਂ ਲੋਕਾਂ ਨੂੰ ਇਹ ਕਹਿਣਾ ਬੰਦ ਕਰਨਾ ਪਏਗਾ ਕਿ ਉਹ ਤਾਂ ਹੋਏਗਾ ਹੀ ਨਹੀਂ ਮੇਰੇ ਤੋਂ, ਕਿੰਨਾ ਟਫ ਹੈ। ਤੁਸੀਂ ਜੇ ਪਹਿਲਾਂ ਹੀ ਇੱਦਾਂ ਸੋਚਣ ਲੱਗੇ ਨਹੀਂ ਹੋਏਗਾ ਕੁਝ, ਹੈ ਨਾ, ਫਿਰ ਨੈਗੇਟਿਵ ਮਾਈਂਡਸੈਟ ਨਹੀਂ ਹੈ, ਥੋੜਾ ਇਹਨੂੰ ਈਜ਼ੀ ਐਂਡ ਮਾਈਂਡਸੈਟ ਚੇਂਜ ਮੇਰਾ ਗੋਲ ਰਹੇਗਾ। Okay, but we will see, actually we are excited, you know, or actually we want to see a Kudrat ki ek, you know, ਵੱਡੇ ਲੈਵਲ ਦੇ ਉੱਤੇ, actually it's a proud moment then ਜਦੋਂ ਆਪਣੀ ਗੱਲ ਹੁੰਦੀ ਪਈ ਸੀ, then you say okay, I go in the colleges and you know, like I go and tell them how to control or how to, you know, just make their food good or whatever it is, right? Like it's actually a proud moment ਕਿ ਮੈਂ ਐਜ਼ ਅ ਪੰਜਾਬੀ ਯਾਰ ਵਧੀਆ ਲੱਗਦਾ ਕਿ ਯਾਰ ਅਸੀਂ ਇਸ ਫੀਲਡ 'ਚ ਵੀ ਅਸੀਂ ਅੱਗੇ ਜਾ ਰਹੇ ਹਾਂ, ਰਾਈਟ, ਅਸੀਂ ਬਾਕੀ ਫੀਲਡਸ ਤਾਂ ਦੇਖੀਦਾ ਕਿ ਬਹੁਤ ਬੰਦੇ ਅੱਗੇ ਜਾ ਰਹੇ ਆ, ਬਟ ਦਿਸ ਇਜ਼ ਸਮਥਿੰਗ ਨਿਊ, ਦਿਸ ਇਜ਼ ਐਕਚੁਅਲੀ ਐਕਸਾਈਟਿੰਗ ਫॉर I think for all of us. ਉਹੀ ਗੱਲ ਹੈ ਨਾ, ਕਿਉਂਕਿ ਲਾਈਫ 'ਚ ਕਿਤੇ ਨਾ ਕਿਤੇ ਤਾਂ ਅਸੀਂ ਹੈਲਦੀ ਡਾਈਟ ਫੋਲੋ ਕਰਨੀ, weight loss ਕਰਨਾ ਟਰਾਈ ਕਰ ਹੀ ਚੁੱਕੇ ਹਾਂ, ਹੈ ਨਾ, ਐਂਡ ਜਸਟ ਟੂ ਮੇਕ ਦਿਸ ਈਜ਼ੀ, ਮੋਰ ਈਜ਼ੀ, ਕਨਵੀਨੀਅੰਟ ਵੀ ਹੋਵੇ ਕੈਨੇਡੀਅਨ ਲਾਈਫ ਸਟਾਈਲ ਦੇ ਨਾਲ, ਬਸ ਉਹੀ motive ਹੈ। Okay, so thank you Kudrat. I think it was a great conversation with you and ਇੱਦਾਂ ਲੱਗ ਰਿਹਾ ਕਿ ਕਾਫੀ ਨੌਲੇਜ ਹੁਣ ਸਾਨੂੰ ਇਸ ਚੀਜ਼ ਦੀ ਹੋ ਗਈ, ਐਂਡ ਮੇਬੀ at some point you motivated me as well, ਮੈਨੂੰ ਲੱਗ ਰਿਹਾ ਕਿ you should get motivated, ਜੇ ਇਹਨੇ ਟਾਕ ਸ਼ੋ ਬਾਅਦ ਵੀ ਨਹੀਂ ਮੋਟੀਵੇਟ ਹੋਇਆ ਮੈਨੂੰ ਕੁਝ ਚੇਂਜ ਕਰਨਾ ਪੈਣਾ ਹੈ, ਕੁਝ in my way of ਨਹੀਂ, ਹੁਣ ਆਪਣੇ 2 ਘੰਟੇ ਹੋ ਗਏ ਗੱਲ ਕਰਦੇ, ਬਟ now I think you know ਕਿ we have to do something, not actually we also, there are so many, you know, people like me, they are looking for that kick or that motivation that we can start from somewhere, right? Definitely. So thank you again. Yeah, you're welcome.